ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਭਾਰਤ ਸਰਕਾਰ ਦਾ ਬਜਟ ਆ ਗਿਆ ਹੈ ਤੇ ਇਹਨੂੰ ਲੈ ਕੇ ਮੀਡੀਆ, ਅਰਥ ਸ਼ਾਸਤਰੀ, ਉਦਯੋਗ, ਵਪਾਰ, ਖੇਤੀ ਮਾਹਿਰ ਇਹ ਸਭ ਬੜੇ ਐਕਸਾਈਟਡ ਹੁੰਦੇ ਨੇ। ਹੁਣ ਤਾਂ ਪਟਾਰਾ ਖੁੱਲ੍ਹ ਗਿਆ। ਮੋਟੇ-ਮੋਟੇ ਸਵਾਲਾਂ ਵਿੱਚ ਪ੍ਰਮੁੱਖਤਾ ਨਾਲ ਪੁੱਛਣ ਵਾਲੀ ਗੱਲ ਇਹ ਹੈ ਕਿ ਕੀ ਮੋਦੀ ਸਰਕਾਰ ਨੇ ਜਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਮੰਨਿਆ ਕਿ ਆਰਥਿਕਤਾ ਡਾਮਾਡੋਲ ਹੈ, ਸਲੋ ਡਾਊਨ ਵਾਲਾ ਵਰਤਾਰਾ ਬੜਾ ਗੰਭੀਰ ਹੈ? ਕੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਬਜਟ ਵਿੱਚ ਕੋਈ ਲੋੜੀਂਦੇ ਬੰਦੋਬਸਤ ਕੀਤੇ ਗਏ ਹਨ? ਬਾਕੀ ਆਮ ਸਵਾਲ ਨੇ। ਅਮੀਰਾਂ ਲਈ ਬਜਟ ਵਿੱਚ ਕੀ ਹੈ ਤੇ ਗਰੀਬਾਂ ਲਈ ਕੀ ਹੈ, ਉਦਯੋਗਪਤੀਆਂ ਲਈ ਕੀ ਹੈ ਤੇ ਕਿਸਾਨਾਂ ਲਈ ਕੀ ਹੈ, ਮੇਰੇ ਲਈ ਕੀ ਹੈ ਤੇ ਤੁਹਾਡੇ ਲਈ ਕੀ ਹੈ? ਕੀ ਭਵਿੱਖ ਵਿੱਚ ਆਰਥਿਕਤਾ ਦੇ ਕਿਸੇ ਰੌਸ਼ਨ ਰਸਤੇ ਲਈ ਕੋਈ ਵੱਡਾ ਖਿਆਲ, ਬਿਗ ਬੈਂਗ ਆਈਡੀਆ ਉਹ ਬਜਟ ਨੇ ਲਿਆਂਦਾ ਕਿ ਐਵੇਂ ਉਹ ਨਿੱਕੀ ਮੋਟੀ ਟੀਪ ਟਾਪ ਨਾਲ ਹੀ ਕੰਮ ਟਪਾ ਦਿੱਤਾ? ਇਸ ਸਭ 'ਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਲਈ ਸਾਡੇ ਨਾਲ ਨੇ ਅਰਥ ਸ਼ਾਸਤਰੀ ਤੇ ਖੇਤੀਬਾੜੀ ਨਾਲ ਰਿਲੇਟਿਡ, ਉਦਯੋਗ ਨਾਲ ਰਿਲੇਟਿਡ, ਡਿਵੈਲਪਮੈਂਟ ਦੇ ਮਾਡਲਸ ਨਾਲ ਰਿਲੇਟਿਡ ਤਮਾਮ ਨੀਤੀਆਂ ਦੇ ਮਾਹਿਰ ਦਵਿੰਦਰ ਸ਼ਰਮਾ ਜੀ। ਦਵਿੰਦਰ ਸ਼ਰਮਾ ਜੀ, ਬੜਾ ਮੋਟਾ ਜਿਹਾ ਸਵਾਲ ਹੈ ਤੇ ਜੇ ਕਹੋ ਤਾਂ ਸਾਰੇ ਪ੍ਰੋਗਰਾਮ ਦੇ ਸਵਾਲ ਮੈਂ ਇਕੱਠੇ ਹੀ ਪੁੱਛ ਲਵਾਂ ਕਿਉਂਕਿ ਕੁੱਲ ਮਿਲਾ ਕੇ ਸਵਾਲ ਉੱਥੇ ਹੀ ਆ ਜਾਂਦੇ ਨੇ। ਜੇ ਇਕੋਨਮੀ ਇੰਨੀ ਡੀਪ ਕ੍ਰਾਈਸਿਸ ਦੇ ਵਿੱਚ ਹੈ, ਇੰਨੀ ਜ਼ਿਆਦਾ ਅਸੀਂ ਮੁਸ਼ਕਲਾਂ ਦੇ ਵਿੱਚੋਂ ਲੰਘ ਰਹੇ ਹਾਂ, ਕੀ ਬਜਟ ਦੇ ਵਿੱਚੋਂ ਇੰਜ ਜਾਪਦਾ ਹੈ ਕਿ ਵਿੱਤ ਮੰਤਰੀ ਨੇ ਇਹ ਰੈਕੋਗਨਾਈਜ਼ ਕੀਤਾ? ਕੀ ਬਜਟ ਦੇ ਵਿੱਚ, ਮੈਂ ਤਾਂ ਪੁੱਛ ਰਿਹਾ ਕਿਉਂਕਿ ਸਲੋ ਡਾਊਨ ਵਾਲਾ ਸ਼ਬਦ ਨਹੀਂ ਮੈਨੂੰ ਸੁਣਾਈ ਦਿੱਤਾ, ਨਾ 2.5 ਘੰਟੇ ਦੀ ਸਪੀਚ ਵਿੱਚ ਤੇ ਨਾ ਬਜਟ ਦੇ ਵਿੱਚ ਕਿਧਰੇ ਆਇਆ। ਕੀ ਉਹਨਾਂ ਦੇ ਕੋਲ ਆਪਸ਼ਨਸ ਸੀਗੀਆਂ ਕਿ ਇਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ? ਜਿਹੜੀ ਸਟ੍ਰੈਟਜੀ ਉਹਨਾਂ ਨੇ ਲਈ ਹੈ ਕਿ ਕੋਈ ਬਿਗ ਬੈਂਗ ਆਈਡੀਆ ਅਜੇ ਤਾਂ ਦੱਸਿਆ ਨਹੀਂ, ਜੇ ਤੁਹਾਨੂੰ ਕੋਈ ਲੱਗਦਾ ਤੁਸੀਂ ਦੱਸਣਾ। ਤੇ ਜਿਹੜਾ ਉਹਨਾਂ ਨੇ ਕਿਹਾ ਵੀ ਕਿਸਾਨੀ ਲਈ ਇਹ 16 ਚਾਰਟਰ ਦਾ ਮੈਂ ਪਲਾਨ ਲਿਆਈ ਹਾਂ, ਇਹ ਐਸਪੀਰੇਸ਼ਨਲ ਇੰਡੀਆ ਹੈ, ਕੀ ਇਸ ਤਰੀਕੇ ਨਾਲ ਡਿਟੇਲਸ ਦੇ ਵਿੱਚ ਜਾ ਕੇ ਚੀਜ਼ਾਂ 'ਤੇ ਕੰਮ ਕਰਨ ਨਾਲ ਦਰਅਸਲ ਇਹ ਹੋਰ ਚੰਗੀ ਗੱਲ ਹੈ ਕਿ ਅਸੀਂ ਵੱਡੇ ਆਈਡੀਆ ਤੋਂ ਭੱਜ ਕੇ ਰੈਦਰ ਡਿਟੇਲਸ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਹੈ, ਜਾਂ ਇਹਦੇ ਨਾਲ ਇਹ ਪਤਾ ਲੱਗਦਾ ਵੀ ਵੱਡਾ ਆਈਡੀਆ ਸਰਕਾਰ ਕੋਲ ਨਹੀਂ ਹੈਗਾ? ਕੀ ਬਜਟ ਦੁਬਾਰਾ ਇੰਪੀਟਸ ਦਿੰਦਾ ਇਹਨਾਂ ਇਕਨੋਮਿਕ ਗਰੋਥ ਨੂੰ? ਦੁਬਾਰਾ ਮੈਨੂਫੈਕਚਰਿੰਗ ਸੈਕਟਰ, ਸਰਵਿਸਿਜ਼ ਸੈਕਟਰ ਇਹ ਦੁਬਾਰਾ ਸ਼ੁਰੂ ਹੋਣਗੇ, ਇਨਵੈਸਟਮੈਂਟ ਸੈਕਟਰ ਆ ਜਾਏਗੀ, ਇਨਫਰਾਸਟਰਕਚਰ ਸੈਕਟਰ ਵੱਡੇ ਰੂਪ 'ਚ ਜਾਵੇਗਾ? ਮੇਨ ਵੱਡੀ ਡਾਇਰੈਕਸ਼ਨ ਕੀ ਹੈ ਬਜਟ ਦੀ ਤੇ ਤੁਹਾਨੂੰ ਅਗਲੇ ਬਜਟ ਬਾਰੇ ਕਿੰਨਾ ਕੁ ਡਰਾਉਂਦਾ ਹੈ ਜਾਂ ਹੋਪਫੁਲ ਕਰਦਾ? ਜਦ ਅਸੀਂ ਇੱਕ ਦਿਨ ਪਹਿਲੇ 16 ਸਵਾਲ ਹੋ ਗਏ ਮੇਰੇ। ਇੱਕ ਦਿਨ ਪਹਿਲੇ ਜਦ ਅਸੀਂ ਰਾਸ਼ਟਰਪਤੀ ਦਾ ਅਭਿਭਾਸ਼ਣ ਸੁਣ ਰਹੇ ਸੀਗੇ ਔਰ ਜਦ ਅਸੀਂ ਬਜਟ ਦਾ ਵਿੱਤ ਮੰਤਰੀ ਦੀ ਸਪੀਚ ਸੁਣ ਰਹੇ ਸੀਗੇ ਤਾਂ ਦੋ ਚੀਜ਼ਾਂ ਬੜੀ ਸਪਸ਼ਟ ਸੀਗੀਆਂ ਕਿ ਰਾਸ਼ਟਰਪਤੀ ਜੀ ਨੇ ਵੀ ਉਹੀ ਕੰਮ ਕੀਤਾ ਕਿ ਉਹਨਾਂ ਨੇ ਡਿਟੇਲ ਪੂਰਾ ਇੰਨਾ ਲੰਬਾ ਸਪੀਚ ਸੀਗਾ ਉਹਨਾਂ ਦਾ, ਉਹਨਾਂ ਹਰ ਗੱਲ ਜਿਹੜਾ ਰਿਪੋਰਟ ਕਾਰਡ ਜਿਹੜਾ ਹੁੰਦਾ ਪੇਸ਼ ਕੀਤਾ ਕਿ ਅਸੀਂ ਇੱਕ ਸਾਰਾ ਕੁਝ ਇਹ ਵੀ ਕਰਤਾ। ਐਸਪੀ ਸਿੰਘ ਦੇ ਘਰ ਕੋਲ ਜਿਹੜੀ ਸੜਕ ਜਾਂਦੀ ਗਲੀ ਉਹਦੇ ਤੇ ਵੀ ਦੁਆਰਾ ਲੁਕਵਾ ਦਿੱਤੀ ਜੀ। ਔਰ ਦੂਸਰਾ ਜਿਹੜਾ ਵਿੱਤ ਮੰਤਰੀ ਦਾ ਕੱਲ ਬਜਟ ਸੀਗਾ ਉਹਦੇ ਨਾਲ ਇੰਨਾ ਐਕਸਪੈਕਟੇਸ਼ਨ ਸੀਗੀ ਕਿਉਂਕਿ ਇਸ ਸਮੇਂ ਜਦ ਕਿ ਕ੍ਰਾਈਸਿਸ ਬਹੁਤ ਗੰਭੀਰ ਹੈ ਔਰ ਜੋ ਤੁਸੀਂ ਕਿਹਾ ਸਲੋ ਡਾਊਨ ਹੈ ਦੇਸ਼ ਦਾ ਇਕੋਨਮੀ ਵਿੱਚ, ਉਹਦੇ ਵਾਸਤੇ ਨਿਕਲਣ ਵਾਸਤੇ ਬਜਟ ਇੱਕ ਬਹੁਤ ਅੱਛਾ ਇੱਕ अपॉर्चुनिटी ਸੀਗੀ। ਮੇਰਾ ਮੰਨਣਾ ਕਿ ਉਹ अपॉर्चुनिटी ਲੌਸਟ ਹੈ ਔਰ ਇੱਕ ਮੌਕਾ ਜਿਹੜਾ ਸੀਗਾ ਸਰਕਾਰ ਕੋਲ ਉਹਨਾਂ ਨੇ ਖੋਤਾ। ਡਿਡ ਸ਼ੀ ਹੈਵ ਐਨ ਆਪਸ਼ਨ? ਸ਼ੀ ਡੈਫੀਨਿਟਲੀ ਹੈਡ ਐਨ ਆਪਸ਼ਨ। ਤੁਸੀਂ ਮੈਨੂੰ ਇੱਕ ਬਹੁਤ ਸਾਰੇ ਐਕਸਪਰਟ ਇਹ ਕਹਿ ਰਹੇ ਨੇ ਕਿ ਬਹੁਤਾ ਕੁਝ ਕਰਨ ਲਈ ਬਚਿਆ ਨਹੀਂ ਹੈ, ਇਕੋਨਮੀ ਵਿੱਚ ਉਨੀ ਸਪੇਸ ਨਹੀਂ ਹੈ, ਰੂਮ ਫॉर ਮੈਨੂਵਰ ਨਹੀਂ ਹੈ। ਦੇਖੋ, ਜਦ ਸਪਟੈਂਬਰ ਪਿਛਲੇ ਸਾਲ ਸਰਕਾਰ ਨੇ 1.5 ਲੱਖ ਕਰੋੜ ਰੁਪਇਆ ਤਕਰੀਬਨ 1.45 ਲੱਖ ਕਰੋੜ ਕਾਰਪੋਰੇਟ ਦਾ ਟੈਕਸ ਕੱਟਿਆ ਸੀਗਾ, ਟੈਕਸ ਐਗਜ਼ੈਂਪਸ਼ਨ ਦਿੱਤੇ ਸੀਗੇ, ਤਾਂ ਉਸ ਟਾਈਮ ਕਿਹੜੀ ਸਕੋਪ ਸੀਗੀ? ਉਸ ਟਾਈਮ ਤਾਂ ਕਿਸੇ ਨੇ ਨਹੀਂ ਬੋਲਿਆ ਕਿ ਇਹ ਸਕੋਪ ਨਹੀਂ ਸੀਗਾ ਕਿ ਸਰਕਾਰ ਨੇ ਕਿਸ ਤਰ੍ਹਾਂ ਕਰਤਾ ਹੈਗਾ। 1.45 ਲੱਖ ਕਰੋੜ ਉਸ ਟਾਈਮ ਟੈਕਸ ਕੰਸੈਸ਼ਨ ਦਿੱਤੇ ਗਏ ਹੈ ਜਿਸ ਟਾਈਮ ਕਿ ਸਾਡਾ ਰੈਵਨਿਊ ਜਿਹੜਾ ਆ ਰਿਹਾ ਸੀਗਾ ਸਰਕਾਰ ਕੋਲ ਉਹਦੇ 'ਚ ਬਹੁਤ ਬੜੀ ਸ਼ਾਰਟਫਾਲ ਸੀਗੀ। ਉਹਦੇ ਬਾਅਦ ਤੁਸੀਂ ਔਨ ਟੌਪ ਆਫ ਇਟ ਤੁਸੀਂ ਤਕਰੀਬਨ 1.5 ਲੱਖ ਕਰੋੜ ਹੋਰ ਦੇਤਾ। ਕਿਸੇ ਇਕੋਨੋਮਿਸਟ ਨੇ ਨਹੀਂ ਕਿਹਾ ਕਿ ਸਾਹਿਬ ਇਹਦੀ ਗੁੰਜਾਇਸ਼ ਨਹੀਂ ਸੀਗੀ, ਕਿਉਂ ਦਿੱਤਾ ਗਿਆ? ਕਹਿਣ ਦਾ ਮਤਲਬ ਇਹ ਹੈ ਕਿ ਜਦ ਕਾਰਪੋਰੇਟ ਨੂੰ ਦਿੱਤਾ ਜਾਂਦਾ ਹੈ ਤਾਂ ਸਾਰਾ ਦੇਸ਼ ਚੁੱਪ ਰਹਿੰਦਾ, ਬੜਾ ਉਹਨੂੰ ਅੱਛਾ ਮੰਨਦਾ ਹੈ ਕਿ ਬਈ ਇਹ ਸਕੋਪ ਹੋਣਾ ਚਾਹੀਦਾ ਸੀਗਾ, ਸਰਕਾਰ ਨੇ ਕੀਤਾ ਹੈ, ਬਿਗ ਬੈਂਗ ਕਹਿ ਲਓ। ਲੇਕਿਨ ਜਦ ਗਰੀਬ ਆਦਮੀ ਨੂੰ ਦੇਣਾ ਸੀਗਾ, ਜਦ ਮੌਕਾ ਸੀਗਾ ਤਾਂ ਉਹਨੂੰ ਡਿਮਾਂਡ ਕ੍ਰੀਏਟ ਕਰਨ ਦਾ, ਕਿਉਂਕਿ ਸਾਰੇ ਮੰਨਦੇ ਹੈ ਕਿ ਅੱਜ ਅਗਰ ਕ੍ਰਾਈਸਿਸ ਹੈ ਉਹ ਡਿਮਾਂਡ ਕਰਕੇ ਡਿਮਾਂਡ ਨਹੀਂ ਹੈ। ਡਿਮਾਂਡ ਮਤਲਬ ਗ੍ਰਾਮੀਣ ਮੰਗ ਜਿਹੜੀ ਹੈ ਐਸੈਂਸ਼ੀਅਲੀ ਲੋਕਾਂ ਕੋਲ ਪੈਸਾ ਨਹੀਂ ਹੈ, ਇਸ ਕਰਕੇ ਉਹ ਕੁਝ ਖਰੀਦੋ ਫਰੋਖਤ ਕਰ ਨਹੀਂ ਰਹੇ, ਕੋਈ ਘਰ ਨਹੀਂ ਬਣਾ ਰਿਹਾ, ਕੋਈ ਸਮਾਨ ਨਹੀਂ ਖਰੀਦ ਰਿਹਾ, ਲੋਕ ਖਰਚ ਨਹੀਂ ਰਹੇ। ਮੈਂ ਉਸ ਕੋ ਥੋੜਾ ਜਿਹਾ ਅੱਗੇ ਲੈ ਕੇ ਜਾਣਾ, ਜੇ ਲੋਕਾਂ ਕੋਲ ਪੈਸਾ ਨਹੀਂ ਹੈ ਤਾਂ ਇੱਕ ਤਰੀਕਾ ਹੁੰਦਾ ਕਿ ਲੋਕਾਂ ਨੂੰ ਪੈਸਾ ਭੇਜ ਦਿਓ ਤੇ ਲੋਕ ਖਰਚਣਾ ਸ਼ੁਰੂ ਕਰਦੇ ਆ। ਗਵਰਨਮੈਂਟ ਸਹੀ ਕਰਦੀ ਹੈ ਨਾ। 6 ਮਹੀਨੇ ਪਹਿਲੇ ਇੱਕ ਰਿਪੋਰਟ ਆਈ ਸੀ, ਤੁਹਾਨੂੰ ਯਾਦ ਹੋਏਗਾ, ਜਿਹਨੇ ਕਿਹਾ ਸੀਗਾ ਕਿ ਬਈ 5 ਰੁਪਏ ਦਾ ਬਿਸਕੁਟ ਦਾ ਪੈਕੇਟ ਖਰੀਦਣ ਵਾਸਤੇ ਵੀ ਬੰਦਾ 2 ਵਾਰ ਸੋਚਦਾ ਹੈ। ਮੈਂ ਉਸ ਬੰਦੇ ਦੀ ਗੱਲ ਕਰ ਰਿਹਾ ਜਿਹੜਾ 5 ਰੁਪਏ ਦਾ ਪੈਕੇਟ ਖਰੀਦਣ ਵਾਸਤੇ ਵੀ 2 ਵਾਰ ਸੋਚਦਾ ਹੈ। ਉਹਦੇ ਨਾਲ ਹੀ ਡਿਮਾਂਡ ਕ੍ਰੀਏਟ ਕਰਨੀ ਸੀ ਕਿਉਂਕਿ 70% ਜਿਹੜਾ ਹਾਊਸਹੋਲਡ ਹੈ, ਰੂਰਲ ਹਾਊਸਹੋਲਡ, ਉਹ ਖੇਤੀ ਨਾਲ ਜੁੜਿਆ ਹੋਇਆ ਹੈਗਾ। ਔਰ ਅਗਰ ਤੁਹਾਡੇ ਕੋਲ ਜਿਹੜਾ ਓਪਰਚੁਨਿਟੀ ਸੀਗੀ ਉਹ ਇਹ ਸੀਗੀ ਕਿ ਬਈ ਤੁਸੀਂ ਇਹਨਾਂ ਕੋਲ ਡਾਇਰੈਕਟ ਇਨਕਮ
ਇਨਕਮ ਸਪੋਰਟ ਇਹਨਾਂ ਨੂੰ बढ़ाਉਂਦੇ ਸਭ ਮੰਨਦੇ ਹੈ ਕਿ ਇਸ ਟਾਈਮ ਸੀਗਾ ਕਿ ਉਹ ਜਿਹੜਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਜੇ ਉਹੀ 1.5 ਲੱਖ ਕਰੋੜ ਰੁਪਏ ਜਿਹੜਾ ਅਸੀਂ ਦਿੱਤਾ ਸੀ ਕਾਰਪੋਰੇਟ ਨੂੰ ਕੁਝ ਮਹੀਨੇ ਪਹਿਲੇ, ਜਿਹਦੇ ਨਾਲ ਇਹ ਸੋਚਿਆ ਗਿਆ ਸੀ ਕਿ ਇਨਵੈਸਟਮੈਂਟ बढ़ेगी, ਉਹ ਤਾਂ बढ़ी ਨਹੀਂ। ਤਾਂ ਹੁਣ ਉਹੀ ਅਗਰ ਅਸੀਂ ਕਾਰਪੋਰੇਟ 1.5 ਲੱਖ ਕਰੋੜ ਰੁਪਏ ਜਿਹੜਾ ਸੀਗਾ ਉਹ ਅਸੀਂ ਅਗਰ ਅੱਜ PM ਕਿਸਾਨ ਯਾਨੀ ਕਿਸਾਨਾਂ ਨੂੰ ਅਗਰ ਅਸੀਂ ਦਿੱਤਾ ਹੁੰਦਾ PM ਕਿਸਾਨ ਸਕੀਮ ਦੇ ਮਾਧਿਅਮ ਤੋਂ, ਤਾਂ ਅੱਜ 18,000 ਰੁਪਇਆ ਹਰ ਕਿਸਾਨ ਨੂੰ ਮਿਲਣਾ ਸੀਗਾ ਹਰ ਸਾਲ, 1 ਸਾਲ ਦਾ, ਔਰ ਉਹਦੇ ਨਾਲ ਡਿਮਾਂਡ ਕ੍ਰੀਏਟ ਹੋਣੀ ਸੀ। ਤੁਸੀਂ ਨਾ ਬਹੁਤ ਸਾਰੇ ਸ਼ਬਦ ਯੂਜ਼ ਕਰ ਰਹੇ ਹੋ ਤੇ ਮੈਂ ਸੋਚਦਾ ਕਿਉਂਕਿ ਬਜਟ ਅਸੀਂ ਜਦੋਂ ਡਿਸਕਸ ਕਰਦੇ ਹਾਂ ਤਾਂ ਜਿਹੜੇ ਲੋਕ ਥੋੜੇ ਜਾਣਕਾਰ ਨੇ, ਮੇਰੇ ਤਾਂ ਬਹੁਤ ਕੁਝ ਸਿਰ ਦੇ ਉੱਤੋਂ ਨਿਕਲ ਜਾਂਦਾ, ਪਰ ਜਦੋਂ ਨਾਰਮਲ ਗੱਲਾਂ ਵੀ ਕਰਦੇ ਹਾਂ ਕਿ ਰੀਅਲ GDP ਕੀ ਹੁੰਦਾ ਹੈ, ਨੋਮੀਨਲ GDP ਕੀ ਹੁੰਦਾ ਹੈ, ਤੇ ਨੋਮੀਨਲ GDP ਕਿੰਨਾ ਵਰਸ ਹੋ ਗਿਆ ਤੇ 42 ਸਾਲਾਂ ਦੇ ਲੋ ਤੇ ਆ ਗਿਆ ਤੇ 7.5% ਹੈ ਤੇ 12% ਹੁੰਦਾ ਸੀ, ਇਹ ਥੋੜਾ ਕੰਪਲੈਕਸ ਹੋ ਜਾਂਦਾ। ਤਾਂ ਮੈਨੂੰ ਲੱਗਦਾ ਜੇ ਬੇਸਿਕਲੀ ਮੋਟਾ ਜਿਹਾ ਆਪਾਂ ਸਮਝਾ ਦਈਏ, ਕਿਉਂਕਿ ਆਪਣਾ ਦਵਿੰਦਰ ਸ਼ਰਮਾ ਜੀ ਜਿਹੜੀ ਗੱਲ ਕਰ ਰਹੇ ਨੇ ਕਿ ਡਿਮਾਂਡ ਬੇਸਡ ਹੁੰਦੀ ਹੈ, ਇੰਝ ਸਮਝ ਲਵੋ ਕਿ ਜੇ ਮੈਂ ਕਿਤੇ ਗਲਤੀ ਕਰਾਂ ਤਾਂ ਮੈਂ ਵੀ ਐਗਜ਼ਾਮਪਲ ਬਣਾ ਰਿਹਾ ਵੀ ਜਿਹੜੀ ਇਕੋਨਮੀ ਹੈ ਇਹ 4 ਇੰਜਨਾਂ ਵਾਲਾ ਜਹਾਜ਼ ਹੈ, ਇਹਦੇ 'ਚ 4 ਇੰਜਨ ਲੱਗੇ ਨੇ ਜਿਹਦੇ ਨਾਲ ਸਾਰੀ ਆਰਥਿਕਤਾ ਚੱਲਦੀ ਹੈ। ਇੱਕ ਪ੍ਰਾਈਵੇਟ ਇੰਡੀਵਿਜੂਅਲਸ ਦੀ ਕੰਜ਼ੰਪਸ਼ਨ ਹੈ ਵੀ ਤੁਸੀਂ ਕੁਝ ਖਰੀਦਿਆ, ਮੈਂ ਕੁਝ ਖਰੀਦਿਆ, ਆਪਾਂ ਘਰ ਖਰੀਦਿਆ, ਕੰਜ਼ੰਪਸ਼ਨ ਆਫ ਪ੍ਰਾਈਵੇਟ ਇੰਡੀਵਿਜੂਅਲਸ, ਇਹ ਪੂਰੇ GDP ਦਾ 57% ਤਾਂ ਇਹੀ ਹੈ। ਸੋ ਇਹ ਬੜਾ ਜ਼ਬਰਦਸਤ ਇੰਜਨ ਹੈ। ਇੱਕ ਹੈਗਾ ਕਿ ਸਰਕਾਰ ਚੀਜ਼ਾਂ ਖਰੀਦਦੀ ਹੈ, ਸੋ ਇਹ ਬਹੁਤ ਸਭ ਤੋਂ ਛੋਟਾ ਕੰਟਰੀਬਿਊਟਰ ਹੈ ਕਿ ਸਰਕਾਰ ਦੀਆਂ ਗੁਡਸ ਦੀਆਂ ਡਿਮਾਂਡਸ ਨੇ। ਤੀਜਾ ਹੈਗਾ ਕਿ ਬਿਜ਼ਨਸ ਇਨਵੈਸਟ ਕਰਦਾ, ਇਹ ਵੱਡਾ ਇੰਜਨ ਹੈ। ਇੱਕ ਵਾਰੀ ਫਿਰ ਇਹ 32% GDP ਦਾ। ਤੇ ਚੌਥਾ ਹੁੰਦਾ ਹੈ ਨੈਟ ਜਿਹੜੀ ਡਿਮਾਂਡ ਹੈ ਐਕਸਪੋਰਟ ਤੇ ਇੰਪੋਰਟ ਨੂੰ ਮਿਲਾ ਕੇ, ਉਹ ਵੈਸੇ ਹੀ ਸਾਡੀ ਨੈਗੇਟਿਵ ਹੈ, ਐਕਸਪੋਰਟ ਸਾਡੀਆਂ ਘੱਟ ਨੇ ਤੇ ਇਹਨਾਂ 4 ਇੰਜਨਾਂ ਤੇ ਇਕਨੋਮੀ ਚੱਲਦੀ ਹੈ। ਜੇ ਐਕਸਪੋਰਟ ਵਾਲਾ ਪਹਿਲਾਂ ਹੀ ਐਕਸਪੋਰਟ ਇੰਪੋਰਟ ਵਾਲਾ ਇੰਜਨ ਨੈਗੇਟਿਵ ਹੈ ਤੇ ਸਰਕਾਰ ਦੀਆਂ ਗੁਡਸ ਦੀ ਡਿਮਾਂਡ ਤੇ ਵੈਸੇ ਹੀ ਛੋਟਾ ਹੁੰਦਾ ਤੇ ਸਰਕਾਰ ਕੋਲ ਪੈਸਾ ਹੈ ਹੀ ਨਹੀਂ ਹੈ, ਪ੍ਰਾਈਵੇਟ ਇੰਡੀਵਿਜੂਅਲਾਂ ਕੋਲ ਪੈਸਾ ਨਹੀਂ ਹੈ ਤੇ ਉਹ 57% ਹੈ ਤੇ ਬਿਜ਼ਨਸ ਵਿੱਚ ਇਨਵੈਸਟਮੈਂਟ ਆ ਨਹੀਂ ਰਹੀ, ਤਾਂ ਤੁਸੀਂ ਸੋਚ ਲਓ ਵੀ ਹੁਣ ਇਹਨੂੰ ਇਸ ਜਹਾਜ਼ 'ਚ ਬੈਠ ਕੇ ਤੁਹਾਨੂੰ ਕਿਹੋ ਜਿਹਾ ਲੱਗੇਗਾ। ਇਸ ਕਰਕੇ ਦਵਿੰਦਰ ਸ਼ਰਮਾ ਜੀ ਇੰਜ ਜਾਪਦਾ ਸੀ ਕਿ ਸਰਕਾਰ 2 ਰਸਤੇ ਲੈ ਸਕਦੀ ਹੈ, ਜਾਂ ਉਹ ਸਾਰੇ ਕਦਮ ਲਏ ਜਿਹਦੇ ਨਾਲ ਇਨਵੈਸਟਮੈਂਟ ਆਵੇ, ਜਾਂ ਉਹ ਸਾਰੇ ਕਦਮ ਲਏ ਕਿ ਲੋਕ ਖੁੱਲ੍ਹ ਕੇ ਖਰਚਾ ਕਰਨਾ ਸ਼ੁਰੂ ਕਰਨ, ਕੰਜ਼ੰਪਸ਼ਨ ਵਧੇ। ਵਿਚ ਵਾਜ਼ ਅ ਬੈਟਰ ਵੇ? ਕਿਹੜਾ ਤਰੀਕਾ ਬੈਟਰ ਸੀ? ਦੇਖੋ ਦੋਨੋਂ ਇੰਪੋਰਟੈਂਟ ਹੈਗੀਆਂ, ਮੈਂ ਨਾ ਨਹੀਂ ਕਰ ਰਿਹਾ, ਮੈਂ ਤੁਹਾਨੂੰ ਉਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਦਰਸ਼ਕਾਂ ਵਾਸਤੇ ਬੜਾ ਇੰਪੋਰਟੈਂਟ ਹੈ ਕਿ 2 ਚੀਜ਼ਾਂ ਹੋ ਸਕਦੀਆਂ ਸੀਗੀਆਂ। ਇੱਕ ਇਹਨਾਂ ਨੇ ਅਟੈਂਪਟ ਕੀਤਾ ਹੈਗਾ ਸਪਟੈਂਬਰ ਵਿੱਚ ਇਹਨਾਂ ਨੇ 1.5 ਲੱਖ ਕਰੋੜ ਰੁਪਏ ਜਿਹੜੇ ਟੈਕਸ ਕੰਸੈਸ਼ਨ ਦਿੱਤੇ ਕਾਰਪੋਰੇਟ ਨੂੰ, ਉਹ ਇਸ ਵਾਸਤੇ ਸੀਗਾ ਕਿ ਉਹ ਇਨਵੈਸਟ ਕਰਨਗੇ। ਉਹ ਇਨਵੈਸਟਮੈਂਟ ਨਹੀਂ ਹੋਈ, ਹੁਣ ਤਾਂ 4 ਮਹੀਨੇ ਹੋ ਗਏ, ਔਰ ਉਹ ਇਨਵੈਸਟਮੈਂਟ ਨਹੀਂ ਹੋਈ, ਬਲਕਿ ਦੁਨੀਆ ਦੇ ਇੱਕ ਜਾਣੇ ਮਾਨੇ ਇਕੋਨੋਮਿਸਟ ਹੈਗੇ ਜੈਫਰੀ ਸੈਕਸ, ਉਹਨਾਂ ਨੇ 2 ਦਿਨ ਪਹਿਲੇ ਇੱਕ ਇੰਟਰਵਿਊ ਵਿੱਚ ਕਿਹਾ ਹੈਗਾ ਕਿ ਜਦ ਉਹ ਪੈਸਾ ਤੁਸੀਂ ਦਿੱਤਾ ਸੀ ਕਾਰਪੋਰੇਟਸ ਨੂੰ, ਹੋਰ ਵੀ ਕੰਸੈਸ਼ਨ ਦਿੰਦੇ ਹੋ, ਅਗਰ ਉਹ ਇਨਵੈਸਟਮੈਂਟ ਨਹੀਂ ਹੋ ਰਹੀ ਹੈ ਤਾਂ ਐਕਚੁਅਲੀ ਉਹ ਪੈਸਾ ਉਹਨਾਂ ਦੀ ਜੇਬ ਵਿੱਚ ਜਾ ਰਿਹਾ। ਬੜੀ ਇੰਪੋਰਟੈਂਟ ਗੱਲ ਬੋਲੀ ਉਹਨਾਂ ਨੇ ਕਿ ਉਹ ਪੈਸਾ ਉਹਨਾਂ ਦੀ ਜੇਬ ਵਿੱਚ ਜਾ ਰਿਹਾ ਜੋ ਇਨਵੈਸਟਮੈਂਟ ਨਹੀਂ ਕਰ ਰਹੇ ਹੈਗੇ। ਇਹ ਬੜੀ ਸਪਸ਼ਟ ਹੋ ਗਈ ਗੱਲ। ਸੋ ਕੋਈ ਉਹਦੇ ਤੋਂ ਫਾਇਦਾ ਲੈ ਰਿਹਾ, ਉਹੀ ਲੈ ਰਹੇ ਜਿਹਨਾਂ ਕੋਲ ਗਿਆ ਹੈਗਾ ਕੰਸੈਸ਼ਨ, ਉਹਨਾਂ ਦੀ ਜੇਬ ਵਿੱਚ ਚਲਾ ਗਿਆ। 1.5 ਲੱਖ ਕਰੋੜ ਰੁਪਏ ਤੁਸੀਂ ਉਹ ਉਹਨਾਂ ਦੀ ਜੇਬ 'ਚ ਪਾ ਦਿੰਦੇ ਹੋ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਇਸ ਦੇਸ਼ ਵਿੱਚ, ਸਾਰੇ ਕਹਿੰਦੇ ਜੀ ਮਤਲਬ ਇਹ ਕਰਨਾ ਸੀਗਾ, ਇਹ ਬਹੁਤ ਜ਼ਰੂਰੀ ਕੀਤਾ। ਲੇਕਿਨ ਜਦ ਡਿਮਾਂਡ ਕ੍ਰੀਏਟ ਕਰਨ ਦੀ ਗੱਲ ਆ ਗਈ, ਯਾਨੀ ਗ੍ਰਾਮੀਣ ਮੰਗ ਨੂੰ ਜਾਂ ਮੰਗ ਜਿਹਨੂੰ ਕਹਿੰਦੇ ਅਸੀਂ, ਉਹਦੇ ਵਿੱਚ ਫੋਕਸ ਕਰਨਾ ਸੀਗਾ, ਉੱਥੇ ਅਸੀਂ ਪਿੱਛੇ ਹਟ ਗਏ। ਉਹ ਜਿਹੜੀ ਓਪਰਚੁਨਿਟੀ ਸੀਗੀ ਡਿਮਾਂਡ ਕ੍ਰੀਏਟ ਕਰਨਾ, ਤੁਸੀਂ ਆਪਣੇ ਆਪ ਕਿਹਾ ਉਹਨੂੰ ਕਰਨ ਲਈ ਸਰਕਾਰ ਪੈਸਾ ਦੇ ਸਕਦੀ ਹੈ। ਮਤਲਬ ਮੈਨੂੰ ਲੱਗਦਾ ਜੇ ਸਰਕਾਰ ਇਹ ਵੀ ਸੋਚ ਸਕਦੀ ਸੀ ਕਿ PM ਕਿਸਾਨ ਦਾ ਜੇ ਪੈਸਾ ਦੇਣਾ ਸੀ, ਇਹਨੂੰ ਕਿਉਂ ਕੁਆਟਰਸ ਕਰਨੇ ਨੇ, ਸਾਰਾ ਇਕੱਠਾ ਦੇ ਦਿਓ। ਹੋਰ ਕਈ ਤਰੀਕਿਆਂ ਨਾਲ ਤੁਸੀਂ ਉਹਦੇ ਡਾਇਰੈਕਟ ਟੈਕਸ ਬੈਨੀਫਿਟ ਦਿਸ ਦੈਟ ਤਮਾਮ ਤਰ੍ਹਾਂ ਦੀਆਂ ਡਾਇਰੈਕਟ ਬੈਨੀਫਿਟ ਟ੍ਰਾਂਸਫਰਸ ਦੀ ਜਿਹੜੀ ਗੱਲ ਹੈ, DBT ਵਗੈਰਾ ਤਮਾਮ ਤਰ੍ਹਾਂ ਦੀਆਂ ਚੀਜ਼ਾਂ ਨੇ। ਪ੍ਰੋਬਲਮ ਇਹ ਹੈ ਕਿ ਜਦੋਂ ਸਰਕਾਰ ਦੇ ਜਿਹੜੇ ਗ੍ਰੋਸ ਟੈਕਸ ਰੈਵਨਿਊਜ਼ ਨੇ, ਜਿਹੜਾ ਪੈਸਾ ਸਰਕਾਰ ਉਗਰਾਉਂਦੀ ਹੈ, ਜੇ ਉਹ ਥੱਲੇ ਡਿੱਗ ਰਹੇ ਨੇ, 24,61,000 ਕਰੋੜ ਸੋਚਿਆ ਸੀ ਤੇ 21,63,000 ਕਰੋੜ ਜਾ ਕੇ ਆਉਂਦਾ ਹੈ, 3 ਲੱਖ ਕਰੋੜ ਦੀ ਸ਼ਾਰਟਫਾਲ ਹੈ। ਮਤਲਬ 3 ਲੱਖ ਕਰੋੜ ਕਿੰਨਾ ਹੁੰਦਾ ਇੱਦਾਂ ਤੇ ਨਹੀਂ ਸਮਝ ਆਉਂਦਾ, ਪਰ ਤੁਸੀਂ ਇਹ ਸਮਝ ਲਓ ਵੀ ਬਿਟਵੀਨ 12 to 14% GDP ਦਾ ਇਹ ਹੋ ਜਾਂਦਾ। ਇਹ ਕਿੱਥੋਂ ਪੂਰਾ ਹੋਵੇਗਾ ਜੇ ਸਰਕਾਰ ਮਾਰਕੀਟ ਤੋਂ ਨਹੀਂ ਬੋਰੋ ਕਰ ਸਕਦੀ, ਇਸ ਕਿਸਮ ਦਾ ਪੈਸਾ ਮਾਰਕੀਟ ਵਿੱਚ ਨਹੀਂ ਹੈ। ਟੋਟਲ ਗਵਰਨਮੈਂਟ ਐਕਸਪੈਂਡੀਚਰ ਜਿਹੜਾ ਇਹ ਸਿਰਫ 9% ਵਧਿਆ ਪਿਛਲੇ ਬਜਟ ਨਾਲੋਂ। ਸੋ ਇਹਦਾ ਮਤਲਬ ਹੈ ਦੂਜਾ ਇੱਕ ਆਪਸ਼ਨ ਇਨਵੈਸਟਮੈਂਟ ਵਾਲਾ ਸੀਗਾ। ਹੁਣ ਮੈਨੂੰ ਦੱਸੋ ਵੀ ਇਨਵੈਸਟਮੈਂਟ 'ਚ ਕਾਰਪੋਰੇਟ ਟੈਕਸ ਜਿਹੜਾ ਕੱਟਿਆ ਗਿਆ ਸੀ, ਉਹਦੇ ਨਾਲ ਕੋਈ ਇਨਵੈਸਟਮੈਂਟ ਐਕਟੀਵਿਟੀ ਨਹੀਂ ਵਧੀ। ਮਤਲਬ ਦਿਸ ਵਾਸ ਪਿਛਲੇ ਬਜਟ ਵੇਲੇ ਤਾਂ ਆਪਣੀ ਡਿਸਕਸ਼ਨ ਦੇ ਵਿੱਚ ਵੀ ਅਸੀਂ ਵੀ ਸ਼ਾਇਦ ਇਹਦੇ ਨਾਲ ਇਨਵੈਸਟਮੈਂਟ ਐਕਟੀਵਿਟੀ ਵਧੇਗੀ, ਉਹ ਨਹੀਂ ਹੋਇਆ। ਫਿਰ ਇਨਵੈਸਟਮੈਂਟ ਡਿਸੀਜਨ ਇੰਨੀ ਛੇਤੀ ਨਾਲ ਨਹੀਂ ਲਿਆ ਜਾ ਸਕਦਾ ਕਿ ਸਰਕਾਰ ਨੇ ਟੈਕਸ ਕੱਟ ਦਿੱਤਾ ਤੇ ਕੋਈ ਇਨਵੈਸਟਮੈਂਟ ਕਰਨੀ ਸ਼ੁਰੂ ਕਰ ਦੇ। ਮਤਲਬ ਦੋਜ਼ ਟੇਕਸ ਟਾਈਮ, ਉਹ ਲੌਂਗ ਟਰਮ ਮੀਡੀਅਮ ਟਰਮ ਵਿੱਚ ਹੋ ਸਕਦਾ, ਸ਼ਾਰਟ ਟਰਮ ਵਿੱਚ ਉਹ ਨਹੀਂ ਸੀ ਹੋਣਾ। ਤੇ ਇਨਵੈਸਟਮੈਂਟ ਵੀ ਡਿਮਾਂਡ ਨੂੰ ਫੋਲੋ ਕਰਦੀ ਹੈ ਤੇ ਕੰਜ਼ਿਊਮਰ ਡਿਮਾਂਡ ਹੈ ਨਹੀਂ ਹੈ। ਸੋ ਇੱਕ
ਇੱਕ ਵਿਸ਼ੀਅਸ ਸਾਈਕਲ ਹੈ। ਤੁਸੀਂ ਇਹ ਗੱਲ ਬੜੀ ਇੰਪੋਰਟੈਂਟ ਬੋਲੀ ਹੈ, ਇਹ ਤਾਂ ਬੜਾ ਕੌੜਾ ਜਿਹਾ ਸਰਕਲ ਹੈ ਨਾ। ਸਮਝਣ ਦੀ ਕੋਸ਼ਿਸ਼ ਫਸੇ ਕਰੀਏ ਕਿੱਥੇ ਆ? ਤਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਹੜੀ ਇਨਵੈਸਟਮੈਂਟ ਦੀ ਗੱਲ ਹੋ ਰਹੀ ਹੈ, ਕੱਲ ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ ਆਪਣੇ ਪ੍ਰੈਸ ਕਾਨਫਰੰਸ ਵਿੱਚ ਬਾਅਦ ਵਿੱਚ ਕਿ ਮੈਂ ਡਿਵੀਡੈਂਡ ਟੈਕਸ ਜਿਹੜਾ ਹੈਗਾ ਉਹ ਫ੍ਰੀ ਕਰਤਾ ਹੈ, ਮਤਲਬ ਹਾਂਜੀ ਖਤਮ ਕਰਤਾ ਹੈ। ਉਹਦੇ ਨਾਲ 25,000 ਕਰੋੜ ਰੁਪਇਆ ਕਾਰਪੋਰੇਟਸ ਕੋਲ ਜਾਏਗਾ ਜੋ ਉਹ ਇਨਵੈਸਟ ਕਰਨਗੇ। ਹੁਣ ਸਵਾਲ ਇਹ ਹੈ ਕਿ ਕਿਆ ਕਾਰਪੋਰੇਟ ਕੋਲ ਪੈਸਾ ਪਹਿਲੇ ਘੱਟ ਹੈਗਾ? ਪਰਸਨਲ ਬੈਲੈਂਸ ਸ਼ੀਟਸ ਤੋਂ ਤਾਂ ਕੋਈ ਇਨਵੈਸਟ ਨਹੀਂ ਕਰ ਰਿਹਾ ਨਾ। ਬਿਲਕੁਲ ਠੀਕ ਹੈ। ਔਰ ਇਹ ਜਿਹੜੀ ਕੰਪਨੀਆਂ ਹੈਗੀਆਂ, ਬੜੀ ਕੰਪਨੀਆਂ ਸਾਡੇ ਦੇਸ਼ ਦੀਆਂ, ਉਹ ਇੰਨੇ ਪੈਸੇ ਉੱਪਰ ਬੈਠੀਆਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿੱਥੇ ਇਨਵੈਸਟ ਕਰੀਏ ਜਾਂ ਨਹੀਂ ਕਰਨਾ ਚਾਹੁੰਦੀਆਂ ਹੈਗੀਆਂ। ਪੈਸੇ ਦੀ ਕਮੀ ਨਹੀਂ ਹੈ, ਉਹ ਇਨਵੈਸਟਮੈਂਟ ਨਹੀਂ ਕਰਨੀ ਕਿਉਂਕਿ এনवायरमेंट ਪੈਸੇ ਦੀ ਕਮੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬੈਂਕਸ ਨੇ ਐਨਪੀਏ ਤੋਂ ਬਾਅਦ ਉਸ ਕਿਸਮ ਦੀ ਲਿਕੁਇਡਿਟੀ ਨਹੀਂ ਦਿਖਾਈ, ਉਹਨਾਂ ਨੇ ਪੈਸਾ ਨਹੀਂ ਦਿੱਤਾ ਤੇ ਇਹ ਵੀ ਇੱਕ ਐਡਮਿਨਿਸਟ੍ਰੇਟਿਵ ਪ੍ਰੋਬਲਮਸ ਹੈਗੀਆਂ ਨੇ। ਦੇਖੋ ਜੀ, ਮੇਰਾ ਤਾਂ ਸੋਚਣਾ ਇਹ ਹੈਗਾ ਔਰ ਮੈਂ ਹਰ ਵਾਰ ਕਹਿਣਾ ਆਇਆ ਕਿ ਦੇਖੋ ਇਹ ਜਿਹੜਾ ਬਲੈਕ ਹੋਲ ਆਫ ਇੰਡੀਅਨ ਇਕਨੋਮੀ ਹੈ ਉਹ ਐਨਪੀਏ ਹੈ ਬੈਂਕਾਂ ਦਾ। ਇਹ ਸਾਨੂੰ ਸਮਝਣਾ ਹੈਗਾ ਕਿਉਂਕਿ ਤੁਸੀਂ ਐਨਪੀਏ 2018 ਵਿੱਚ ਅਸੀਂ 5.5 ਲੱਖ ਕਰੋੜ ਰੁਪਏ ਦੇ ਐਨਪੀਏ ਮਾਫ ਕੀਤੇ। ਐਨਪੀਏ ਮਤਲਬ ਹੁੰਦਾ ਹੈ ਦੱਸਦੇ ਆਪਾਂ ਲੋਕਾਂ ਨੂੰ ਪੰਜਾਬੀ ਐਨਪੀਏ ਦਾ ਮਤਲਬ ਹੁੰਦਾ ਨਹੀਂ, ਮੈਂ ਪੰਜਾਬੀ ਚ ਟ੍ਰਾਂਸਲੇਟ ਕਰ ਦੇਣਾ ਨਾ। ਨਾਨ ਪਰਫਾਰਮਿੰਗ ਅਸੈਟਸ ਕੀ ਹੈ? ਬੇਸਿਕਲੀ ਉਹ ਪੈਸਾ ਜਿਹੜੇ ਧਨਾੜ ਲੋਕਾਂ ਨੇ ਲੈ ਲਿਆ ਤੇ ਵਾਪਸ ਨਹੀਂ ਦਿੱਤਾ। ਇਸੇ ਨੂੰ ਐਨਪੀਏ ਕਹਿੰਦੇ ਨਹੀਂ। ਬਿਲਕੁਲ ਠੀਕ ਹੈ। 5.5 ਲੱਖ ਕਰੋੜ ਰੁਪਇਆ ਅਸੀਂ 2018 ਚ ਹੀ ਰਾਈਟ ਆਫ ਕੀਤਾ ਹੈਗਾ। ਪਿਛਲੇ ਸਾਲ ਦਾ 2019 ਵਿੱਚ ਦੇਖੀਏ ਤਾਂ ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਅਸੀਂ 80,000 ਕਰੋੜ ਰੁਪਇਆ ਹੋਰ ਮਾਫ ਕੀਤਾ ਉਹਨਾਂ ਦਾ। ਉਹਦੇ ਬਾਵਜੂਦ ਵੀ ਅੱਜ ਤਕਰੀਬਨ 9 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਰ ਖੜਾ ਹੈਗਾ, ਯਾਨੀ ਜਿਹਨੂੰ ਬੈਡ ਲੋਨ ਕਹਿੰਦੇ ਆ, ਖੜਾ ਹੈਗਾ। ਇਹ ਸਾਰਾ ਤੁਸੀਂ 3 ਲੱਖ ਕਰੋੜ ਦੀ ਗੱਲ ਕਰ ਰਹੇ ਸੀਗੇ ਕਿ ਰੈਵਨਿਊ ਸ਼ਾਰਟਫਾਲ ਹੈਗਾ, ਅਸੀਂ ਇੱਥੇ 5.5 ਲੱਖ ਕਰੋੜ ਮਾਫ ਕਰਤਾ ਹੈਗਾ, 80,000 ਕਰੋੜ ਰੁਪਏ ਮਾਫ ਕਰਤਾ। ਬਲਕਿ ਟੋਟਲ ਅਗਰ ਪਿਛਲੇ 10 ਸਾਲਾਂ ਵਿੱਚ ਦੇਖੀਏ ਤਾਂ 7 ਲੱਖ ਕਰੋੜ ਰੁਪਏ ਅਸੀਂ ਮਾਫ ਕਰ ਚੁੱਕੇ ਹਾਂ। ਹੁਣ ਤਾਂ ਤੁਹਾਨੂੰ ਦੱਸਣਾ ਹੀ ਬੰਦ ਕਰਤਾ ਸੀ, ਉਹ ਪਾਉਂਦੇ ਹੀ ਨਹੀਂ, ਹੁਣ ਡਾਟੇ 'ਚ ਹੀ ਨਹੀਂ ਪਾਉਂਦੇ। ਤੁਹਾਨੂੰ ਦੱਸਣਾ ਮੈਂ ਕਿ 7 ਲੱਖ ਕਰੋੜ ਰੁਪਏ ਅਸੀਂ ਮਾਫ ਕੀਤਾ ਪਿਛਲੇ 10 ਸਾਲਾਂ ਵਿੱਚ, ਔਰ ਉਹ 10 ਸਾਲ 7 ਲੱਖ ਕਰੋੜ ਰੁਪਏ ਅਗਰ ਸਾਡੇ ਕੋਲ ਹੁੰਦਾ ਤਾਂ ਤੁਸੀਂ ਦੇਖੋ ਸਾਡੀ ਇਕਨੋਮੀ ਕਿੱਥੇ ਹੁੰਦੀ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ 3 ਲੱਖ ਜਿਹੜਾ ਸ਼ਾਰਟਫਾਲ ਕਹਿ ਰਹੇ ਹੈਗੇ ਕਿ ਰੈਵਨਿਊ ਦਾ ਹੋਇਆ ਹੈਗਾ, ਤੁਸੀਂ ਦੇਖੋ ਅਸੀਂ ਕਿੰਨਾ ਰਾਈਟ ਆਫ ਕੀਤਾ ਹੈਗਾ। ਔਰ ਹੁਣ ਵੀ 8-9 ਲੱਖ ਕਰੋੜ ਰੁਪਏ ਜਿਹੜਾ ਕਰਜ਼ਾ ਬੈਡ ਲੋਨ ਹੈਗਾ ਉਹਦੇ ਵਿੱਚੋਂ ਅੱਧਾ ਤੋਂ ਜ਼ਿਆਦਾ ਹੈਗਾ ਉਹ ਰਾਈਟ ਆਫ ਹੋਏਗਾ। ਕਹਿਣ ਦਾ ਮਤਲਬ ਇਹ ਹੈ ਕਿ ਜੇ ਇਹ ਜਿਹੜਾ ਇਹ ਬਲੈਕ ਹੋਲ ਹੈ ਅਸੀਂ ਉਹਨੂੰ ਹੋਰ ਦੇਈ ਜਾਂਦੇ ਹਾਂ। ਹਾਂਜੀ, ਇਹ ਸਿਸਟਮੈਟਿਕ ਕਦ ਹੋਏਗਾ ਜਿਹੜਾ ਉਹ ਪੈਸੇ ਦਾ ਪ੍ਰਬੰਧ ਕਰ ਰਹੇ ਨੇ ਕਿ ਉਹਨਾਂ ਨੇ ਹੁਣ ਕਿਹਾ ਅਸੀਂ ਉਹਨਾਂ ਨੇ ਡਿਸਇਨਵੈਸਟਮੈਂਟ ਵਾਲੇ ਪਾਸੇ ਨੂੰ ਜਾਣਾ। LIC ਦਾ ਜ਼ਿਕਰ ਕੀਤਾ ਗਿਆ, ਬੜਾ ਇਟ ਵਾਜ਼ ਅ ਹੌਟ ਬਟਨ ਇਸ਼ੂ ਹੈ। LIC ਨੂੰ ਹੱਥ ਲਾਉਂਦਿਆਂ ਮਤਲਬ ਬਹੁਤ ਸਾਰੇ ਲੋਕ ਉਛਲ ਪੈਂਦੇ ਨੇ। ਮੈਂ 에ਅਰ ਇੰਡੀਆ ਨੂੰ ਹੱਥ ਲਾਉਂਦਿਆਂ ਉਛਲਦਿਆਂ ਦੇਖਦੇ ਹਾਂ ਆਪਣੀ ਜਵਾਨੀ ਬਿਤਾ ਦਿੱਤੀ ਹੈ। 에ਅਰ ਇੰਡੀਆ ਨੇ ਡਿਸਇਨਵੈਸਟ ਹੋਣਾ ਸੀ। ਜਿਸ ਜ਼ਮਾਨੇ 'ਚ ਅਰੁਣ ਸ਼ੌਰੀ ਹਰੀ ਫਟਾਫਟ ਉਹ ਡਿਸਇਨਵੈਸਟਮੈਂਟ ਕਰਦੇ ਸੀ। ਯਾਦ ਹੈ ਤੁਹਾਨੂੰ? ਸੈਂਟੂਰ ਹੋਟਲ ਸਾਡੇ ਸਾਹਮਣੇ ਕਿਵੇਂ ਵਿਕਦੇ ਸੀਗੇ, ਬਾਲਕੋ ਵਿਕੀ, ਐਲੂਮੀਨੀਅਮ ਦੀਆਂ ਕੰਪਨੀਆਂ ਵਿਕੀਆਂ। ਹੁਣ ਇਹ ਦੱਸੋ ਕਿ 2 ਥਿੰਗਸ, ਇੱਕੋ ਕਹਿੰਦੇ ਨੇ ਕਿ ਅਸੀਂ ਸਮ 2 ਲੱਖ ਕਰੋੜ, ਉਹਨਾਂ ਨੇ ਕਿਹਾ 2.1 ਲੱਖ ਕਰੋੜ ਦੇ ਆਸ-ਪਾਸ ਉਹ ਕਰਨਗੇ ਇਨਵੈਸਟਮੈਂਟ, ਟੋਟਲ ਜੇ ਕਰਨਗੇ ਤਾਂ ਉਹਦੇ 'ਚ 66,000 ਕਰੋੜ ਉਹਨਾਂ ਨੇ ਵਿੱਚ ਪਾਇਆ। ਬਾਕੀ ਕਿੱਥੋਂ ਆਏਗਾ? LIC ਦੇ ਅੰਦਰ ਇੰਨੇ ਘਪਲੇ ਨੇ, ਆਈ ਐਮ ਬੀਇੰਗ ਵੈਰੀ ਪਲੇਨ ਅਬਾਊਟ ਇਟ। LIC ਜੋ ਜਹਾਨ ਦਾ ਮਾੜਾ ਐਸੈਟ ਹੁੰਦਾ ਸੀ ਉਹ LIC ਖਰੀਦ ਲੈਂਦੀ ਸੀ ਕਿਉਂਕਿ ਸਰਕਾਰ ਦਾ ਆਪਣਾ ਘਰ ਸੀਗਾ ਵੀ ਇਹਦੇ ਵਿੱਚ ਦੇ ਦਿਓ, ਉਸਦੇ ਕਾਰਪੇਟ ਦੇ ਥੱਲੇ ਜਾਂਦੇ ਰਹੇ। ਜਦੋਂ ਹੁਣ LIC ਵੇਚਣੀ ਹੋਵੇਗੀ, ਜੇ ਡਿਸਇਨਵੈਸਟਮੈਂਟ ਹੋਏਗੀ ਤਾਂ ਫਿਰ ਸਾਰੇ ਆਡਿਟਸ ਹੋਣਗੇ, ਉਹ ਸਭ ਕੁਝ ਨਿਕਲ ਕੇ ਬਾਹਰ ਆਏਗਾ ਐਂਡ ਗ੍ਰੈਨੂਲਰ ਡਾਟਾ ਬਾਹਰ ਆਏਗਾ। ਇਹਦਾ ਮਤਲਬ ਹੈ ਕਿ LIC ਵੇਚਣ ਤੋਂ ਪਹਿਲਾਂ ਵੀ ਬਹੁਤ ਕੁਝ ਅੰਦਰੋਂ ਕਲੀਨ ਅਪ ਐਕਟ ਹੋਏਗਾ, ਵਿੱਚ ਮੈਂ ਕੋਈ ਹੋਰ LIC ਵਰਗਾ ਫੜਿਆ ਜਾਏਗਾ ਵੀ ਤੂੰ ਭਾਈ ਇਹ ਖਰੀਦ ਲੈ, ਤੂੰ ਭਾਈ ਇਹ ਖਰੀਦ ਲੈ, ਕੋਈ ਸਟੇਟ ਬੈਂਕ ਆਫ ਇੰਡੀਆ ਨੂੰ ਕੁਝ ਫੜਾ ਦਿੱਤਾ ਜਾਏਗਾ। ਬਹੁਤ ਕੁਝ ਇਹਦੇ ਵਿੱਚੋਂ ਮਾੜਾ ਵੀ ਬਾਹਰ ਆਏਗਾ ਤੇ LIC ਤੋਂ ਵੀ ਰੈਜ਼ਿਸਟੈਂਸ ਆਏਗਾ। ਤੇ ਇਹ ਜਿਹੜਾ ਸਿਸਟਮ ਬਣ ਗਿਆ ਡਿਸਇਨਵੈਸਟਮੈਂਟ ਦਾ, ਯੂ ਥਿੰਕ ਇਹ ਟਾਰਗੇਟ ਆਪਣੇ ਆਪ ਦੇ ਵਿੱਚ ਬਹੁਤ ਐਂਬੀਸ਼ੀਅਸ ਨਹੀਂ ਹੈ? ਪਿਛਲੇ ਸਾਲ ਕਿੰਨਾ ਕੁ ਡਿਸਇਨਵੈਸਟਮੈਂਟ ਹੋ ਗਈ? CAG ਦੀ ਇੱਕ ਰਿਪੋਰਟ ਆਈ ਹੈ ਦਸੰਬਰ ਵਿੱਚ, ਉਹਦੀ ਚਰਚਾ ਨਹੀਂ ਹੋਈ ਦੇਸ਼ ਵਿੱਚ। CAG ਨੇ ਸਵਾਲ ਪੁੱਛਿਆ ਸਰਕਾਰ ਤੇ ਕਿ ਜਿਹੜਾ ਤੁਸੀਂ ਡਿਸਇਨਵੈਸਟਮੈਂਟ ਕਰ ਰਹੇ ਹੋ ਉਹਦੇ ਉੱਪਰ ਸਾਡਾ ਸਵਾਲ ਹੈ ਕਿ ਜਿਹੜਾ ਬੇਸਿਕ ਆਬਜੈਕਟਿਵ ਹੈ ਤੁਹਾਡਾ ਡਿਸਇਨਵੈਸਟਮੈਂਟ ਦਾ ਉਹ ਐਡਰੈਸ ਨਹੀਂ ਹੁੰਦਾ। CAG ਦੱਸਦੇ, CAG ਹੁੰਦਾ ਜਿਹੜਾ ਸਰਕਾਰ ਦੇ ਉੱਤੇ ਥਾਣੇਦਾਰ ਮੁਨਸ਼ੀ ਲੱਗਾ ਹੋਇਆ, ਜਿਹੜਾ ਸਰਕਾਰ ਦੇ ਸਾਰੇ ਵਹੀ ਖਾਤੇ ਚੈੱਕ ਕਰਦਾ ਹੈ ਕਿ ਕਿਤੇ ਡਾਟੇ 'ਚ ਕੋਈ ਘਪਲਾ ਤਾਂ ਨਹੀਂ, ਐਵੇਂ ਇੱਧਰ ਉੱਧਰ ਕੋਈ 1-2 ਸਿਫਰਾਂ ਫਾਲਤੂ ਤਾਂ ਨਹੀਂ ਲਾ ਦਿੱਤੀਆਂ, ਜਾਂ ਡਿਪਾਰਟਮੈਂਟ ਨੇ ਕੋਈ 25,000 ਦੀ ਚੀਜ਼ 25 ਕਰੋੜ 'ਚ ਤਾਂ ਨਹੀਂ ਖਰੀਦ ਲਈ। ਇਹ ਸਭ ਕੁਝ ਵੀ ਹੁੰਦਾ ਸਰਕਾਰਾਂ 'ਚ ਜੀ। ਉਹ ਜਿਹੜਾ CAG ਦੀ ਅਗਰ ਰਿਪੋਰਟ ਪੜ੍ਹ ਲਈ ਹੈ ਤਾਂ ਉਹ ਪਹਿਲੇ ਜਿਹੜੇ ਡਿਸਇਨਵੈਸਟਮੈਂਟ ਹਾਲੇ ਤੱਕ ਹੋਈਆਂ ਉਹਦੇ ਉੱਪਰ ਵੀ ਉਹ ਕੁਐਸਚਨ ਰੇਜ਼ ਕਰਦਾ ਹੈਗਾ। ਲੇਕਿਨ ਇੰਟਰਸਟਿੰਗ ਗੱਲ ਇੱਕ ਹੋਰ ਦੇਖੋ, ਤੁਸੀਂ LIC ਦੀ ਗੱਲ ਕੀਤੀ ਹੈ। LIC ਮੇਰਾ ਮੰਨਣਾ ਹੈਗਾ ਕਿ ਲੋਕਾਂ ਦਾ ਬਹੁਤ ਵਿਸ਼ਵਾਸ ਹੈ LIC ਵਿੱਚ। ਸਰਕਾਰ ਨੇ ਡੈਲੀਬਰੇਟਲੀ ਉਹਨੂੰ ਕਿਤੇ ਨਾ ਕਿਤੇ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਉਹਦੇ ਵਿੱਚੋਂ ਲੈ ਕੇ ਕਈ ਕੰਪਨੀਆਂ ਨੂੰ ਦੇਣਾ, ਜਿਹੜਾ ਬੈਡ ਐਸੈਟ ਹੈ ਖਰੀਦਣਾ, ਇਹ ਸਾਰਾ ਜਿਹੜੇ ਈਵਨ IDBI ਨੂੰ ਵੀ ਪ੍ਰਾਈਸ ਡਿਪਰੈਸ਼ਨ ਵੀ ਹੋਏਗਾ ਮਾਰਕੀਟ 'ਚ, LIC ਦਾ ਵੀ ਉਹ ਜਿਹੜਾ ਡਿਪਰੈਸ ਹੋ ਜਾਏਗਾ ਇਮੀਡੀਏਟਲੀ। ਉਹ ਅੱਛੀ ਖਾਸੀ ਪ੍ਰੋਫਿਟ ਅਰਨਿੰਗ ਬੋਡੀ ਸੀਗੀ, ਉਹਨੂੰ ਅਸੀਂ ਲੂਜ਼ ਕੀਤਾ ਔਰ ਹੁਣ ਅਸੀਂ ਕਹਿੰਦੇ ਹਾਂ ਅਸੀਂ ਵੇਚ ਦੇਣਾ ਹੈਗਾ ਜਾਂ ਆਪਣੇ ਪੈਸਾ ਚਾਹੀਦਾ ਹੈਗਾ। ਲੇਕਿਨ ਲੋਕਾਂ ਦਾ ਵਿਸ਼ਵਾਸ ਜਿਹੜਾ ਸੀਗਾ ਅੱਜ LIC ਤੇ ਹੈ। ਅੱਜ ਉਹ ਵੀ ਅਗਰ ਕੰਪਨੀ ਉਹੀ ਮਾਰਕੀਟ ਓਰੀਐਂਟਡ ਹੋ ਜਾਏਗੀ ਤਾਂ ਲੋਕਾਂ ਦਾ ਇੱਕ ਜਿਹੜਾ ਬਹੁਤ ਬੜਾ ਇੱਕ ਵਿਸ਼ਵਾਸ ਸੀਗਾ, ਬਹੁਤ ਬੜਾ ਬ੍ਰਾਂਡ ਹੈਗਾ ਔਰ ਬੜਾ ਫੇਥ ਵੀ ਸੀਗਾ ਲੋਕਾਂ ਦਾ। ਮੈਂ ਇੱਕ ਸਵਾਲ ਛੱਡ ਕੇ ਤੁਹਾਨੂੰ ਬ੍ਰੇਕ ਤੇ ਜਾ ਰਿਹਾ ਹਾਂ, ਸਵਾਲ ਕਿਉਂਕਿ ਉਹ ਕਹਿੰਦੇ ਨੇ
ਕਿ ਭਾਈ ਔਰ ਇਕਨੋਮਿਕ ਸਰਵੇ ਤੁਸੀਂ ਕਿਹਾ ਰਾਸ਼ਟਰਪਤੀ ਦਾ ਸਪੀਚ ਤੇ ਫਾਈਨੈਂਸ ਮਿਨਿਸਟਰ ਦੀ ਮਤਲਬ ਉਹ 2.5 ਘੰਟੇ ਤੋਂ ਘੱਟ ਤਾਂ ਕੁਝ ਹੁੰਦਾ ਹੀ ਨਹੀਂ ਅੱਜ ਕੱਲ੍ਹ ਸਾਡੇ ਦੇਸ਼ 'ਚ। ਇਹਦੇ ਵਿਚਕਾਰ ਇੱਕ ਇਕਨੋਮਿਕ ਸਰਵੇ ਵੀ ਆਇਆ ਸੀ ਇੱਕ ਦਿਨ ਵਿਚਕਾਰ, ਅਸੀਂ ਉਹ ਵੀ ਪੜ੍ਹਿਆ। ਉਹ ਕਹਿੰਦਾ ਵੀ ਸਭ ਕੁਝ ਨਾ ਹੁਣ ਸਾਈਕਲੀਕਲ ਹੁੰਦਾ। ਹਿੰਦੁਸਤਾਨ 'ਚ ਸਾਰੀ ਇਕਨੋਮੀ ਇਸ ਤਰ੍ਹਾਂ ਚੱਲਦੀ ਹੈ ਘਰ ਵਿੱਚ, ਤੇ ਅਸੀਂ ਅੱਜ ਕੱਲ੍ਹ ਟਰਫ ਤੇ ਹਾਂ, ਸਭ ਤੋਂ ਹੇਠਲੇ ਤੇ ਹਾਂ, ਤੇ ਇਸ ਕਰਕੇ ਪਰਮਾਤਮਾ ਸਾਡੇ ਨਾਲ ਹੈ। ਹੁਣ ਇਸ ਤੋਂ ਬਾਅਦ ਜਾਣਾ ਹੀ ਉੱਤੇ ਹੈ, ਇਸ ਕਰਕੇ ਆਪਣੇ ਆਪ ਹੀ ਇਕਨੋਮੀ ਨੇ ਉੱਪਰ ਨੂੰ ਹੀ ਜਾਣਾ ਹੈ। ਹੁਣ ਇਹ ਸਬਕਾ ਸਾਥ ਸਬਕਾ, ਉਹਦੇ 'ਚ ਜਿਹੜਾ ਸਬਕਾ ਵਿਸ਼ਵਾਸ ਸੀ ਉਹਦਾ ਇਹ ਤਾਂ ਨਹੀਂ ਮਤਲਬ ਕਿ ਵਿਸ਼ਵਾਸ ਹੈ ਕਿ ਇਕਨੋਮੀ ਉੱਤੇ ਜਾਵੇਗੀ, ਵਿਸ਼ਵਾਸ ਤੇ ਖੜੇ ਆ ਕਿ ਅੰਕੜੇ, ਬਜਟ, ਆਰਥਿਕਤਾ ਦਾ ਸੱਚ ਇਹਦੇ ਨਾਲ ਹੈ। ਵੀਲ ਟਾਕ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਹਿੰਦੁਸਤਾਨ ਦੇ ਆਏ ਬਜਟ ਬਾਰੇ। ਕੀ ਬਜਟ ਦੇ ਵਿੱਚ ਦੱਸਿਆ ਗਿਆ ਹੈ, ਕੀ ਛੁਪਿਆ ਹੋਇਆ ਹੈ, ਤੇ ਕਿਸ ਨੂੰ ਕੀ ਮਿਲਿਆ ਹੈ। ਮੋਟੇ ਇਹੀ ਸਵਾਲ ਹੁੰਦੇ ਨੇ ਬਜਟ ਬਾਰੇ। ਇਸ ਤੋਂ ਜ਼ਿਆਦਾ ਮੈਨੂੰ ਵੈਸੇ ਸਮਝ ਨਹੀਂ ਆ ਕਿ ਸਵਾਲ ਤੇ ਬਹੁਤ ਜ਼ਿਆਦਾ ਬਰੀਕ ਵੀ ਹੁੰਦੇ ਨੇ, ਪਰ ਮੈਂ ਆਰਥਿਕ ਮਸਲਿਆਂ ਦਾ ਮਾਹਿਰ ਨਹੀਂ, ਪਰ ਉਹ ਮਾਹਿਰ ਮੇਰੇ ਕੋਲ ਜ਼ਰੂਰ ਹੈਗੇ ਨੇ। ਸੋ ਦਵਿੰਦਰ ਸ਼ਰਮਾ ਜੀ, ਇੱਕ ਇਹ ਦੱਸੋ ਕਿ ਜਿਹੜਾ ਉਹ ਕਹਿ ਰਹੇ ਨੇ ਤਾਂ ਕਿ ਇੱਕ ਬਿਲੀਫ ਹੈ, ਇੱਕ ਵਿਸ਼ਵਾਸ ਹੈ ਕਿ ਸਲੋ ਡਾਊਨ ਟੈਂਪਰੇਰੀ ਹੈ। ਦੂਸਰਾ ਇਹ ਵੀ ਕਿ ਹੁਣ ਬਾਟਮ ਆਊਟ ਹੋ ਗਈ ਹੈ, ਇਹ ਹੁਣ ਸਲੋ ਡਾਊਨ ਵਾਲਾ ਫੇਜ਼ ਲੰਘ ਗਿਆ, ਹੁਣ ਤੇ ਇਕਨੋਮੀ ਨੇ ਅੱਗੇ ਹੀ ਜਾਣਾ ਹੈ। ਥੋੜਾ ਉਹਨਾਂ ਨੇ ਕੰਜ਼ਿਊਮਰਸ ਨੂੰ, ਬਿਜ਼ਨਸ ਨੂੰ ਥੋੜਾ ਜਿਹਾ ਨੱਜ ਵੀ ਕੀਤਾ ਕਿ ਭਾਈ ਕੁਝ ਖਰਚਾ ਕਰਨਾ ਸ਼ੁਰੂ ਕਰੋ ਤਾਂ ਕਿ ਇਕਨੋਮੀ ਚੱਲੇ। ਇੱਕ ਇੰਡੀਕੇਸ਼ਨ ਇਹਦੀ ਇਹ ਹੈ ਕਿ ਜਦੋਂ ਤੁਸੀਂ ਉਹ ਜਿਹੜਾ ਇੱਕ ਬੜੀ ਪਵਿੱਤਰ ਜੀ ਚੀਜ਼ ਬਜਟ ਦੇ ਵਿੱਚ ਤਾਂ ਇੱਕੋ ਹੀ ਹੁੰਦੀ ਹੈ ਕਿ ਤੁਹਾਡਾ ਫਿਸਕਲ ਡੈਫਿਸਿਟ ਕਿੱਥੇ ਖੜਾ, ਉਹ ਮੈਨੂੰ ਲੱਗਦਾ ਥੋੜਾ ਜਿਹਾ ਉਹਨਾਂ ਨੇ escape clause ਯੂਜ਼ ਕੀਤੀ ਹੈ, ਕਿਉਂਕਿ ਅੱਧਾ ਕੁ % ਇੱਧਰ ਉੱਧਰ ਕੀਤਾ ਜਾ ਸਕਦਾ ਹੁੰਦਾ, ਤੇ ਉਹ ਹੁਣ 3.8 ਤੱਕ ਉਹ ਖਿੱਚ ਲੈਣਗੇ, ਵਿਚ ਮੀਨਸ ਕੁਝ ਪੈਸਾ ਵਿੱਚ ਆਵੇਗਾ। ਪਰ ਇਹ ਤੁਸੀਂ ਇੰਨੇ ਵਿਸ਼ਵਾਸ ਨਾਲ ਫਾਈਨੈਂਸ ਮਿਨਿਸਟਰ ਕਿਵੇਂ ਕਹਿ ਸਕਦੇ ਨੇ? ਸਾਨੂੰ ਇਹ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਡਿਸਪੋਜ਼ੇਬਲ ਇਨਕਮ ਹੁਣ ਵਧਣਗੀਆਂ ਜਾਂ ਘਟਣਗੀਆਂ? ਜਦੋਂ ਲੋਕਾਂ ਕੋਲ ਐਡੀਸ਼ਨਲ ਕੈਸ਼ ਆਵੇਗਾ ਕਿ ਉਹ ਇਸ ਸਾਰੇ ਨੂੰ ਜਾ ਕੇ ਖਰਚਣਾ ਸ਼ੁਰੂ ਕਰ ਦੇਣਗੇ? ਜੇ ਪ੍ਰਾਈਵੇਟ ਕੰਜ਼ੰਪਸ਼ਨ ਡਿਮਾਂਡ ਬਹੁਤ ਜ਼ਿਆਦਾ ਸਬਸਟੈਂਸ਼ੀਅਲੀ ਨਹੀਂ ਵਧਦੀ, ਫਿਰ ਕੀ ਹੋਵੇਗਾ? ਜੇ ਸਰਕਾਰ ਜਿਹੜੇ ਬਜਟਡ ਰੈਵਨਿਊਜ਼ ਨੇ ਕਿ ਸਾਨੂੰ ਕਿੰਨਾ ਪੈਸਾ ਆਵੇਗਾ, ਜੇ ਉਹਨਾਂ ਨੂੰ ਟੈਕਸ ਰਿਸੋਰਸਿਸ ਤੋਂ ਜਾਂ ਨਾਨ ਟੈਕਸ ਤੋਂ ਜੇ ਉਹ ਨਹੀਂ ਵਧਦੇ, ਕਿਉਂਕਿ ਅਸੀਂ ਇਹ ਪਹਿਲਾਂ ਹੁੰਦਿਆਂ ਦੇਖ ਲਿਆ, ਤੇ ਜੇ ਡਿਸਇਨਵੈਸਟਮੈਂਟ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਜੇ ਉਸ ਤਰੀਕੇ ਨਾਲ ਨਹੀਂ ਹੁੰਦੀ, ਪਿਛਲੇ ਸਾਲ 66,000 ਕਰੋੜ ਮਿਲਿਆ ਸੀਗਾ ਤੇ ਹੁਣ 2 ਲੱਖ ਕਰੋੜ ਤੋਂ ਉੱਤੇ ਦਾ ਰੱਖ ਲਿਆ ਟਾਰਗੇਟ, ਜੇ ਇਹ ਸਾਰਾ ਕੁਝ ਨਹੀਂ ਹੁੰਦਾ, ਹਾਊ ਡੂ ਵੀ ਨੋ? ਇੰਨਾ ਵਿਸ਼ਵਾਸ ਕਿਉਂ ਹੈ ਕਿ ਅੱਗੇ ਰੋਸ਼ਨ ਹੈ ਰਸਤਾ? ਦੇਖੋ, ਤੁਸੀਂ ਅਗਰ ਫਿਸਕਲ ਡੈਫਿਸਿਟ ਦੀ ਪਹਿਲੇ ਗੱਲ ਕੀਤੀ ਸੀਗੀ, ਫਿਸਕਲ ਡੈਫਿਸਿਟ ਸਮਝਦੇ ਆ ਲੋਕੀ ਕਿ ਬਈ ਜਿਹੜਾ ਬਈ ਖਾਤਾ ਵਿੱਚ ਘਾਟਾ ਹੈਗਾ, ਹਾਂਜੀ, ਉਹ ਜਿਹੜਾ ਘਾਟਾ ਹੈਗਾ ਫਿਸਕਲ ਡੈਫਿਸਿਟ ਦਾ, ਸਰਕਾਰ ਕਹਿੰਦੀ ਹੈ ਕਿ ਅਸੀਂ 3.8% ਤੇ ਲੈ ਕੇ ਆਏ, 3.8% ਹੈਗਾ। ਇਹ ਕਾਇਦੇ ਨਾਲ 3.3% ਹੋਣਾ ਚਾਹੀਦਾ ਹੈਗਾ, ਹਾਂਜੀ, ਔਰ ਇਹ 5.05 ਦਾ ਉਹਨਾਂ ਨੇ ਕਿਹਾ ਕਿ ਪ੍ਰੋਵੀਜ਼ਨ ਸੀਗਾ, ਔਰ ਜੋ ਕੋਈ ਸੈਕਰੋਸੈਂਟ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਇੱਕ ਪੱਕਾ ਲਕਸ਼ਮਣ ਰੇਖਾ ਬਣਾ ਲਈਏ ਕਿ ਜੋ ਅਸੀਂ ਕ੍ਰਾਸ ਨਹੀਂ ਕਰ ਸਕਦੇ। ਆਫਟਰ ਆਲ 2008-2009 ਜਦ ਗਲੋਬਲ ਕ੍ਰਾਈਸਿਸ ਹੋਇਆ ਸੀਗਾ, ਉਸ ਟਾਈਮ ਵੀ ਸਾਡਾ ਫਿਸਕਲ ਡੈਫਿਸਿਟ 6% ਗਿਆ ਸੀਗਾ, ਔਰ ਉਹਦੇ ਨਾਲ ਸਾਡਾ ਅਗਲੇ ਸਾਲ ਦੀ ਗਰੋਥ ਠੀਕ ਹੋਈ ਸੀਗੀ। ਕਹਿਣ ਦਾ ਮਤਲਬ ਹੈ ਕਿ ਉਹ ਇੱਕ ਅਪਰੋਚ ਹੈ ਜੋ ਸਰਕਾਰ ਨੇ ਨਹੀਂ ਅਟੈਂਪਟ ਕੀਤੀ ਹੈ। ਲੇਕਿਨ ਇੱਕ ਬੜਾ ਇੰਟਰਸਟਿੰਗ ਹੈ ਕਿ ਜਿਹੜਾ ਮੋਸਟਲੀ ਤੁਸੀਂ ਦੇਖਦੇ ਹੋ ਜਿਹੜਾ ਫਿਸਕਲ ਡੈਫਿਸਿਟ ਗਿਣਦੇ ਆ, ਉਹਦੇ ਵਿੱਚ ਕੁਝ ਚੀਜ਼ਾਂ ਐਸੀਆਂ ਹੈਗੀਆਂ ਜਿਹੜੀ ਬਾਹਰ ਹੈਗੀਆਂ, ਜਿਹੜੀ ਬੋਰਿੰਗਸ ਜਿਹਨੂੰ ਕਹਿੰਦੇ ਆ ਅਸੀਂ ਆਫ ਬਜਟ ਬਾਹਰੋਂ ਲੈਂਦੀ ਹੈ, ਜਿਸ ਤਰ੍ਹਾਂ FCI ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਫੂਡ ਕਾਰਪੋਰੇਸ਼ਨ ਪੰਜਾਬ ਵਾਲੇ ਸਭ ਜਾਣਦੇ ਕਿਉਂਕਿ FCI ਪ੍ਰੋਕਿਓਰ ਕਰਦੀ ਹੈ ਵੀਟ ਐਂਡ ਪੈਡੀ, ਹੈ ਨਾ। ਉਹ FCI ਕੋਲ ਤਕਰੀਬਨ ਇਸ ਸਮੇਂ ਜਿਹੜੀ ਉਹਨਾਂ ਦੀ 1.91 ਲੱਖ ਕਰੋੜ, ਇੱਕ ਲੱਖ ਮਤਲਬ ਕਿੰਨਾ ਹੋ ਗਿਆ, 1.91 ਲੱਖ ਕਰੋੜ ਜਿਹੜਾ ਹੈਗਾ ਉਹ ਬਾਹਰੋਂ ਲਿਆ ਹੋਇਆ ਸਰਕਾਰ ਨੇ, ਔਰ ਬਜਟ ਵਿੱਚ ਨਹੀਂ ਦਰਸਾਇਆ ਹੋ। ਤੇ ਇਹ ਜੇ ਸਕੋਪ ਜਿਹੜੇ ਹੈਗੇ ਸਰਕਾਰਾਂ ਕੋਲ ਹੁੰਦੇ ਆ, ਜਿਹਨਾਂ ਨਾਲ ਉਹ ਵਹੀ ਖਾਤੇ ਵਿੱਚ ਉਥਲ ਪੁਥਲ ਕਰਦੇ ਰਹਿੰਦੇ ਹੈਗੇ। ਲੇਕਿਨ ਇੰਪੋਰਟੈਂਟ ਗੱਲ ਇਹ ਹੈਗੀ ਹੈ, ਜੋ ਤੁਸੀਂ ਕਿਹਾ ਕਿ ਅਗਰ ਇਹ ਨਹੀਂ बढ़ता ਹੈਗਾ, ਡਿਮਾਂਡ ਨਹੀਂ ਜਨਰੇਟ ਹੁੰਦੀ ਹੈ, ਔਰ ਆਪਣਾ ਜੋ ਤੁਸੀਂ ਕਿਹਾ ਕਿ ਇਨਵੈਸਟਮੈਂਟ ਵੀ ਨਹੀਂ बढ़ती ਹੈ, ਤਾਂ ਲਾਜ਼ਮੀ ਹੈ ਕਿ ਸਲੋ ਡਾਊਨ ਤੋਂ ਅਸੀਂ ਫਿਰ ਰਿਸੈਸ਼ਨ ਵਿੱਚ ਜਾਵਾਂਗੇ। ਔਰ ਕਈ ਇਕੋਨੋਮਿਸਟ ਨੇ ਇਹ ਕਿਹਾ ਵੀ ਹੈਗਾ ਕਿ ਵੀ ਆਰ ਆਲਰੇਡੀ ਸਲਾਈਡਿੰਗ ਇਨਟੂ ਰਿਸੈਸ਼ਨ, ਜਿਸ ਤਰ੍ਹਾਂ ਨੋਬਲ ਲੌਰੀਏਟ ਅਭਿਜੀਤ ਬੈਨਰਜੀ ਨੇ ਉਹਨਾਂ ਨੇ ਸਾਫ਼ ਕਿਹਾ ਹੈਗਾ ਕਿ ਵੀ ਆਰ ਇਨਟੂ ਰਿਸੈਸ਼ਨ। ਔਰ ਆਈ ਥਿੰਕ ਨਾਓ ਐਵਰੀਵਨ ਐਗਰੀਜ਼, ਬਜਟ ਵਿੱਚ ਭਾਵੇਂ ਉਹ ਸ਼ਬਦ ਨਾ ਵੀ ਵਰਤਿਆ ਜਾਵੇ ਸਲੋ ਡਾਊਨ, ਪਰ ਸਭ ਨੂੰ ਪਤਾ ਹੈ ਕਿ ਅਸੀਂ ਸਲੋ ਡਾਊਨ ਦੇ ਵਿੱਚ ਹੈਗੇ ਹਾਂ। ਤੇ ਜਿਹੜੇ ਇੰਡੀਅਨ ਐਕਸਪ੍ਰੈਸ ਨੇ ਵੀ ਆਪਣੇ ਐਡੀਟੋਰੀਅਲ ਵਿੱਚ ਅੱਜ ਲਿਖਿਆ ਕਿ ਇਸ ਤਰੀਕੇ ਦੇ ਨਾਲ ਇੱਕ ਤਰੀਕੇ ਨਾਲ ਇੱਕ ਐਡਮਿਸ਼ਨ ਤਾਂ ਸਰਕਾਰ ਵੱਲੋਂ ਹੈ ਹੀ ਹੈ। ਜਦੋਂ ਤੁਸੀਂ ਬਿਗ ਬੈਂਗ ਬਜਟ ਨਹੀਂ ਲਿਆਂਦੇ, ਇਹਦਾ ਮਤਲਬ ਹੈ ਕਿ ਤੁਸੀਂ ਸਮਝ ਰਹੇ ਹੋ ਕਿ ਜ਼ਿਆਦਾ ਜਗ੍ਹਾ ਨਹੀਂ ਹੈ। ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਹੈ, ਤੁਸੀਂ ਬਿਗ ਬੈਂਗ ਦਾ ਨਾਂ ਲਿਆ ਤਾਂ ਮੈਨੂੰ ਯਾਦ ਆਇਆ, ਉਹੀ ਬੋਲਦੇ ਨੇ ਜੀ ਬਿਗ ਬੈਂਗ, ਇਹ ਤਾਂ ਉਹਨਾਂ ਦੇ ਹੀ। ਸ਼ੇਖਰ ਗੁਪਤਾ ਜੀ ਦਾ ਇੱਕ ਆਰਟੀਕਲ ਆਇਆ, ਮੈਨੂੰ ਬੜਾ ਮਤਲਬ ਅੱਛਾ ਲੱਗਿਆ ਪੜ੍ਹਨ ਵਾਸਤੇ। ਉਹ ਇਹ ਕਹਿੰਦੇ ਹੈ ਸ਼ੇਖਰ ਗੁਪਤਾ ਜੀ ਕਿ ਅਗਰ ਤੁਸੀਂ ਮੋਦੀ ਸਰਕਾਰ ਦਾ ਸਿਸਟਮ ਦੇਖਦੇ ਹੋ ਤਾਂ ਉਹਦੇ ਵਿੱਚ ਬਿਗ ਬੈਂਗ ਬਜਟ ਕਦੀ ਨਹੀਂ ਆਏਗਾ, ਕਿਉਂਕਿ ਉਹਨਾਂ ਨੇ ਬੜਾ ਅੱਛਾ ਆਰਗੂਮੈਂਟ ਦਿੱਤਾ ਹੈ ਲੋਕਾਂ ਵਾਸਤੇ ਹੈ ਕਿ ਵੀ ਠੀਕ ਹੈ ਕਿ ਨਹੀਂ ਹੈ। ਲੇਕਿਨ ਉਹ ਕਹਿੰਦੇ ਹੈ ਕਿ ਸਰਕਾਰ ਚਾਹੁੰਦੀ
ਕਿ ਪੀਰੀਓਡਿਕਲੀ ਸਾਲ ਦੇ ਵਿੱਚ ਉਹ ਬਿਗ ਬੈਂਗ ਆਪਣੇ ਅਨਾਉਂਸਮੈਂਟ ਕਰਦੇ ਰਹਿਣ, ਉਹ ਇੱਕੋ ਵਾਰੀ ਇੰਟਰਸਟਿੰਗ। ਇੰਡੀਅਨ ਐਕਸਪ੍ਰੈਸ ਕਹਿ ਰਹੀ ਹੈ ਕਿ ਨਿਰਮਲਾ ਸੀਤਾਰਮਨ ਜੀ ਨੂੰ ਕ੍ਰੈਡਿਟ ਦਿਓ ਕਿ ਉਹਨਾਂ ਨੇ ਬਹੁਤਾ ਕੁਝ ਕਰਨ ਦਾ ਯਤਨ ਨਹੀਂ ਕੀਤਾ। ਜੀ ਜੀ, ਕਿਉਂਕਿ ਉਹ ਕਰਨ ਦੇ ਨਾਲ ਵੀ ਨੁਕਸਾਨ ਹੋ ਸਕਦਾ ਸੀ। ਤੁਸੀਂ ਦੋਨਾਂ ਗੱਲਾਂ ਨੂੰ ਦੇਖ ਕੇ ਮਿਲਾ ਕੇ ਦੇਖੋ, ਤੁਸੀਂ ਬੜਾ ਕਲੀਅਰ ਹੈ। ਇੱਕ ਤੁਸੀਂ ਫਿਸਕਲ ਡੈਫਿਸਿਟ ਦੀ ਗੱਲ ਕੀਤੀ ਹੈ, ਮੈਨੂੰ ਲੱਗਦਾ ਇੱਕ ਤਾਂ ਇਹ ਲੋਕਾਂ ਨੂੰ ਪਤਾ ਹੋਵੇਗਾ ਫਿਸਕਲ ਡੈਫਿਸਿਟ ਨਾਰਮਲੀ ਲੋਕ ਸਮਝਦੇ ਨੇ, ਆਈ ਐਮ ਨਾਟ ਵੈਰੀ ਸ਼ੋਰ, ਕਿਉਂਕਿ ਵਿੱਤੀ ਘਾਟਾ ਲੋਕ ਸਮਝਦੇ, ਵਿੱਤੀ ਘਾਟਾ ਮੈਨੂੰ ਲੱਗਦਾ ਸਮਝ ਦਿੰਦੇ ਹੁਣ ਅੱਜ ਕੱਲ੍ਹ ਵਹੀ ਖਾਤੇ ਵਿੱਚ ਜਿਹੜਾ ਕਿੰਨਾ ਆਇਆ ਔਰ ਕਿੰਨਾ ਗਿਆ। ਨੈਟ ਬੋਰਿੰਗਸ ਸਰਕਾਰ ਦੀਆਂ ਮਾਰਕੀਟ ਤੋਂ ਕਿੰਨੀਆਂ ਬਚ ਗਈਆਂ, ਮੋਟੇ ਤੌਰ ਤੇ ਇਹਨੂੰ ਫਿਸਕਲ ਡੈਫਿਸਿਟ ਕਹਿੰਦੇ ਨੇ। ਪਰ ਇੱਕ ਦੂਸਰਾ ਡੈਫਿਸਿਟ ਹੈ ਰੈਵਨਿਊ ਡੈਫਿਸਿਟ, ਆਈ ਡੋਨਟ ਨੋ ਪੰਜਾਬੀ ਚ ਆਪਾਂ ਕੀ ਕਹਿ ਸਕਦੇ ਹਾਂ ਰੈਵਨਿਊ ਡੈਫਿਸਿਟ ਨੂੰ। ਇਹ ਗੈਪ ਹੈ ਜਿਹੜਾ ਰੈਵਨਿਊ ਐਕਸਪੈਂਡੀਚਰ ਤੇ ਰੈਵਨਿਊ ਰਿਸਿਟਸ ਦੇ ਵਿੱਚ ਹੈ, ਜਿਹੜੀਆਂ ਤੁਹਾਨੂੰ ਰੈਵਨਿਊ ਤੋਂ ਆਈਆਂ ਨੇ। ਤੇ ਜਿਹੜਾ 20 ਤੇ 21 ਦਾ ਮੈਂ ਦੇਖ ਰਿਹਾ ਸੀਗਾ ਬਜਟ, ਇਹ ਦਿਖਾ ਰਿਹਾ ਕਿ 2 ਸਾਲਾਂ ਦੇ ਵਿੱਚ ਫਿਸਕਲ ਡੈਫਿਸਿਟ ਡਿਕਲਾਈਨ ਕੀਤਾ ਪਰ ਰੈਵਨਿਊ ਡੈਫਿਸਿਟ ਉੱਪਰ ਗਿਆ, ਵਿਚ ਮੀਨਸ ਗਵਰਨਮੈਂਟ ਇਨਕਰੀਜ਼ਿੰਗਲੀ ਜ਼ਿਆਦਾ ਤੋਂ ਜ਼ਿਆਦਾ ਜੋ ਉਹ ਰੈਵਨਿਊ ਐਕਸਪੈਂਡੀਚਰ ਜੋ ਬੋਰੋ ਕਰ ਰਹੀ ਹੈ ਉਸ ਨੂੰ ਯੂਜ਼ ਕਰ ਰਹੀ ਹੈ, ਕੈਪੀਟਲ ਐਕਸਪੈਂਡੀਚਰ ਨਹੀਂ ਹੋ ਰਿਹਾ। ਕੈਪੀਟਲ तो दैट मीन्स स्लो डाउन की होर परिभाषा की होंदी ठीक है, ये स्लो डाउन है। मुश्किल है दविंदर शर्मा जी, मतलब वाई वी आर इन सच अ सीरियस थिंग। एक्सपर्ट्स ਇਹ ਦੱਸ ਰਹੇ ਨੇ ਐਂਡ ਜਿਹੜਾ ਫਿਸਕਲ ਮਲਟੀਪਲਾਇਰਸ ਇਨ ਇੰਡੀਆ, ਮੈਂ ਇਹਨਾਂ ਦੀ ਕਿਤਾਬ ਦੇਖ ਰਿਹਾ ਸੀ, ਸੁਕਨਿਆ ਬੋਸ, ਐਨ ਆਰ ਭਗਮੂਰਤੀ, ਜਿਹੜੀ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਫਾਈਨੈਂਸ ਐਂਡ ਪਾਲਿਸੀ ਦੀ, NIPFP ਵਾਲੇ, ਤੇ ਉਹ ਕੱਲ ਵੀ ਮੈਂ ਉਹਨਾਂ ਨੂੰ TV ਤੇ ਦੇਖ ਰਿਹਾ ਸੀ ਜਿਸ ਵੇਲੇ ਬਜਟ ਆ ਰਿਹਾ ਸੀ। ਉਹ ਵੀ ਇਹ ਗੱਲ ਕਹਿ ਰਹੇ ਸਨ ਕਿ ਜਦੋਂ ਸਰਕਾਰ 100 ਰੁਪਇਆ ਖਰਚ ਕਰਦੀ ਹੈ ਤਾਂ ਮੰਨ ਲਓ ਸਰਕਾਰ ਸੜਕਾਂ ਬਣਾਉਂਦੀ ਹੈ, ਪੁਲ ਬਣਦੇ ਨੇ, ਵੱਡੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੁੰਦੀ ਹੈ, ਤਾਂ ਇਕੋਨਮੀ ਵਿੱਚ 250 ਰੁਪਏ ਆਉਂਦੇ ਨੇ ਜੇ ਸਰਕਾਰ 100 ਰੁਪਇਆ ਖਰਚ ਕਰਦੀ ਹੈ। ਜੇ ਰੈਵਨਿਊ ਵਾਲੀ ਸਾਈਡ ਤੋਂ ਮਤਲਬ ਸੈਲਰੀਜ਼ ਵਗੈਰਾ, ਪਰਕਸ ਵਗੈਰਾ, ਜੇ ਇਹਨਾਂ ਤੇ 100 ਰੁਪਇਆ ਖਰਚ ਕਰਦੀ ਹੈ ਤਾਂ ਇਕੋਨਮੀ ਵਿੱਚ 99 ਰੁਪਏ ਆਉਂਦੇ ਨੇ। ਸੋ ਕੀ ਸਰਕਾਰ ਲਈ ਇਹ ਵੱਡੇ ਲੈਵਲ ਤੇ ਇੰਡੀਕੇਸ਼ਨ ਨਹੀਂ ਸੀ ਕਿ ਉਹ ਭੁੱਲ ਜਾਏ ਇੱਕ ਵਾਰੀ ਫਿਸਕਲ ਡੈਫਿਸਿਟ ਵਾਲੀ ਚੀਜ਼ ਤੋਂ, ਜੰਮ ਕੇ ਪੈਸਾ ਇਹਦੇ ਵਿੱਚ ਸੁੱਟਿਆ ਜਾਵੇ? ਸਰਕਾਰ ਨੇ ਅਜਿਹਾ ਕਿਉਂ ਨਹੀਂ ਕੀਤਾ? ਵਾਈ ਆਰ ਯੂ ਸੇਇੰਗ ਕਿ ਬਿਗ ਬੈਂਗ ਨਹੀਂ ਹੈਗਾ ਤੇ ਚੰਗੀ ਗੱਲ ਹੈ? ਵਾਈ ਸ਼ੇਖਰ ਗੁਪਤਾ ਸੇਇੰਗ ਕਿ ਮੋਦੀ ਸਾਹਿਬ ਦੇ ਹੁੰਦਿਆਂ ਬਿਗ ਬੈਂਗ ਨਹੀਂ ਆਏਗਾ? देयर इज़ नो अदर वे। ਜਾਂ ਤੁਸੀਂ ਬਿਗ ਬੈਂਗ ਸਲੈਜ ਹੈਮਰ ਥਿਊਰੀ ਉਧਰੋਂ ਲਿਆਓ ਜਿਹਦੇ ਨਾਲ ਇਨਵੈਸਟਮੈਂਟ ਆਵੇ, ਤੇ ਜਾਂ ਤੁਸੀਂ ਇਧਰੋਂ ਲਿਆਓ ਜਿਹਦੇ ਨਾਲ ਕੰਜ਼ੰਪਸ਼ਨ ਹੋਵੇ। ਤੁਸੀਂ ਕਿਸ ਚੀਜ਼ ਨੂੰ ਪ੍ਰੇਜ਼ ਕਰ ਰਹੇ ਹੋ, ਕਿਸ ਚੀਜ਼ ਦੀ ਸਿਫਤ? ਸਰਕਾਰ ਦੀ ਅਪਰੋਚ ਕੀ ਹੈ ਉਹ ਤੁਹਾਡੇ ਸਾਹਮਣੇ ਹੈਗਾ, ਲੇਕਿਨ ਇੰਪੋਰਟੈਂਟ ਗੱਲ ਜੋ ਤੁਸੀਂ ਪੁੱਛ ਰਹੇ ਹੋਗੇ ਉਹ ਬੜੀ ਹੈ ਕਿ ਬਈ ਤੁਸੀਂ ਇੱਕ ਮੌਕਾ ਸੀਗਾ ਤੁਹਾਡੇ ਕੋਲ, ਇੱਕ ਮੌਕਾ ਸੀਗਾ ਕਿ ਤੁਸੀਂ ਇਨਵੈਸਟਮੈਂਟ ਕਰਦੇ। ਇਨਵੈਸਟਮੈਂਟ ਕਿਸੇ ਤਰੀਕੇ ਨਾਲ ਹੋ ਸਕਦੀ ਹੈ, ਤੁਸੀਂ ਗਰੀਬ ਆਦਮੀ ਤੋਂ ਸਪੈਸ਼ਲੀ ਹੁਣ ਕਿਉਂਕਿ ਡਿਮਾਂਡ ਕ੍ਰੀਏਟ ਕਰਨੀ ਸੀਗੀ, ਤੁਹਾਡੇ ਕੋਲ ਅਪਰਚੁਨਿਟੀ ਸੀਗੀ, ਤੁਸੀਂ ਕ੍ਰੀਏਟ ਕਰਦੇ। ਤੁਸੀਂ ਭੁੱਲ ਜਾਂਦੇ ਕਿ ਤੁਹਾਡਾ ਫਿਸਕਲ ਡੈਫਿਸਿਟ ਕਿੰਨਾ ਹੋਏਗਾ। ਹਾਂਜੀ, ਅਗਰ 1% 2% ਵੱਧ ਵੀ ਜਾਂਦਾ, ਹੈਵਨਸ ਵੋਂਟ ਹੈਵ ਫਾਲਨ, ਤੁਸੀਂ ਉਹਦੇ ਉੱਪਰ ਇਨਵੈਸਟ ਕਰਦੇ, ਉਹ ਤੁਹਾਡੀ ਡਿਮਾਂਡ ਕ੍ਰੀਏਟ ਹੁੰਦੀ, ਕੰਜ਼ੰਪਸ਼ਨ ਵੱਧਦੀ, ਤੁਹਾਡੀ GDP ਗੈਲਪ ਕਰਨੀ ਸੀ। ਉਹ ਤੁਸੀਂ ਅਪਰੋਚ ਜਿਹੜੀ ਸੀਗੀ ਸਭ ਨੂੰ ਸਮਝ ਆਉਂਦੀ ਕਿ ਉਹ ਹੋਣੀ ਚਾਹੀਦੀ, ਸੈਂਸੀਬਲ ਅਪਰੋਚ ਤਾਂ ਉਹ ਸੀਗੀ, ਲੇਕਿਨ ਕਿਤੇ ਨਜ਼ਰਅੰਦਾਜ਼ੀ ਹੋਈ ਹੈ ਜਾਂ ਕਿਤੇ ਸੋਚ ਕੇ ਚੱਲੇ ਹੈ ਕਿ ਬਈ ਅਸੀਂ ਇਸ ਤਰਫ ਨਹੀਂ ਜਾਣਾ ਹੈਗਾ, ਉਹਦਾ ਰਿਜ਼ਲਟ ਹੁਣ ਸਾਡੇ ਸਾਹਮਣੇ ਆਏਗਾ ਨਾ। ਹੁਣ ਜਿਹੜੀ ਪ੍ਰਾਈਵੇਟ ਕੰਜ਼ੰਪਸ਼ਨ ਹੈ, ਜੇ ਤੁਸੀਂ ਕਹਿ ਰਹੇ ਹੋ ਸਭ ਤੋਂ ਜ਼ਿਆਦਾ ਗ੍ਰਾਮੀਣ ਇਲਾਕਿਆਂ ਦੇ ਵਿੱਚ ਹੈ, ਇਹਦਾ ਮਤਲਬ ਇਹ ਹੈ ਵੀ ਰਿਟੇਲ ਇਨਫਲੇਸ਼ਨ ਤੁਸੀਂ ਕੰਟਰੋਲ ਵਿੱਚ ਰੱਖ ਲਈ ਤਾਂ ਵੀ ਫਾਰਮਰਸ ਦੀ ਪਰਚੇਸਿੰਗ ਪਾਵਰ ਘੱਟ ਹੈ, ਤੁਸੀਂ ਇਧਰੋਂ ਇਨਫਲੇਸ਼ਨ ਵੀ ਕੰਟਰੋਲ ਕਰਦੇ ਰਹੇ। ਹੁਣ ਹਾਲਤ ਇਹ ਹੈ ਕਿ ਅਸੀਂ ਪਹਿਲਾਂ ਤਾਂ ਇੱਕ ਤਾਂ ਇਹਨਾਂ ਵੈਸੇ ਅੰਕੜਿਆਂ ਦਾ ਟਰਸਟ ਡੈਫਿਸਿਟ ਇੰਨਾ ਹੈਗਾ ਵੀ ਮੈਂ ਕੋਟ ਕਰਨ ਤੋਂ ਡਰਦਾ ਵੀ ਕਿਹੜਾ ਅੰਕੜਾ ਕੋਟ ਕਰੋ। ਪਿਛਲੇ ਬਜਟ ਤੱਕ ਤਾਂ ਇਹ ਹਾਲ ਸੀ ਕਿ ਰੀਅਲ GDP ਬਾਰੇ ਡਿਫਰੈਂਸਿਸ ਸੀਗੀ ਆਪਸ ਵਿੱਚ ਕਿ ਤੁਸੀਂ ਕਿਵੇਂ ਕੋਟ ਕੀਤਾ, ਐਟਲੀਸਟ ਨੋਮੀਨਲ GDP ਤੇ ਅਸੀਂ ਐਗਰੀ ਕਰ ਰਹੇ ਸੀਗੇ। ਹੁਣ ਤਾਂ ਉਹਦੇ ਬਾਰੇ ਵੀ ਸ਼ੱਕ ਜਿਹਾ ਹੋ ਗਿਆ ਕਿ ਨੋਮੀਨਲ GDP ਦਾ ਵੀ ਕਿੰਨਾ, ਔਰ ਇਹ ਮੈਂ ਬਜਟ ਬਾਰੇ ਡਿਸਕਸ ਕਰਨ ਲੱਗਾ 10% ਕਿਹਾ ਉਹਨਾਂ ਨੇ। ਹੁਣ ਨੋਮੀਨਲ GDP ਤੇ ਰੀਅਲ GDP ਦਾ ਇੰਨਾ ਕੋ ਡਿਫਰੈਂਸ ਛੇਤੀ ਨਾਲ ਮੰਨ ਲਓ ਵੀ ਨੋਮੀਨਲ GDP ਦੇ ਵਿੱਚੋਂ ਇਨਫਲੇਸ਼ਨ ਦਾ ਰੇਟ ਘਟਾ ਦਿਓ ਤਾਂ ਜੋ ਬਾਕੀ ਬਚਿਆ ਉਹ ਰੀਅਲ GDP ਹੈ। ਸਿੰਪਲ ਜਿਹਾ ਆਪਾਂ ਐਕਸਪਲੇਨ ਕਰ ਲਈਏ। ਹੁਣ ਜਿਹੜੀ ਇਹ ਇਨਫਲੇਸ਼ਨ ਜਿਹੜੀ ਅਰਬਨ ਡਿਮਾਂਡ ਕੋਲੈਪਸ ਕਰ ਰਹੀ ਹੈ, ਜਿਹੜੀ ਰੂਰਲ ਡਿਮਾਂਡ ਕੋਲੈਪਸ ਕਰ ਰਹੀ ਹੈ, ਉਹਦੇ ਤੋਂ ਆਉਂਦਾ ਕਿ ਉਹ ਪਾਰਲੇ ਜੀ ਦਾ ਬਿਸਕੁਟ ਕਿਉਂ ਨਹੀਂ ਵਿਕ ਰਿਹਾ, ਸ਼ੈਂਪੂ ਦੇ ਜਾਂ ਪੁੜੀਆਂ ਕਿਉਂ ਨਹੀਂ ਵਿਕ ਰਹੀਆਂ, ਕਾਰਾਂ ਕਿਉਂ ਨਹੀਂ ਵਿਕ ਰਹੀਆਂ। ਗਵਰਨਮੈਂਟ ਦੀ ਡਿਮਾਂਡ ਉੱਥੇ ਦੀ ਉੱਥੇ ਹੈ। ਯੂ ਅਰਲੀਅਰ ਸੈਡ ਕਿ ਸਰਕਾਰ ਕੋਲ ਬੜੀਆਂ ਆਪਸ਼ਨਸ ਨੇ। ਯੂ ਆਰ ਨਾਟ ਸੇਇੰਗ ਪੈਸਾ ਇੱਥੋਂ ਆਏਗਾ। ਜੇ ਸਰਕਾਰ ਕਹਿੰਦੀ ਹੈ ਡਿਸਇਨਵੈਸਟਮੈਂਟ ਤੇ ਲਿਆਵਾਂਗੇ, ਉਹ ਤੁਸੀਂ ਕਹਿੰਦੇ ਹੋ ਨਹੀਂ ਸਕਣਾ। ਜੇ ਸਰਕਾਰ ਕਹਿੰਦੀ ਹੈ ਕਿ ਕਾਰਪੋਰੇਟ ਲਗਾਵੇਗਾ, ਤੁਸੀਂ ਕਹਿੰਦੇ ਹੋ ਜੀ ਕਾਰਪੋਰੇਟ ਤਾਂ ਬੇਈਮਾਨ ਹੈ। ਮਤਲਬ ਸਰਕਾਰ ਕੀ ਕਰੇ? ਇਹ ਬਜਟ ਲਿਆਉਣਾ ਬੰਦ ਕਰ ਦੇਵੇ। ਮੈਂ ਕਦੀ ਕਦੀ ਸੋਚਦਾ ਇਹ ਅਮਰੀਕਾ ਦਾ ਬਜਟ ਆਉਂਦਾ ਅਸੀਂ ਤਾਂ ਕਦੀ ਡਿਸਕਸ ਨਹੀਂ ਕਰਦੇ, ਇਹ ਇੰਗਲੈਂਡ ਦਾ ਬਜਟ ਆਉਂਦਾ ਇੰਨਾ ਰੌਲਾ ਕਿਉਂ ਨਹੀਂ ਪੈਂਦਾ? ਇਹ ਬਜਟ ਸੱਚਮੁੱਚ ਕੋਈ ਪੱਤਰਕਾਰਾਂ ਵਾਲੀ ਬਣੀ ਹੋਈ ਚੀਜ਼ ਹੈ, ਕੋਈ ਬਲਾਂ ਵੀ ਹੈ ਕਿ ਇਹਦੇ ਵਿੱਚ ਕੁਝ ਬਚਿਆ ਵੀ ਹੈ ਕਿ ਐਵੇਂ ਹੀ ਅਸੀਂ ਇਹ ਡਿਬੇਟ ਹਰ ਸਾਲ ਕਰਦੇ? ਮੈਨੂੰ ਲੱਗਦਾ ਕਿ ਇਹ ਬਜਟ ਦਾ ਡਿਸਕਸ਼ਨ ਸਾਡੇ ਦੇਸ਼ ਵਿੱਚ ਜਿਹੜਾ ਹੋ ਰਿਹਾ ਉਹ ਇੰਪੋਰਟੈਂਟ ਹੈ। ਇਸ ਕਰਕੇ ਇੰਪੋਰਟੈਂਟ ਹੈ ਕਿ ਸਾਡੇ ਦੇਸ਼ ਵਿੱਚ ਕਲੋਨੀਅਲ ਲੀਗੇਸੀ ਤਾਂ ਨਹੀਂ ਹੈ ਨਾ। ਨਹੀਂ, ਮੇਰਾ ਮਤਲਬ ਇਸ ਵਾਸਤੇ ਇੰਪੋਰਟੈਂਟ ਹੈ ਕਿ ਬਾਕੀ ਸਾਰੇ ਸਾਲ ਤੱਕ ਕੁਝ ਅਸੀਂ ਹੋਰ ਹੀ ਡਿਸਕਸ ਕਰਦੇ ਜਿਹੜਾ ਕੋਈ ਰੈਲੇਵੈਂਸ ਨਹੀਂ ਹੁੰਦਾ ਜ਼ਿਆਦਾਤਰ। ਕਿਉਂ ਨਾ ਇੱਕ ਟਾਈਮ ਤੇ ਘੱਟ ਤੋਂ ਘੱਟ 2 ਦਿਨ ਤੱਕ ਚਰਚਾ ਹੁੰਦੀ ਹੈ ਇਕਨੋਮਿਕ ਇਸ਼ੂਜ਼ ਤੇ। ਇਹਨਾਂ ਕੋ ਹੈ ਮਤਲਬ ਮੈਂ ਉਸ ਗੱਲ ਤੇ ਹਿਸਾਬ ਕਰ ਰਿਹਾ ਹਾਂ। ਹਾਂਜੀ, ਕਿ ਇਹ ਗੱਲ ਵੀ ਝੂਠ ਹੈ ਕਿ ਬਜਟ ਹੁਣ ਸਾਲ 'ਚ ਇੱਕ ਵਾਰੀ ਆਉਂਦਾ। ਜਿਸ ਦਿਨ ਬਜਟ ਆਉਂਦਾ, ਲਾਸਟ ਈਅਰ ਤਾਂ ਬਜਟ ਤੋਂ ਬਾਅਦ ਹੀ ਬਜਟ ਆ ਗਿਆ ਸੀ, ਨਾਲ ਹੀ ਕੁਝ ਦਿਨਾਂ ਦੇ ਵਿੱਚ ਹੀ ਕਰੈਕਸ਼ਨ ਆ ਗਈਆਂ ਸੀ।
ਹੁਣ ਸਾਰਾ ਸਾਲ ਦਰਅਸਲ ਬਜਟ ਦਾ ਕੰਮ ਹੁੰਦਾ ਰਹਿੰਦਾ ਤੇ ਉਹ ਸਾਰੇ ਫੈਸਲੇ ਆਉਂਦੇ ਰਹਿੰਦੇ ਨੇ। ਦਰਅਸਲ ਹੁਣ ਕੋਈ ਬਜਟ ਵਾਲੀ ਗੱਲ ਬਚੀ ਨਹੀਂ ਹੈ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਹੁਣ ਤਾਂ ਅਕਾਊਂਟਿੰਗ ਹੈ, ਇਹ ਮੁਨਸ਼ੀਪੁਣਾ ਹੈ। ਬਿਲਕੁਲ ਮੰਨ ਲਿਆ, ਪਰ ਇੱਕ ਗੱਲ ਇੰਪੋਰਟੈਂਟ ਹੈ ਨਾ, ਫਿਰ ਵੀ ਘੱਟ ਤੋਂ ਘੱਟ ਦੇਸ਼ ਇੱਕ ਦਿਨ ਤੱਕ ਗੱਲ ਕਰ ਰਿਹਾ, ਮੈਂ ਇਹ ਕਹਿਣਾ ਹੈ ਉਹ ਵੀ ਇੰਪੋਰਟੈਂਟ ਹੈ, ਕਿਉਂਕਿ ਸਾਡੇ ਦੇਸ਼ ਵਿੱਚ ਗੱਲ ਹੀ ਨਹੀਂ ਹੁੰਦੀ ਹੈ ਕਦੀ, ਇਸ ਕਰਕੇ ਇੰਪੋਰਟੈਂਟ ਹੈ। ਵੈਸੇ ਹੀ ਇੱਕ ਮਤਲਬ ਸਰਕਾਰ ਦੀਆਂ ਵਿੱਤੀ ਪਾਲਿਸੀਆਂ ਤੇ ਬਹਿਸ ਕਰੋ ਦਿਨ ਮਨਾ ਲੈਣਾ ਚਾਹੀਦਾ। ਇਹ ਬਜਟ ਵਾਲਾ ਵੀ ਤੇ ਕਲੋਨੀਅਲ ਜਿਹਾ ਹੀ ਮਾਮਲਾ ਹੈ ਨਾ। ਨਹੀਂ ਕਲੋਨੀਅਲ ਕਹਿ ਲਓ, ਲੇਕਿਨ ਮੈਨੂੰ ਲੱਗਦਾ ਕਿ ਘੱਟ ਤੋਂ ਘੱਟ ਜੋ ਅਸੀਂ ਦੇਖਦੇ ਹਾਂ ਬਾਹਰੋਂ ਕਵਰੇਜ ਤੁਸੀਂ ਅਖਬਾਰ ਦੀ ਦੇਖਦੇ ਹੋ, ਤਾਂ ਅਸੀਂ ਅਖਬਾਰ ਵਾਲੇ ਦੇ ਖੈਰ ਜੋ ਮਰਜ਼ੀ ਆਪਣਾ ਜਸਟੀਫਾਈ ਕਰਦੇ ਹੋਣਗੇ, ਲੇਕਿਨ ਇੱਕ ਦਿਨ ਘੱਟ ਤੋਂ ਘੱਟ ਸੀਰੀਅਸ ਇਸ਼ੂਜ਼ ਤੇ ਡਿਸਕਸ਼ਨ ਤਾਂ ਹੁੰਦਾ ਹੈ ਨਾ, ਇਹ ਮੈਂ ਕਹਿ ਰਿਹਾ। ਔਰ ਇੰਨੀ ਸਪੇਸ ਤਾਂ ਮਿਲਦੀ ਹੈ। ਤੁਸੀਂ ਤੇ ਜਿਹੜੇ ਸਰਕਾਰ ਦੇ ਚੀਫ ਇਕਨੋਮਿਕ ਐਡਵਾਈਜ਼ਰ ਨੇ, ਕੀ ਨਾਮ ਉਹਦਾ, ਕ੍ਰਿਸ਼ਨਾ ਮੂਰਤੀ ਸੁਬਰਾਮਨੀਅਮ, ਬਦਲੇ ਬੜੀ ਛੇਤੀ ਜਾਂਦੀ ਹੈ ਨਾ, ਤੇ ਉਹਨਾਂ ਦੇ ਵਿੱਚ ਕਿੱਥੋਂ ਤੱਕ ਇਤਫਾਕ ਹੈ, ਉਹ ਕਹਿੰਦੇ ਨੇ ਵਿਸ਼ਵਾਸ ਕਰੋ ਮਾਰਕੀਟਸ ਦੇ ਇਨਵਿਜ਼ੀਬਲ ਹੈਂਡ ਉੱਤੇ, ਮਾਰਕੀਟਸ ਦੇ ਉੱਤੇ ਇੰਨਾ ਭਰੋਸਾ ਕਰੋ ਬਾਜ਼ਾਰ ਤੇ, ਜਿਹਦੇ ਬਾਰੇ ਤੁਸੀਂ ਹਰ ਵੇਲੇ ਸਾਡੇ ਦਿਮਾਗ 'ਚ ਸ਼ੱਕ ਕ੍ਰੀਏਟ ਕਰਦੇ ਰਹਿੰਦੇ ਹੋ। ਉਹਨਾਂ ਨੇ ਇਕਨੋਮਿਕ ਸਰਵੇ 'ਚ ਲਿਖਿਆ ਹੈ ਕਿ ਮਾਰਕੀਟਸ ਦੇ ਇਨਵਿਜ਼ੀਬਲ ਹੱਥ ਦੇ ਉੱਤੇ, ਜਿਹੜਾ ਹੱਥ ਤੋਂ ਮਾਰਕੀਟ ਦਾ ਦਿਖਾਈ ਨਹੀਂ ਦਿੰਦਾ, ਉਹਦੇ ਤੇ ਭਰੋਸਾ ਕਰੋ ਤੇ ਉਹਨੂੰ ਹੈਂਡ ਆਫ ਟਰਸਟ ਸਮਝੋ, ਵਿਸ਼ਵਾਸ ਦਾ ਹੱਥ ਸਮਝੋ। ਉਹਦੇ ਨਾਲ ਹੀ ਮਾਰਕੀਟਸ ਸਾਰੀਆਂ ਕਰਨਗੀਆਂ ਗਰੋ, ਤੇ ਉਹਦੇ ਨਾਲ $5 ਟ੍ਰਿਲੀਅਨ, ਸੁਪਨੇ ਦਾ ਸਾਈਜ਼ ਹੀ ਹੈ ਨਾ ਅੱਜ ਕੱਲ੍ਹ, $5 ਟ੍ਰਿਲੀਅਨ ਦੀ ਇਕਨੋਮੀ ਉਹਦੇ ਨਾਲ ਹੀ ਬਣੇਗੀ। This is a lot of belief at work. ਇਹ ਜਿਹੜਾ ਇਕਨੋਮਿਕ ਸਰਵੇ ਸਾਡਾ ਬੰਦਾ ਆ ਰਿਹਾ ਕਈ ਸਾਲਾਂ ਤੋਂ, ਮੈਂ ਦੇਖ ਰਿਹਾ ਪਿਛਲੇ ਜਿਹੜੇ ਤੁਹਾਡੀਆਂ ਸਬਸਿਡੀਆਂ ਜਿਹੜੀਆਂ ਤੁਹਾਨੂੰ ਬਹੁਤ ਚੰਗੀਆਂ ਲੱਗਦੀਆਂ, ਉਹਨਾਂ ਨੇ ਕਿਹਾ ਸਭ ਰੈਸ਼ਨਲਾਈਜ਼ ਕਰਨ ਵਾਲੀਆਂ। ਇਹਦਾ ਸਰਕਾਰ ਜਦੋਂ ਕਹਿੰਦੀ ਰੈਸ਼ਨਲਾਈਜ਼ ਕਰੋ, ਇਹਦਾ ਮਤਲਬ ਹੁੰਦਾ ਬੰਦ ਕਰਨ ਵਾਲੇ ਪਾਸੇ ਨੂੰ ਤੁਰੋ। ਬਿਲਕੁਲ ਠੀਕ ਹੈ। ਮੈਂ ਕਹਿ ਰਿਹਾ ਕਿ ਜੇ ਪਿਛਲੇ ਆਪਣੇ ਚੀਫ ਇਕਨੋਮਿਕ ਐਡਵਾਈਜ਼ਰ ਸੀਗੇ ਅਰਵਿੰਦ ਸੁਬਰਾਮਨੀਅਮ ਸਾਹਿਬ, ਉਹ ਵੀ ਮਾਰਕੀਟ ਫੋਕਸ ਕਰਦੇ ਸੀਗੇ। ਉਹਨਾਂ ਦਾ ਇਹ ਕਹਿਣਾ ਸੀਗਾ ਬੜਾ ਇੰਟਰਸਟਿੰਗ ਹੈ ਕਿ ਜਦ ਅਸੀਂ ਕਾਰਪੋਰੇਟ ਲੋਨ ਨੂੰ ਰਾਈਟ ਆਫ ਕਰਦੇ ਹਾਂ ਤਾਂ ਦੇਸ਼ ਦੀ ਇਕਨੋਮਿਕ ਗਰੋਥ ਹੁੰਦੀ ਹੈ। ਔਰ ਜਦ ਅਸੀਂ ਤੁਸੀਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਨੂੰ ਜਾਂ ਸਟੇਟ ਬੈਂਕ ਆਫ ਇੰਡੀਆ ਦੇ ਚੀਫ ਨੂੰ ਸੁਣਿਆ ਹੋਏਗਾ ਬੋਲਦੇ ਹੋਏ ਕਿ ਕਿਸਾਨਾਂ ਦਾ ਲੋਨ ਜਾਂ ਰਾਈਟ ਆਫ ਵੇਵ ਕਰਦੇ ਹੈਗੇ ਆ, ਉਹਦੇ ਨਾਲ ਫਿਸਕਲ ਇੰਬੈਲੈਂਸ ਹੁੰਦਾ। ਮੈਨੂੰ ਦੱਸੋ ਕਿ ਅਪਰੋਚ ਦੀ ਗੱਲ ਹੈ, ਪੰਜਾਬੀ ਵਿੱਚ ਟ੍ਰਾਂਸਲੇਟ ਲੋਕਾਂ ਲਈ ਬੜੀ ਸਿੰਪਲ ਜੀ ਗੱਲ ਹੈ ਕਿ ਜੇ ਅਮੀਰਾਂ ਨੂੰ ਤੁਸੀਂ ਪੈਸਾ ਦਿੱਤਾ ਹੈ ਤੇ ਉਹ ਵਾਪਸ ਨਹੀਂ ਦਿੰਦੇ ਤਾਂ ਤੁਸੀਂ ਕੋਈ ਗੱਲ ਨਹੀਂ, ਤੁਸੀਂ ਆਪਣੇ ਕੋਲ ਰੱਖ ਲਵੋ, ਤਾਂ ਇਹਦੇ ਨਾਲ ਦੇਸ਼ ਤਰੱਕੀ ਕਰੇਗਾ। ਤੇ ਜੇ ਕਿਸਾਨਾਂ ਨੇ ਲੋਨ ਲਏ ਨੇ ਤੇ ਉਹਨਾਂ ਤੋਂ ਵਾਪਸ ਨਹੀਂ ਦਿੱਤੇ ਜਾਂਦੇ ਤੇ ਉਹ ਕਹਿਣ ਜੀ ਮਾਫ ਕਰ ਦਿਓ, ਤੇ ਇਹਦੇ ਨਾਲ ਸਾਰੀ ਅਰਥ ਵਿਵਸਥਾ ਡਾਵਾਡੋਲ ਹੋ ਜਾਏਗੀ। ਇਹ ਬੜੀ ਖਰਾਬ ਗੱਲ ਹੈ, ਇੰਟੈਗ੍ਰਿਟੀ ਖਰਾਬ ਹੋ ਜਾਏਗੀ। ਇੰਟਰਸਟਿੰਗਲੀ ਉਹ ਕਾਰਪੋਰੇਟਸ ਵੀ ਔਰ ਕਿਸਾਨ ਵੀ ਇੱਕੋ ਬੈਂਕ ਤੋਂ ਲੋਨ ਲੈਂਦੇ ਹੈਗੇ। ਇੱਕ ਦਾ ਡਿਫਾਲਟ ਹੁੰਦਾ ਹੈ, ਜਿਹੜੇ ਸ਼ਬਦ ਨਹੀਂ ਸੁਣਾਈ ਗ੍ਰੋਥ ਹੁੰਦੀ ਹੈ, ਜਿਹੜੇ ਸ਼ਬਦ ਨਹੀਂ ਸੁਣਾਈ ਦਿੱਤੇ ਬਜਟ, ਜੋ ਲੋਨ ਵੇਵਰ ਵੀ ਮੈਨੂੰ ਲੱਗਦਾ ਹੁਣ ਬਜਟ ਨਹੀਂ ਆਇਆ। ਉਹ ਮੈਂ ਤੁਹਾਨੂੰ ਇਸ ਕਰਕੇ ਦੱਸਣਾ, ਉਸੇ ਤੇ ਮੈਂ ਆ ਰਿਹਾ ਸੀਗਾ ਕਿ ਬਈ ਇਹ ਜਿਹੜੀ ਸੋਚ ਹੈ, ਜਿਹੜੀ ਪਿਛਲੇ ਅਸੀਂ ਇਕਨੋਮਿਕ ਡਾਕੂਮੈਂਟ ਇਕਨੋਮਿਕ ਸਰਵੇ ਵਿੱਚ ਦੇਖਦੇ ਆਏ ਹੈਗੇ ਆ, ਹੁਣ ਜਿਹੜੇ ਨਵੇਂ ਸਾਡੇ ਇਕਨੋਮਿਕ ਐਡਵਾਈਜ਼ਰ ਹੈਗੇ, ਉਹਨਾਂ ਦੀ ਜਿਹੜੀ ਅਪਰੋਚ ਹੈ ਉਸੇ ਚੀਜ਼ ਨੂੰ ਅੱਗੇ ਲੈ ਕੇ ਜਾਂਦੀ ਹੈ। ਉਹ ਕਹਿੰਦੇ ਕਿ ਮਾਰਕੀਟ ਤੇ ਵਿਸ਼ਵਾਸ ਕਰੋ, ਜਿਹੜਾ ਹਿਡਨ ਹੈਂਡ ਹੈਗਾ। ਤੁਹਾਨੂੰ ਯਾਦ ਹੋਏਗਾ ਮਨਮੋਹਨ ਸਿੰਘ ਜੀ ਦੀ ਚੌਥੀ ਸਰਕਾਰ ਆ ਗਈ ਹੈ। ਉਹੀ ਮਾਰਕੀਟ ਥਿੰਕਿੰਗ, ਚਾਹੇ ਕੋਈ ਸਰਕਾਰ ਆ ਜਾਏ, ਮਾਰਕੀਟ ਥਿੰਕਿੰਗ ਦੇ ਵਿੱਚ ਅਸੀਂ ਆ ਚੁੱਕੇ ਹੈਗੇ। ਹਰ ਸਰਕਾਰ ਦੀ ਸੋਚ ਮੋਰ ਆਫ ਦਾ ਸੇਮ ਉਹੀ ਚੀਜ਼ ਹੋਰ ਦੁਬਾਰਾ ਜੀ। ਬਲਕਿ ਤੁਸੀਂ ਇੱਕ ਹੋਰ ਦੇਖੋ ਇੰਟਰਸਟਿੰਗ, ਜਿਹੜੇ ਹੁਣ ਸਾਡੇ ਆਪਣੇ ਇਕਨੋਮਿਕ ਐਡਵਾਈਜ਼ਰ ਸੀਗੇ ਇਕਨੋਮਿਕ ਸਰਵੇ ਵਿੱਚ, ਕਹਿੰਦੇ ਆ ਥਾਲੀ ਇਕਨੋਮਿਕਸ ਲੈ ਕੇ ਆਇਓ। ਹਾਂ, ਇਹ ਬਹੁਤ ਡਿਸਕਸ਼ਨ ਸੁਣੀ ਹੈ ਥਾਲੀ ਇਕਨੋਮਿਕਸ। ਉਹ ਤੋਂ ਪਹਿਲੇ ਅੱਛਾ, ਮੇਰਾ ਤੁਹਾਡਾ ਇੱਕ ਮੁਆਦਾ ਹੋ ਜਾਣਾ ਚਾਹੀਦਾ ਸੀ ਡਿਬੇਟ ਤੋਂ ਪਹਿਲਾਂ ਵੀ ਆਪਾਂ ਥਾਲੀ ਇਕਨੋਮਿਕਸ ਲਈ ਡਿਸਕਸ ਕਰਨੀ, ਤਾਂ ਤੰਗ ਆ ਗਏ ਸੁਣ ਕੇ ਥਾਲੀ ਇਕਨੋਮਿਕਸ। ਜੀ ਤੁਸੀਂ ਨਹੀਂ ਤੰਗ ਆਏ? ਥਾਲੀ ਇਕਨੋਮਿਕਸ ਤੋਂ ਪਹਿਲੇ ਜਿਹੜੇ ਆਪਣੇ ਪਿਛਲੇ ਰਿਜ਼ਰਵ ਬੈਂਕ ਦੇ ਗਵਰਨਰ ਸੀਗੇ ਰਘੁਰਾਮ ਰਾਜਨ, ਉਹ ਡੋਸਾ ਇਕਨੋਮਿਕਸ ਕਹਿੰਦੇ ਸੀ। ਮੈਨੂੰ ਲੱਗਦਾ ਕੋਈ ਹੈਮਬਰਗਰ ਇਕਨੋਮਿਕਸ ਲੈ ਕੇ ਆਏਗਾ। ਮਤਲਬ ਇਹ ਜਿਹੜਾ ਸਾਡਾ ਹੋ ਰਿਹਾ ਹੈਗਾ, ਇਹ ਜਿਹੜਾ ਜਿਸ ਤਰੀਕੇ ਨਾਲ ਅਸੀਂ ਅਸੈਸ ਕਰ ਰਹੇ ਹੈਗਾ, ਉਹ ਬੜਾ ਇੰਟਰਸਟਿੰਗ ਹੈ। ਹੁਣ ਦੇਖੋ ਥਾਲੀ ਇਕਨੋਮਿਕਸ ਕੀ ਕਹਿੰਦੇ ਹੋ, ਬੜਾ ਆਪਣੇ ਆਪ ਐਕਸੈਪਟ ਕਰ ਰਹੇ ਹੈ। ਅਗਰ ਉਸਨੂੰ ਥੋੜਾ ਸੇ ਸਮਝਣ ਦੀ ਕੋਸ਼ਿਸ਼ ਕਰੀਏ, ਉਹ ਕਹਿੰਦੇ ਕਿ 2006 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਦੇਖਿਆ 2017-18 ਤੱਕ ਉਹਨਾਂ ਨੇ ਦੇਖਿਆ ਕਿ ਜਿਹੜਾ ਤੁਹਾਡਾ ਵੈਜੀਟੇਰੀਅਨ ਡਿਸ਼ਿਜ਼ ਹੈਗੀਆਂ, ਥਾਲੀ ਤੁਹਾਡੀ ਹੈਗੀ, ਥਾਲੀ ਦੀ ਕਾਸਟ ਜਿਹੜੀ ਹੈ ਘਟਦੀ ਜਾ ਰਹੀ ਹੈ, ਥੱਲੇ ਆ ਗਈ ਹੈ। ਔਰ ਲੋਕਾਂ ਨੂੰ ਪਤਾ ਲੱਗਾ ਦੇਸ਼ ਦੀ ਆਰਥਿਕਤਾ ਠੀਕ ਹੈ, 11,000 12,000 ਉਹਨਾਂ ਨੇ ਕਿਹਾ ਤੁਸੀਂ ਸੇਵਿੰਗ ਕਰਦੇ ਹੈਗੇ। ਇਹ ਗੱਲ ਸੁਣ ਲਓ, ਇਹ ਨਹੀਂ ਦੱਸਿਆ ਕਿ ਜਿਹੜਾ ਉਸ ਫੂਡ ਨੂੰ ਪ੍ਰੋਡਿਊਸ ਕਰਦਾ ਹੈਗਾ ਉਹਦਾ ਕੀ ਹਾਲ ਹੈ। ਇਹਦਾ ਮਤਲਬ ਤੁਸੀਂ ਐਕਨੋਲੇਜ ਕਰ ਰਹੇ ਹੋ, ਬੇਸਿਕਲੀ ਸਪੋਰਟ ਕਰ ਰਿਹਾ ਹੈ, ਸਬਸਿਡਾਈਜ਼ ਉਹ ਕਰ ਰਿਹਾ ਨਾ। ਬਿਲਕੁਲ, ਗਰੀਬ ਕਿਸਾਨ ਜਿਹੜਾ ਖੁਦਕੁਸ਼ੀ ਕਰ ਰਿਹਾ, ਉਹ ਮੇਰੇ ਜੀਵਨ ਜਾਂਚ ਨੂੰ, ਮੇਰੇ ਲਾਈਫ ਸਟਾਈਲ ਨੂੰ ਉਹ ਸਪੋਰਟ ਕਰ ਰਿਹਾ। ਹੁਣ ਤੁਸੀਂ ਦੱਸੋ ਨਾ ਕਿ OECD ਰਿਪੋਰਟ, OECD ਜਿਹੜਾ ਹੈਗਾ ਦਰਸ਼ਕਾਂ ਵਾਸਤੇ OECD ਹੈਗਾ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਡਿਵੈਲਪਮੈਂਟ, ਦੁਨੀਆ ਦਾ ਸਭ ਤੋਂ ਰਿਚੈਸਟ ਬਲਾਕ ਹੈ। ਉਹਨਾਂ ਦੀ ਸਟੱਡੀ ਕਹਿੰਦੀ ਹੈ ਕਿ 2000 ਔਰ 2016-17 ਦੇ ਵਿੱਚ ਹਿੰਦੁਸਤਾਨ 'ਚ ਕਿਸਾਨਾਂ ਨੂੰ 45 ਲੱਖ ਕਰੋੜ ਦਾ ਨੁਕਸਾਨ ਹੋਇਆ। 45 ਲੱਖ ਕਰੋੜ ਦਾ ਨੁਕਸਾਨ ਹੋਇਆ। ਇਹ ਜਿਹੜੀ ਥਾਲੀ ਇਕਨੋਮਿਕਸ ਹੈਗੀ ਹੈ, ਇਹੀ ਉਹਦਾ ਆਊਟਕਮ ਹੈਗਾ। ਹੁਣ ਤੁਹਾਨੂੰ ਪਤਾ ਕਿ ਹਾਲਾਤ ਇੰਨੇ ਕਿਉਂ ਖਰਾਬ ਨੇ। ਤੇ ਇੱਕ ਨਾਮ ਹੋਰ ਵੀ ਉਹਦੇ 'ਚ ਨਹੀਂ ਸੁਣਿਆ ਬਜਟ ਦੇ ਵਿੱਚ, MS ਸਵਾਮੀਨਾਥਨ ਹਰਾਂ ਦਾ। ਤੇ ਮੈਨੂੰ ਲੱਗਦਾ ਆਪਾਂ ਉਸ ਪਾਸੇ ਨੂੰ ਜਾਈਏ। ਤੇ ਤੁਸੀਂ ਗੱਲ ਤਾਂ ਸ਼ੁਰੂ ਕਰ ਹੀ ਦਿੱਤੀ ਹੈ ਕਿਸਾਨ ਦੀ। ਸਰਕਾਰ ਨੇ ਵੀ ਕੀਤੀ ਹੈ, ਕਿਸਾਨ ਲਈ ਰੇਲ ਗੱਡੀਆਂ ਚੱਲਣੀਆਂ ਨੇ, ਕਿਸਾਨ ਲਈ ਉਡਾਨਾਂ ਚੱਲਣੀਆਂ ਨੇ, ਤੇ ਉਹ 16 ਪੁਆਇੰਟ ਦਾ ਲੰਬਾ ਚੌੜਾ ਚਾਰਟਰ ਹੈ ਕਿਸਾਨਾਂ ਲਈ। ਉਹਦੇ ਬਾਰੇ ਗੱਲ ਕਰਾਂਗੇ ਆਫਟਰ ਦਿਸ ਬ੍ਰੇਕ।
ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਬਜਟ ਬਾਰੇ ਤੇ ਇਸ ਸੈਗਮੈਂਟ ਵਿੱਚ ਗੱਲ ਕਰਾਂਗੇ ਵੀ ਖੇਤੀਬਾੜੀ ਬਾਰੇ ਤੇ ਕਿਸਾਨਾਂ ਬਾਰੇ। ਇਹ ਦੋਨੋਂ ਵੱਖ-ਵੱਖ ਮੁੱਦੇ ਹੁੰਦੇ ਨੇ, ਇੱਕ ਤਾਂ ਅਸੀਂ ਇਹਨਾਂ ਨੂੰ ਵੀ ਇਕੱਠਾ ਸਮਝ ਲੈਂਦੇ ਹਾਂ। ਇਹ ਦੇਸ਼ ਖੇਤੀਬਾੜੀ ਬਾਰੇ ਤਾਂ ਫਿਰ ਵੀ ਕਾਫੀ ਗੱਲ ਕਰਦਾ, ਕਿਸਾਨਾਂ ਬਾਰੇ ਵੈਸੇ ਹੀ ਘੱਟ ਗੱਲ ਹੁੰਦੀ ਹੈ। ਇਸ ਬਜਟ ਵਿੱਚ ਇਹਨਾਂ ਦੋਨਾਂ ਬਾਰੇ ਕਿੰਨੀ ਕੁ ਗੱਲ ਹੋਈ ਹੈ, ਕੀ ਹੋਈ ਹੈ ਤੇ ਕਿਹੜੀ ਰਹਿ ਗਈ ਹੈ, ਇਹਦੇ ਬਾਰੇ ਦਵਿੰਦਰ ਸ਼ਰਮਾ ਜੀ ਨੂੰ ਪੁੱਛਾਂਗੇ। ਦਵਿੰਦਰ ਸ਼ਰਮਾ ਜੀ, ਇੱਕ ਤੇ ਖੇਤੀ ਬਾਰੇ ਪਤਾ ਨਹੀਂ ਕਿੰਨਾ ਕੁ ਪਤਾ ਨਿਰਮਲਾ ਸੀਤਾਰਮਨ ਜੀ ਨੂੰ ਜਾਂ ਸਰਕਾਰ ਜੀ ਨੂੰ। ਮੈਂ ਬਹੁਤਿਆਂ ਨੂੰ ਖੇਤੀ ਕਰਦਿਆਂ ਨਹੀਂ ਦੇਖਿਆ, ਪਰ ਉਹਨਾਂ ਨੇ ਕਿਹਾ ਇੱਕ ਤੀਜੀ ਫਸਲ ਉਗਾਈ ਜਾ ਸਕਦੀ ਹੈ। ਵੀ ਇੱਕ ਤਾਂ ਤੁਸੀਂ ਕਣਕ ਲਾ ਲਓ, ਇੱਕ ਤੁਸੀਂ ਝੋਨਾ ਲਾ ਲਓ, ਇੱਕ ਉਹ ਕਹਿੰਦੇ ਵਿੱਚ ਬਿਜਲੀ ਲਾ ਲਓ, ਬਿਜਲੀ ਦੀ ਫਸਲ ਲਾ ਦਿਆਂਗੇ। ਤੇ ਇਹਨਾਂ ਨੂੰ ਇਹ ਵੀ ਪਤਾ ਵੀ ਕਿੰਨੇ ਕੁ ਦਰਖਤ ਬਿਜਲੀ ਦੇ ਲਾਏ ਜਾ ਸਕਦੇ ਨੇ। ਅਸ਼ੋਕ ਗੁਲਾਟੀ ਜੀ ਦਾ ਮੈਂ ਆਰਟੀਕਲ ਪੜ੍ਹ ਰਿਹਾ ਸੀ, ICRIER, ਇਹ ਤਾਂ ਇੱਕ ਐਕਰੋਨਿਮ ਬਹੁਤ ਜ਼ਿਆਦਾ ਨੇ। ICRIER ਕੀ ਹੈਗਾ? ਇੰਡੀਅਨ ਕਾਉਂਸਲ ਫॉर ਰਿਸਰਚ ਔਨ ਇੰਟਰਨੈਸ਼ਨਲ ਇਕਨੋਮਿਕ ਰਿਲੇਸ਼ਨਸ, ਬਲਾ ਬਲਾ ਬਲਾ। ਤੁਹਾਡੇ ਤੋਂ ਵੈਸੇ ਹੀ ਮਿੱਤਰ ਨੇ, ਮਤਲਬ ਜੀ ਠੀਕ ਹੈ। ਇੱਕ ਤਾਂ ਮੈਂ ਇਹ ਪੁੱਛਣਾ ਹੈ ਵੀ ਇਹ ਜਿਹੜੇ ਸਰਕਾਰ ਨੇ ਹੁਣ ਸੋਲਰ એનર્ਜੀ ਵਾਲੇ ਪਾਸੇ ਧਿਆਨ ਦਿੱਤਾ। ਉਹਨਾਂ ਨੇ ਕਿਹਾ ਵੀ ਸੋਲਰ ਦੇ ਦਰਖਤ ਲਾਏ ਜਾ ਸਕਦੇ ਨੇ, ਥੱਲੇ ਕਿਸਾਨ ਆਪਣਾ ਟਰੈਕਟਰ ਵੀ ਉਹਦਾ ਚੱਲ ਜਾਏਗਾ ਤੇ 1 ਏਕੜ ਦੇ ਵਿੱਚ 500 ਸੋਲਰ ਦਰਖਤ ਲਾਏ ਜਾ ਸਕਦੇ ਨੇ। ਤੇ ਹੁਣ ਸਰਕਾਰ ਵੀ ਉਸ ਪਾਸੇ ਤੁਰੀ ਹੈ। ਪਹਿਲਾਂ ਸਰਕਾਰ ਨੇ ਇੱਕ ਚਲਾਇਆ ਸੀ PM ਕੁਸੁਮ ਵਾਲੀ ਯੋਜਨਾ। ਹੁਣ ਉਹਨਾਂ ਨੇ ਕਿਹਾ ਕਿ ਸੋਲਰ ਗ੍ਰਿਡ ਹੀ ਕਿਸਾਨ ਲਾ ਲਵੇ ਤੇ ਉਹ ਪਾਵਰ ਗ੍ਰਿਡ ਦੇ ਵਿੱਚ ਆਪਣੀ ਬਿਜਲੀ ਪਾ ਦੇਗਾ ਤੇ ਸਰਕਾਰ ਉਹਦੇ ਚੋਂ ਕਿਸਾਨ 1 ਲੱਖ ਕਰੋੜ ਰੁਪਇਆ ਕਿਸਾਨ ਕਮਾ ਸਕਦੇ ਨੇ। ਹਾਊ ਡੂ ਯੂ ਰਿਐਕਟ ਟੂ ਇਟ? ਦੇਖੋ ਜੀ, ਅਗਰ ਤੁਸੀਂ ਇਹ 16 ਪੁਆਇੰਟ ਦੇਖੋ, ਜਦ ਵਿੱਤ ਮੰਤਰੀ ਜੀ ਨੇ ਪੜ੍ਹਨੇ ਸ਼ੁਰੂ ਕੀਤੇ, ਮੈਂ ਸਾਰੇ 16 ਛੱਡ ਕੇ ਦੇਖੋ, ਮੈਨੂੰ ਆ ਤੀਜੀ ਫਸਲ ਤੇ ਬੜਾ ਨਹੀਂ, ਮੈਂ ਸਾਰੇ ਤੋਂ ਆਨਾ ਕਿਉਂਕਿ ਉਹ ਤੁਸੀਂ ਉਹਦੇ ਨਾਲ ਬੜਾ ਇੱਕ ਡਾਇਰੈਕਸ਼ਨ ਮਿਲਦੀ ਹੈ ਸਾਨੂੰ। 16 ਪੁਆਇੰਟ ਉਹਨਾਂ ਨੇ ਪੜ੍ਹਨੇ ਸ਼ੁਰੂ ਕੀਤੇ ਬਜਟ ਵਿੱਚ, ਮੈਨੂੰ ਲੱਗਿਆ ਕਿ ਇੱਕ ਬਹੁਤ ਬੜਾ ਇੱਕ ਰੂਪਰੇਖਾ ਜਾਂ ਫਾਊਂਡੇਸ਼ਨ ਲੇਆਊਟ ਕਰ ਰਿਹਾ ਹੈ ਕਿ ਨੈਕਸਟ ਐਗਰੀਕਲਚਰ ਰੈਵੋਲੂਸ਼ਨ ਕੀ ਹੋਏਗਾ। ਔਰ ਬੜੀ ਅੱਛੀ ਉਹਨਾਂ ਨੇ ਨਾਮ ਰੱਖਿਆ ਉਹਦਾ ਐਸਪੀਰੇਸ਼ਨਲ ਇੰਡੀਆ। ਮੈਨੂੰ ਯਾਦ ਹੈ ਕਿ ਉਹਨਾਂ ਨੇ ਕਿਹਾ ਐਗਰੀਕਲਚਰ ਨੂੰ ਅੱਗੇ ਤੋਂ ਐਸਪੀਰੇਸ਼ਨਲ ਇੰਡੀਆ ਕਹਿਣਾ। ਇੰਦਰਾ ਗਾਂਧੀ ਨੇ ਆਪਣਾ 20 ਪੁਆਇੰਟ ਪ੍ਰੋਗਰਾਮ, ਤੁਹਾਨੂੰ ਅਗਰ ਯਾਦ ਹੋਏਗਾ, ਉਹਦਾ ਕੀ ਹੋਇਆ ਕਿਸ ਨੂੰ ਵੀ ਪਤਾ। ਐਮਰਜੈਂਸੀ ਲੱਗੀ ਔਰ ਸਭ ਜਗ੍ਹਾ ਐਮਰਜੈਂਸੀ ਸੀ ਉਸ ਟਾਈਮ। 20 ਪੁਆਇੰਟ ਪ੍ਰੋਗਰਾਮ ਸੀਗੇ, ਅੱਜ 16 ਪੁਆਇੰਟ ਤੁਸੀਂ ਪ੍ਰੋਗਰਾਮ ਲੈ ਕੇ ਆਏ ਹੋ। ਮੈਂ ਇੱਕ ਅੱਛੀ ਗੱਲ ਹੈ ਕਿ ਤੁਸੀਂ ਇੱਕ ਅਪਰੋਚ ਦੇ ਰਹੇ ਹੋ ਸਾਨੂੰ, ਲੇਕਿਨ ਦੇਖੋ ਸਾਰੇ ਦਾ ਸਾਰਾ ਫੋਕਸ ਇਹ ਹੈ ਕਿ ਬਈ ਕਿਸਾਨਾਂ ਦੀ ਜਿਹੜੀ ਮਾਰਕੀਟਸ ਉਹਨੂੰ ਲਿਬਰਲਾਈਜ਼ ਕੀਤਾ ਜਾਏ। ਯਾਨੀ ਜਿਹੜਾ ਤੰਤਰ ਹੈਗਾ ਆਪਣਾ ਪ੍ਰੋਕਿਉਰਮੈਂਟ ਦਾ ਜਾਂ MSP ਦਾ, ਤੁਸੀਂ ਬਾਇਸਡ ਹੋ। ਦੇਖੋ ਉਹ ਲਿਖਿਆ ਉਹਨਾਂ ਖੁਦ ਕਿਹਾ। ਅਰੇ ਭਾਈ, ਉਹਨਾਂ ਨੇ, ਤੁਸੀਂ ਦੂਸਰੀ ਚੀਜ਼ ਪੜ੍ਹਦੇ ਹੀ ਨਹੀਂ। ਉਹਨਾਂ ਨੇ ਕਿਹਾ ਅਸੀਂ ਕਿਸਾਨਾਂ ਦੀ ਇਨਕਮ 2022 ਤੱਕ ਦੁੱਗਣੀ ਕਰਨੀ ਹੈ। ਜਿਹੜੇ 2022 ਤੱਕ ਦੁੱਗਣੀ ਕਰਨੀ ਹੈ, ਉਹੀ ਇਕਨੋਮਿਸਟ ਜਿਹੜਾ ਤੁਸੀਂ ਪਹਿਲੇ ਕੋਟ ਕੀਤਾ ਹੈਗਾ ਜਾਂ ਜਿਹੜੀ ਮੱਦੀ ਤਾਂ ਦੱਸ ਦਿਓ ਕਿ ਉਹ 2020 ਦੇ ਵਿੱਚ ਕਹਿ ਰਹੇ ਨੇ ਕਿ 22 ਤੱਕ। ਮੈਂ ਉਹੀ ਕਹਿਣਾ, ਦੇਖੋ ਸੀ ਕਿ ਉਹਨਾਂ ਨੇ 3 ਸਾਲ ਪਹਿਲੇ ਸ਼ੁਰੂਆਤ ਹੋਈ ਸੀ ਗੱਲ ਦੀ। ਉਹਨਾਂ ਨੇ ਕਿਹਾ ਸੀਗਾ ਕਿ ਅਗਲੇ 5 ਸਾਲਾਂ ਵਿੱਚ 2022 ਤੱਕ ਅਸੀਂ ਕਿਸਾਨਾਂ ਦੀ ਇਨਕਮ ਦੁੱਗਣੀ ਕਰਾਂਗੇ। ਮੈਨੂੰ ਯਾਦ ਹੈ ਉਸ ਦਿਨ ਮੈਂ ਜਿਸ ਦਿਨ ਬਜਟ ਤੇ ਅਨਾਉਂਸ ਹੋਇਆ ਸੀ, ਅਰੁਣ ਜੇਤਲੀ ਜੀ ਨੇ ਕਿਹਾ ਸੀਗਾ, ਤਾਂ ਮੈਂ ਉਸ ਟਾਈਮ ਇੱਕ ਟੈਲੀਵਿਜ਼ਨ ਸ਼ੋਅ ਤੇ ਸੀਗਾ। ਮੈਂ ਉੱਥੇ ਕਿਹਾ ਸੀਗਾ ਕਿ ਬਈ ਮੈਨੂੰ ਪੁੱਛਿਆ ਗਿਆ ਸੀਗਾ ਕਿ ਬਈ ਸਰਕਾਰ ਦੀ ਕਿਸਾਨਾਂ ਦੀ ਇਨਕਮ ਕਿੰਨੀ ਹੈ, ਸਰਕਾਰ ਨੇ ਕੋਈ ਆਂਕੀ ਹੋਈ। ਮੈਂ ਕਿਹਾ ਇਕਨੋਮਿਕ ਸਰਵੇ 2 ਦਿਨ ਪਹਿਲੇ ਆਇਆ ਹੈਗਾ 2016 ਦਾ। ਉਹਨੇ ਕਿਹਾ ਹੈਗਾ ਕਿ ਕਿਸਾਨ ਦੀ ਜਿਹੜੀ ਔਸਤਨ ਇਨਕਮ 17 ਰਾਜਾਂ ਵਿੱਚ ਯਾਨੀ ਅੱਧੇ ਦੇਸ਼ ਵਿੱਚ ਸਾਲ ਦੀ 20,000 ਰੁਪਏ ਹੈਗੀ ਹੈ। ਇਹ ਇਕਨੋਮਿਕ ਸਰਵੇ ਵਿੱਚ ਕਿਹਾ ਗਿਆ ਸੀਗਾ। ਤਾਂ ਜੇ ਤੁਸੀਂ ਉਹਨੂੰ ਡਬਲ ਵੀ ਕਰਦੇ ਹੋ 5 ਸਾਲ ਤਾਂ ਵੈਸੇ ਡਬਲ ਹੋ ਜਾਣੀ ਹੈ ਇਨਫਲੇਸ਼ਨ ਨੂੰ ਐਡਜਸਟ ਕਰਦੇ ਹੋਏ। ਲੇਕਿਨ ਕਹਿਣ ਦਾ ਮਤਲਬ ਹੈ ਕਿ ਅਸੀਂ ਜਿਹੜੇ 5 ਸਾਲ ਦਾ ਟਾਰਗੇਟ ਸੀਗਾ ਡਬਲ ਕਰਨ ਦਾ, ਅੱਜ ਅਸੀਂ ਸਟੇਜ ਤੇ ਆ ਗਏ ਹਾਂ ਕਿ 3 ਸਾਲ ਤਾਂ ਹੋ ਚੁੱਕੇ ਹੈਗੇ, ਹੱਲੇ ਵੀ ਅਸੀਂ ਕਰੰਟ ਡਬਲ ਕਰ ਦੇਵਾਂਗੇ। ਦਲਵਾਈ 3% ਗਰੋਥ ਹੈ, 3% ਦੀ ਗਰੋਥ ਹੈ, 2 ਪੁਆਇੰਟ ਕੁਛ ਹੈ, 2 ਪੁਆਇੰਟ ਕੁਛ। ਹਾਂਜੀ, ਲੇਕਿਨ ਤੁਸੀਂ 2.5 ਜੋ ਵੀ ਹੈ, ਹਾਂਜੀ, ਲੇਕਿਨ ਜੇ 3% ਵੀ ਹੋ ਜਾਏ, ਸਾਨੂੰ ਘੱਟ ਤੋਂ ਘੱਟ ਜਿਹੜੀ GDP ਗਰੋਥ ਹੈ ਕੰਟਰੀ ਦੀ, ਉਹ ਸਾਨੂੰ 10.4 ਚਾਹੀਦੀ ਹੈਗੀ ਹੈ 5 ਸਾਲਾਂ ਵਿੱਚ। ਉਹ ਤਾਂ ਨਹੀਂ ਹੋਈ, ਨਾ ਹੀ ਹੋਣੀ ਹੈ। 10.4 ਮਤਲਬ ਜੇ ਅੱਜ ਅਸੀਂ ਕਰਨੀ ਹੋ, ਸਾਨੂੰ ਘੱਟ ਤੋਂ ਘੱਟ 15, 16 ਜਾਂ 18% GDP ਚਾਹੀਦੀ ਹੈਗੀ ਹੈ, ਤਾਂ ਜਾ ਕੇ ਕਿਸਾਨਾਂ ਦੀ ਇਨਕਮ ਡਬਲ ਹੋ। ਇਹ ਤਾਂ ਇਕਨੋਮਿਕ ਤਰੀਕਾ ਸੋਚਣ ਦਾ ਨਹੀਂ। ਅਜੇ ਤਾਂ ਅਸੀਂ 6.5% ਦੀ ਗੱਲ ਕਰ ਰਹੇ ਹਾਂ ਕਿ 6.5 ਹੋ ਜਾਵੇਗੀ GDP ਗਰੋਥ। ਮੈਂ ਦੁਗਣੀ ਬਾਰੇ ਇਹਨਾਂ ਸਾਫ਼ ਕਰ ਦਿਆਂ। ਇੱਕ ਤਾਂ ਵੈਸੇ ਮੈਨੂੰ ਇਹ ਨਹੀਂ ਪਤਾ ਸਰਕਾਰ ਨੇ ਕਲੀਅਰ ਕੀਤਾ ਹੈ ਕਿ ਨਹੀਂ ਕਿ ਜਿਹੜੀ ਇਨਕਮ ਦੁਗਣੀ ਕਰਨੀ ਹੈ ਉਹ ਰੀਅਲ ਇਨਕਮ ਕਰਨੀ ਹੈ ਕਿ ਨੋਸ਼ਨਲ ਕਰਨੀ ਹੈ। ਇਹ ਨਹੀਂ ਹੈ, ਇਹ ਅਜੇ ਨਹੀਂ ਸਾਫ਼। ਚਲੋ ਇੰਨਾ ਕਰਦੇ ਹਾਂ ਵੀ ਕਿੱਥੋਂ ਤੱਕ ਪਿੱਛੇ ਜਾਈਏ। ਜਦੋਂ ਤੋਂ ਧਰਤੀ ਸੂਰਜ ਤੋਂ ਅਲੱਗ ਹੋਈ ਹੈ, ਇਸ ਤੋਂ ਪਿੱਛੇ ਤਾਂ ਹੁਣ ਕੀ ਜਾਈਏ, ਉਦੋਂ ਤੋਂ ਲੈ ਕੇ ਇਹ ਕਦੀ ਨਹੀਂ ਹੋਇਆ ਕਿ 50 ਸਾਲਾਂ ਵਿੱਚ ਕਿਸਾਨ ਦੀ ਇਨਕਮ ਦੁੱਗਣੀ ਹੋ ਗਈ ਹੋਵੇ। ਮਤਲਬ ਈਅਰ 1 ਤੋਂ, ਮਾਹਿਰ ਕਹਿੰਦੇ ਨੇ ਕਿ ਈਅਰ 1 ਤੋਂ ਲੈ ਕੇ ਇਹ ਕਦੀ ਨਹੀਂ ਹੋਇਆ। 3% ਆਸ-ਪਾਸ ਜੇ ਮੰਨ ਲਈਏ, ਆਈ ਬੀਇੰਗ ਵੈਰੀ ਲਿਬਰਲ, ਜੇ 3% ਐਗਰੀਕਲਚਰ ਦੀ ਗਰੋਥ ਹੋ ਰਹੀ ਹੋਵੇ ਤਾਂ ਵੀ ਉਹ ਨਹੀਂ ਹੋ ਸਕਦੀ। ਫਿਰ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਹੋਏਗੀ ਗਰੋਥ ਕਰ ਰਿਹਾ ਸੀ। GDP ਗਰੋਥ 10.5 ਹੋਣੀ ਚਾਹੀਦੀ ਸੀ। ਨਹੀਂ, ਮੈਂ ਤਾਂ ਐਗਰੀਕਲਚਰ ਦੀ ਗਰੋਥ ਦੀ ਗੱਲ ਕਰ ਰਿਹਾ। ਜੇ ਅਪ ਟੂ 3% ਵੀ ਅਸੀਂ ਟੱਚ ਕਰ ਜਾਂਦੇ ਹਾਂ ਤੇ ਹੁਣ ਬਾਕੀ ਬਚੇ 2 ਸਾਲ, ਤੇ 2 ਸਾਲਾਂ ਵਿੱਚ ਫਿਰ 20, 22, 24% ਗਰੋਥ ਹੋਵੇ ਐਗਰੀਕਲਚਰ ਦੀ, ਮਤਲਬ ਬੇਸਿਕਲੀ ਮਿਰਾਕਲ ਹੋਵੇ, ਮੁਜਸਮਾ ਹੋਇਸਾ ਹੋ ਜਾਵੇ, ਚਮਤਕਾਰ। ਦੇਖੋ ਇਹ ਤਾਂ ਸੁਪਨਾ ਸੀਗਾ, ਚਮਤਕਾਰ ਤੋਂ ਘੱਟ ਤਾਂ ਹੋ ਨਹੀਂ ਸਕਦਾ। ਇਹ ਤਾਂ ਸੁਪਨਾ ਸੀਗਾ, ਸੁਪਨਾ ਰਹਿ ਜਾਏਗਾ। ਬਟ ਇਫ ਦੇ ਆਰ ਨਾਟ ਟਾਕਿੰਗ ਅਬਾਊਟ MS ਸਵਾਮੀਨਾਥਨ, ਜੇ ਉਹ ਇਹਦੀਆਂ ਗੱਲਾਂ ਨਹੀਂ ਕਰ ਰਹੇ, ਜੇ ਉਹ PM ਕੁਸਮ ਦੇ ਵਿੱਚ ਹੋਰ ਪੈਸਾ ਨਹੀਂ ਦੇ ਰਹੇ, ਜੇ ਉਹ ਨਰੇਗਾ ਦੇ ਵਿੱਚ ਪੈਸਾ ਘਟਾ ਰਹੇ ਨੇ, ਬਹੁਤ ਸਾਰੀਆਂ ਐਲੋਕੇਸ਼ਨਸ ਜਿਹੜੀਆਂ ਨੇ ਘਟਾਈਆਂ ਜਾ ਰਹੀਆਂ ਨੇ, ਜੇ ਉਹ ਐਲੋਕੇਸ਼ਨਸ ਘਟਾ ਰਹੇ ਨੇ, ਤਾਂ ਫਿਰ ਪੋਲੀਟੀਕਲੀ
ਮਤਲਬ ਆਈ ਐਮ ਨਾਟ ਆਸਕਿੰਗ ਇਕਨੋਮਿਕ ਕੁਐਸਚਨ, ਉਹ ਪੋਲੀਟੀਕਲੀ ਸਿਆਸੀ ਤੌਰ ਦੇ ਉੱਤੇ ਇਹਨੂੰ ਕਿਵੇਂ ਡਿਫੈਂਡ ਕਰਨਗੇ ਕਿ ਉਹ 2020 ਦੇ ਵਿੱਚ 2022 ਦੇ ਤੱਕ ਇਨਕਮ ਦੁੱਗਣੀ ਕਰਨ ਦਾ, ਕਿ ਕਿਸੇ ਦਿਨ ਸਾਨੂੰ ਖਬਰ ਦੇ ਦੇਣਗੇ ਕਿ ਅਸਲ ਵਿੱਚ ਦੁੱਗਣੀ ਹੋ ਗਈ ਹੈ, ਤੁਹਾਨੂੰ ਪਤਾ ਨਹੀਂ ਲੱਗਾ। ਇੱਕ ਗੱਲ ਤਾਂ ਇਹ ਵੀ ਐਮਐਸਪੀ ਵੇਲੇ ਸਾਡੇ ਨਾਲ ਇਹ ਕੀਤਾ ਸੀਗਾ। ਇੱਕ ਗੱਲ ਤਾਂ ਇਹ ਵੀ ਹੋ ਸਕਦੀ ਜੋ ਤੁਸੀਂ ਕਹਿ ਰਹੇ ਹੋ ਕਿ ਦੁੱਗਣੀ ਹੋ ਚੁੱਕੀ ਹੈ, ਜਿਸ ਐਮਐਸਪੀ ਦੀ ਗੱਲ ਜਿਹੜੀ ਦੁੱਗਣੀ ਹੋ ਗਈ, ਤੁਹਾਨੂੰ ਪਤਾ ਐਮਐਸਪੀ ਦੀ ਜਿਹੜੀ ਗੱਲ ਹੈਗੀ ਹੈ, ਤੁਸੀਂ ਸਾਫ਼ ਕਿ ਬਿਲਕੁਲ ਠੀਕ ਦੱਸਿਆ ਕਿ ਜੋ ਸਵਾਮੀਨਾਥਨ ਕਮਿਸ਼ਨ ਨੇ ਕਿਹਾ ਸੀਗਾ C2 ਕਾਸਟ ਉੱਪਰ ਡਬਲ ਹੋਣੇ 50% ਐਕਸਟਰਾ ਦੇਣ ਦੀ ਗੱਲ ਹੋ ਰਹੀ ਸੀਗੀ, ਉਹ ਤਾਂ ਨਹੀਂ ਕੀਤਾ ਉਹਨਾਂ ਨੇ। ਲੇਕਿਨ ਉਹਦੇ ਜਿਹੜਾ ਬੇਸਿਕ ਜੇਬ ਤੋਂ ਜਿਹੜਾ ਖਰਚਾ ਕਰਦਾ ਕਿਸਾਨ ਪਲੱਸ ਉਹਦੀ ਫੈਮਿਲੀ ਲੇਬਰ ਨੂੰ ਮਿਲਾ ਕੇ ਜਿਹਨੂੰ A2+FL ਕਹਿੰਦੇ ਆ, ਉਹਦੇ ਉੱਪਰ ਉਹਨਾਂ ਨੇ 50% ਦਰਸਾਈ ਹੈਗੀ ਹੈ। ਤਾਂ ਉਹ ਲੇਕਿਨ ਨੈਰੇਟਿਵ ਬਦਲ ਜਾਂਦਾ ਕਿਉਂਕਿ ਜਦ ਅਖਬਾਰਾਂ 'ਚ ਛਪਦਾ ਕਿ ਅਸੀਂ ਕਿਸਾਨਾਂ ਨੂੰ 50% ਇਨਕਮ ਦੇ ਰਹੇ ਹੈਗੇ ਤਾਂ ਉਹ 50% ਜ਼ਿਆਦਾ ਨੈਰੇਟਿਵ ਬਣ ਜਾਏਗਾ, ਇਨਕਮ ਨੈਰੇਟਿਵ ਬਣ ਜਾਏਗਾ। ਫਾਰਮਰਸ ਆਰ ਨਾਟ ਫੂਲਸ, ਜਿਹਦੇ ਕੋਲ ਪੈਸਾ ਆਇਆ ਨਹੀਂ ਉਹ ਗੱਲ ਮੈਂ ਤੁਹਾਡੀ ਗੱਲ ਬਿਲਕੁਲ ਠੀਕ ਹੈ, ਲੇਕਿਨ ਜੋ ਉਹੀ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂਗੇ ਕਿ ਵੀ ਜਦ ਤੁਹਾਨੂੰ ਪਤਾ ਹੈਗਾ ਕਿ ਤੁਸੀਂ ਡਾਇਰੈਕਸ਼ਨ ਦੇ ਰਹੇ ਹੋ, ਹੁਣ ਵੀ ਜਿਹੜਾ ਬਜਟ ਵਿੱਚ ਡਾਇਰੈਕਸ਼ਨ ਆਇਆ 16 ਪੁਆਇੰਟਸ ਵਿੱਚ, ਉਹ ਬੇਸਿਕਲੀ ਕੀ ਹੈਗਾ, ਮਾਰਕੀਟ ਰਿਫਾਰਮਸ ਤਰਫ ਜਾ ਰਿਹਾ ਹੈਗਾ। ਮੈਨੂੰ ਮਾਰਕੀਟ ਰਿਫਾਰਮਸ ਨਾਲ ਕੋਈ ਦਿੱਕਤ ਨਹੀਂ ਹੈ, ਪਰ ਮੈਂ ਇੱਕ ਚੀਜ਼ ਸਮਝਣਾ ਚਾਹੁੰਦਾ ਹਾਂ ਕਿ ਜਿਹੜੇ ਸਾਡੇ ਇਕਨੋਮਿਕ ਐਡਵਾਈਜ਼ਰ ਜੋ ਐਡਵਾਈਜ਼ ਕਰਦੇ ਹੈਗੇ, ਮੈਨੂੰ ਇਹ ਦੱਸ ਦੇਣ ਕਿ ਅਸੀਂ ਬੋਰੋ ਕਰਦੇ ਹਾਂ ਸਾਰੇ ਮਾਡਲ ਅਮਰੀਕਾ ਤੋਂ ਯੂਰਪ ਤੋਂ। ਇਹ ਜੋ ਵੀ ਮਾਰਕੀਟ ਰਿਫਾਰਮਸ ਦੀ ਗੱਲ ਹੋ ਰਹੀ ਹੈਗੀ, ਜੋ ਤੁਸੀਂ ਅੱਜ ਕਹਿ ਰਹੇ ਸੀਗੇ ਕਿ ਤੀਸਰਾ ਪੇਡ ਹੋਏਗਾ ਜਾਂ ਪ੍ਰੈਸੀਜਨ ਫਾਰਮਿੰਗ ਹੋਏਗੀ ਜਾਂ ਕਮੋਡਿਟੀ ਟ੍ਰੇਡਿੰਗ ਦੀ ਗੱਲ ਹੋ ਰਹੀ ਹੈ, ਸਾਰਾ ਕੁਝ ਐਗਰੀਕਲਚਰ ਮਾਰਕੀਟਿੰਗ ਰਿਫਾਰਮਸ ਮਾਰਕੀਟ ਰਿਫਾਰਮਸ ਵਿੱਚ ਹੈਗਾ। ਅਮਰੀਕਾ ਵਿੱਚ ਮਾਰਕੀਟ ਜਿੱਥੋਂ ਅਸੀਂ ਬੋਰੋ ਕਰਦੇ ਹੈਗੇ, ਯੂਰਪ ਤੋਂ ਅਸੀਂ ਬੋਰੋ ਕਰਦੇ ਹਾਂ। ਅਮਰੀਕਾ 'ਚ ਨਹੀਂ, ਅਮਰੀਕਾ 'ਚ ਕਿਉਂ ਐਗਰੀਕਲਚਰ ਕ੍ਰਾਈਸਿਸ ਵਿੱਚ ਹੈਗਾ? ਅਮਰੀਕਾ 'ਚ ਅੱਜ ਰੂਰਲ ਏਰੀਆਜ਼ ਦੀ ਸੁਸਾਈਡ ਜਿਹੜੀ ਹੈਗੀ ਹੈ ਉਹ 45% ਜ਼ਿਆਦਾ ਹੈਗੀ ਹੈ ਅਰਬਨ ਏਰੀਆ ਸੁਸਾਈਡ। ਫਰਾਂਸ ਵਿੱਚ ਫਾਰਮਰ ਸੁਸਾਈਡ ਕਰ ਰਹੇ ਨੇ, ਪੈਰਿਸ ਵਿੱਚ ਫਾਰਮਰ ਸੁਸਾਈਡ ਕਰ ਰਹੇ ਨੇ, ਲੜ ਰਹੇ ਨੇ ਸੜਕਾਂ ਦੇ ਉੱਤੇ ਲਿਆ ਕੇ ਦੁੱਧ ਦੇ ਟੈਂਕਰ ਲਿਆ ਕੇ ਸੁੱਟ ਰਹੇ ਨੇ। ਸਾਰੀ ਦੁਨੀਆ 'ਚ ਹੋ ਰਿਹਾ ਸਰ, ਆਇਰਲੈਂਡ ਹੋਏ, ਫਰਾਂਸ ਹੋਏ, ਜਰਮਨੀ ਹੋਏ, ਲੋਕੀ ਜਾ ਕੇ ਸੁੱਟ ਰਹੇ ਹੈਗੇ ਆ, ਬਿਲਕੁਲ ਠੀਕ ਹੈ, ਕਿਸਾਨ ਲੈ ਕੇ ਪ੍ਰੋਡਿਊਸ ਸੁੱਟ ਰਹੇ ਹੈਗੇ ਸੜਕਾਂ ਤੇ। ਉਹੀ ਮਾਡਲ ਅਸੀਂ ਹਿੰਦੁਸਤਾਨ 'ਚ ਲੈ ਕੇ ਆ ਰਹੇ ਹਾਂ। ਕਿਆ ਕਿਤੇ ਸਾਨੂੰ ਦੁਬਾਰਾ ਸੋਚਣ ਦੀ, ਦੁਬਾਰਾ ਰੀਥਿੰਕਿੰਗ ਦੀ ਜ਼ਰੂਰਤ ਨਹੀਂ ਹੈ ਕਿ ਇਕਨੋਮਿਕ ਪ੍ਰਿਜ਼ਮ ਵਿੱਚੋਂ ਕੀ ਗੱਲ ਹੈ ਕਿ ਅਸੀਂ ਉਹੀ ਬਲਾਈਂਡਲੀ ਫੋਲੋ ਕਰਦੇ ਹਾਂ। ਆਈ ਡੋਨਟ ਨੋ ਇਫ ਦੈਟ ਇਜ਼ ਹੈਪਨਿੰਗ, ਇਹ ਹੋ ਰਿਹਾ ਕਿ ਨਹੀਂ, ਪਰ ਮੈਨੂੰ ਇਹ ਨਹੀਂ ਸਮਝ ਆਉਂਦਾ। ਮੈਂ ਕੱਲ ਬਜਟ ਦੀ ਸਪੀਚ ਧਿਆਨ ਨਾਲ ਸੁਣੀ ਹੈ ਨਿਰਮਲਾ ਸੀਤਾਰਮਨ ਜੀ ਦੀ। ਇੱਕ ਤਾਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਨਾ ਦਾਲਾਂ ਦੇ ਮਾਮਲੇ 'ਚ ਤੇ ਆਇਲ ਸੀਡਸ ਦੇ ਮਾਮਲੇ 'ਚ ਸੈਲਫ ਸਫੀਸ਼ੀਐਂਟ ਆ। ਇਹ ਕੌਣ ਦੱਸਦਾ ਫਾਈਨੈਂਸ ਮਿਨਿਸਟਰ ਨੂੰ? ਮਤਲਬ ਬਜਟ ਸਪੀਚ ਕੌਣ ਲਿਖਦਾ ਹੈ? ਇਹ ਕਿਸ ਨੇ ਦੱਸਿਆ ਹੈ ਕਿ ਅਸੀਂ ਪਲਸਿਸ ਤੇ ਆਇਲ ਸੀਡਸ ਵਿੱਚ ਸੈਲਫ ਸਫੀਸ਼ੀਐਂਟ ਹੈ? ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਇਆ, ਇਹ ਰੱਬ ਜਾਣੇ, ਇਹ ਤਾਂ ਪਤਾ ਕਰਨਾ ਪੈਣਾ। ਇੱਕ ਉਹਨਾਂ ਨੇ ਕਿਹਾ ਕਿ 6 ਕਰੋੜ ਫਾਰਮਰ PM ਫਸਲ ਬੀਮਾ ਯੋਜਨਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਥੱਲੇ ਇੰਸ਼ੋਰ ਕੀਤੇ ਨੇ। ਮਤਲਬ ਖਰੀਫ ਸੀਜ਼ਨ 'ਚ ਤਾਂ 3.9 ਕਰੋੜ ਫਾਰਮਰ ਕੀਤੇ ਨੇ, ਤੇ 6 ਕਰੋੜ ਕਿੱਦਾਂ ਹੋ ਗਏ? ਇਹ ਉਹਨਾਂ ਹੀ ਫਾਰਮਰਸ ਨੂੰ ਦੁਬਾਰਾ ਇੱਕ ਵਾਰੀ ਖਰੀਫ ਵਾਲਿਆਂ ਨੂੰ ਤੇ ਇੱਕ ਵਾਰੀ ਰਬੀ ਵਾਲਿਆਂ ਨੂੰ ਜਮ੍ਹਾਂ ਕਰ ਲੈਂਦੇ ਨੇ। ਕੀ ਕਰਦੇ ਨੇ? ਉਹ ਵੀ ਗੱਲ ਤੁਹਾਡੀ ਠੀਕ ਹੈ, ਲੇਕਿਨ ਦੂਸਰੀ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੇ ਦੈਟ ਮੀਨਸ ਨੋਬਡੀ ਇਜ਼ ਪੇਇੰਗ ਅਟੈਂਸ਼ਨ, ਕੋਈ ਧਿਆਨ ਨਾਲ ਦੇਖ ਹੀ ਨਹੀਂ ਰਿਹਾ, ਡਿਟੇਲਸ ਵਿੱਚ ਨਹੀਂ ਜਾ ਰਹੇ ਲੋਕੀ। ਔਰ ਦਿਸ ਇਜ਼ ਵੈਰੀ ਬਿਗ। ਤੁਸੀਂ ਇਹ ਵੀ ਦੇਖੋ ਨਾ, ਵਿੱਤ ਮੰਤਰੀ ਜੀ ਨੇ ਕਿਹਾ ਕਿ 2.83 ਲੱਖ ਕਰੋੜ ਰੁਪਏ ਦਾ ਇਸ ਸਾਲ ਦਾ ਬਜਟ ਹੈ ਐਗਰੀਕਲਚਰ, ਐਲਾਈਡ ਸੈਕਟਰ, ਇਰੀਗੇਸ਼ਨ ਔਰ ਰੂਰਲ ਡਿਵੈਲਪਮੈਂਟ ਦਾ। 2.83 ਲੱਖ ਕਰੋੜ, ਇਹ ਬੜਾ ਅੱਛਾ ਲੱਗਿਆ। ਕਈ ਲੋਕਾਂ ਨੇ ਲਿਖਿਆ, ਮੈਂ ਦੇਖਿਆ ਰਾਇਟਰਸ ਦੀ ਰਿਪੋਰਟ ਦੇਖੀ ਹੈ, ਬਾਕੀ ਅਖਬਾਰਾਂ ਦੇਖਿਆ ਕਿ ਦੇਖੋ ਕਿੰਨਾ $40 ਬਿਲੀਅਨ ਇਨਵੈਸਟ ਕੀਤਾ ਐਗਰੀਕਲਚਰ 'ਚ। ਇਹ ਗਲਤ ਹੈਗਾ ਕਿਉਂਕਿ ਪਿਛਲੇ ਸਾਲ ਜਿਹੜਾ ਬਜਟ ਸੀਗਾ ਐਗਰੀਕਲਚਰ ਦਾ ਉਹ 2.68 ਸੀਗਾ। ਹਾਂਜੀ, ਪਿਛਲੇ ਸਾਲ ਦਾ 2.68 ਸੀਗਾ, ਇਸ ਵਾਰ ਤੁਸੀਂ 2.83। देयर इज नो चेंज बेसिकली, देयर इज नो चेंज। ਇੱਕ ਤਾਂ ਉਹਦੇ 'ਚ ਕੋਈ ਬਦਲ ਨਹੀਂ ਹੈ, ਦੂਸਰਾ ਪਤਾ ਹੋਣਾ ਚਾਹੀਦਾ ਹੈ ਫੂਡ ਸਬਸਿਡੀ ਦੀ ਐਲੋਕੇਸ਼ਨ ਘਟਾ ਦਿੱਤੀ ਗਈ ਹੈ। ਫਰਟੀਲਾਈਜ਼ਰ ਸਬਸਿਡੀ, ਜਿਹੜੇ ਖਾਦਾਂ 'ਤੇ ਸਬਸਿਡੀ ਮਿਲਦੀ ਹੈ, ਉਹਦਾ ਪੈਸਾ ਘਟਾ ਦਿੱਤਾ ਗਿਆ। ਮਨਰੇਗਾ ਦਾ ਜਿਹੜਾ ਪੈਸਾ ਮਿਲਦਾ ਉਹ ਘਟਾ ਦਿੱਤੀ ਗਈ ਹੈ ਐਲੋਕੇਸ਼ਨ। ਤੇ ਇਨਫੈਕਟ ਇਹ ਪ੍ਰਧਾਨ ਮੰਤਰੀ ਦੇ ਨਾਮ ਤੇ ਸੀ ਕੁਸਮ ਸਕੀਮ, ਤਾਂ ਜਿਹੜੀ ਸੋਲਰ ਪੰਪ ਵਾਲੀ ਸੀ, ਉਹਦੀ ਐਲੋਕੇਸ਼ਨ ਘਟਾ ਦਿੱਤੀ ਗਈ ਹੈ। ਤੇ ਜਿਸ ਵੇਲੇ ਤੁਸੀਂ ਨਰੇਗਾ ਦਾ ਪੈਸਾ ਨਹੀਂ ਦੇ ਰਹੇ, ਜਿਸ ਵੇਲੇ ਉਹ ਬੈਕਲੌਗਸ ਨੇ, ਦੈਟ ਮੀਨਸ ਤੁਸੀਂ ਸਭ ਤੋਂ ਗਰੀਬ ਤੇ ਸਭ ਤੋਂ ਲੋੜਵੰਦਾਂ ਦੀਆਂ ਸਭ ਤੋਂ ਛੋਟੀਆਂ ਰਕਮਾਂ ਉਹਨਾਂ ਨੂੰ ਨਹੀਂ ਦੇ ਰਹੇ। ਦੈਟਸ ਅ ਕ੍ਰਾਈਮ ਅਗੇਂਸਟ ਹਿਊਮੈਨਿਟੀ। ਦੈਟਸ ਅ ਕ੍ਰਾਈਮ। ਹੁਣ ਤੁਸੀਂ ਨੈਸ਼ਨਲ ਤੁਸੀਂ ਫੂਡ ਜੁਰਮ, ਇਹ ਜ਼ੁਲਮ ਹੈ ਤੇ ਜੁਰਮ ਹੈ। ਤੁਸੀਂ ਜਿਹੜਾ ਆਪਣੇ ਫੂਡ ਸਿਕਿਉਰਿਟੀ ਬਿੱਲ ਦੀ ਗੱਲ ਕੀਤੀ ਹੈਗੀ, ਉਹ ਬੜਾ ਇੰਪੋਰਟੈਂਟ ਹੈਗਾ। ਉਹੀ ਜਿਹੜਾ ਇਕਨੋਮਿਕ ਸਰਵੇ ਕਹਿੰਦਾ ਹੈਗਾ ਕਿ ਸਾਨੂੰ ਜਿਹੜੇ ਬੰਦੇ ਜਿਹੜੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਅੰਦਰ ਜਿਨ੍ਹਾਂ ਨੂੰ ਅਸੀਂ 2 ਰੁਪਏ 1 ਰੁਪਏ ਤੇ ਦਿੰਦੇ ਹੈਗੇ ਆ ਫੂਡ ਗ੍ਰੇਨਸ, ਉਹਨਾਂ ਨੂੰ ਘਟਾ ਕੇ 20% ਤੇ ਲਿਆਇਆ ਜਾਏ। ਉਹ ਕੰਟਰੀ ਜਿਹੜਾ ਕਿ ਦੁਨੀਆ 'ਚ 117 ਦੀ ਕੰਟਰੀ ਦੀ ਰੈਂਕਿੰਗ ਵਿੱਚ 102 ਨੰਬਰ ਤੇ ਆਂਦਾ ਹੈਗਾ, ਸਾਡੇ ਇਕਨੋਮਿਕ ਐਡਵਾਈਜ਼ਰ ਕਹਿ ਰਹੇ ਹੈ ਕਿ ਉਹਨਾਂ ਦੇ ਨੰਬਰ ਨੂੰ ਘਟਾ ਕੇ ਅਸੀਂ 20% ਤੇ ਲਿਆਈਏ, ਯਾਨੀ ਗਰੀਬ ਦਾ ਜਿਹੜਾ ਪੈਸਾ ਹੈਗਾ ਉਹ ਖਿੱਚ ਕੇ ਅਸੀਂ ਕਾਰਪੋਰੇਟ ਨੂੰ ਦੇ ਦਈਏ। ਅਗਰ ਇਹ ਇਕਨੋਮਿਕ ਸੋਚ ਚਲੇਗੀ ਤਾਂ ਮੈਨੂੰ ਲੱਗਦਾ ਕਿ ਸਾਰਾ ਜਿਹੜਾ ਕੰਟਰੀ ਦਾ ਵਿਕਾਸ ਦਾ ਰਸਤਾ ਹੈਗਾ ਉਹ ਕਿਤੇ ਐਸੇ ਜਗ੍ਹਾ ਤੇ ਜਾ ਰਿਹਾ ਹੈਗਾ ਜਿਹੜਾ ਅਸੀਂ 2 ਹਿੱਸਿਆਂ 'ਚ ਵਿੱਚ ਦੇਸ਼ ਨੂੰ ਜਿਹੜਾ ਹੈਗਾ ਉਹਨੂੰ ਅਸੀਂ ਨਹੀਂ ਸਮਝ ਪਾ ਰਹੇ। ਐਬਸੋਲੂਟਲੀ। ਜਿੱਥੇ ਅੱਛੀ ਗੱਲ ਕਰਦੇ ਨੇ ਉੱਥੋਂ ਡਰ ਲੱਗਦਾ। ਜਿਸ ਲੋਕ ਕਹਿੰਦੇ ਨੇ ਅਸੀਂ ਕਿਸਾਨਾਂ ਲਈ ਰੇਲਾਂ ਚਲਾ ਦੇਣੀਆਂ ਨੇ, ਫਿਰ ਪਤਾ ਲੱਗਦਾ PPP ਮਾਡਲ ਆਉਣਾ, ਕ੍ਰਿਸ਼ੀ ਉਡਾਨ ਕਰਨੀ ਹੈ, ਉਹ ਕਿਸ ਕਿਸਮ ਦੇ ਕੰਮ ਲਈ ਹੋਏਗੀ। ਫਿਰ ਉਹ ਕਹਿੰਦੇ ਨੇ ਅਸੀਂ ਵੈਲਿਊ ਚੇਨ ਕ੍ਰੀਏਟ ਕਰ ਦੇਣੀ ਹੈ ਡੇਅਰੀ ਪ੍ਰੋਡਕਟਸ ਦੇ ਵਿੱਚ। ਮਤਲਬ ਜੇ ਤੁਸੀਂ ਡੇਅਰੀ ਜੇ ਪ੍ਰੋਸੈਸਿੰਗ ਕੈਪੈਸਿਟੀ ਮਿਲਕ ਦੀ ਵਧਾਣੀ ਹੈ, ਦੈਟ ਬ੍ਰਿੰਗਸ ਅ ਕੁਐਸਚਨ ਟੂ ਮਾਈ ਮਾਈਂਡ। ਮਤਲਬ ਸਵਾਲ ਇਹ ਉੱਠਦਾ ਹੈ ਕਿ ਕੌਨਸਟੀਟਿਊਸ਼ਨ ਦੇ ਵਿੱਚ ਡੇਅਰੀ ਐਗਰੀਕਲਚਰ ਦਾ ਪਾਰਟ ਹੈ
ਤੇ ਐਗਰੀਕਲਚਰ ਕਨਸਟੀਟਿਊਸ਼ਨਲੀ ਤੁਸੀਂ ਟੈਕਸ ਨਹੀਂ ਕਰ ਸਕਦੇ। ਤੇ ਜਿਸ ਵੇਲੇ ਤੁਸੀਂ ਡੇਰੀ ਨੂੰ ਟੈਕਸ ਕਰਦੇ ਹੋ ਤਾਂ ਮੇਰਾ ਡੇਰੀ ਫਾਰਮਰ ਵੀ ਟੈਕਸੇਬਲ ਹੈ। ਕੋਈ ਸਰਕਾਰ ਨੂੰ ਕਿਉਂ ਨਹੀਂ ਦੱਸਦਾ ਸਰ ਤੁਸੀਂ ਕਾਨੂੰਨ ਦੇ ਅਗੇਂਸਟ ਨਹੀਂ ਸੰਵਿਧਾਨ ਦੇ ਅਗੇਂਸਟ ਕੰਮ ਕਰ ਰਹੇ ਹੋ। ਮੈਨੂੰ ਤਾਂ ਲੱਗਦਾ ਇਹ ਸੰਵਿਧਾਨ ਬਚਾਓ ਯਾਤਰਾਵਾਂ ਜਿਹੜੀਆਂ ਕੱਢੀਆਂ ਜਾ ਰਹੀਆਂ ਨੇ ਕਿਸਾਨਾਂ ਨੂੰ ਤੇ ਉਹਦੇ 'ਚ ਇਸ ਕਰਕੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਕਿ ਭਾਈ ਸਾਹਿਬ ਇਹ ਤੁਸੀਂ ਕੀ ਕਰ ਰਹੇ ਹੋ। ਤੁਸੀਂ ਡੇਰੀ ਫਾਰਮਰ ਨੂੰ ਕਿਵੇਂ ਟੈਕਸ ਕਰ ਸਕਦੇ ਹੋ, ਤੁਸੀਂ ਡੇਰੀ ਕੋਆਪਰੇਟਿਵਸ ਨੂੰ ਕਰਦੇ ਹੋ। ਆਈ ਕੈਨ ਅੰਡਰਸਟੈਂਡ। ਬਹੁਤ ਸਾਲਾਂ ਤੋਂ ਇਹ ਡਿਮਾਂਡ ਰਹੀ ਹੈ ਡੇਰੀ ਫਾਰਮਰਸ ਦੀ ਕਿ ਸਾਨੂੰ ਟੈਕਸ ਕੀਤਾ ਜਾ ਰਿਹਾ, ਸਾਨੂੰ ਉਹ ਤੋਂ ਨਿਕਾਲਿਆ ਜਾਏ ਬਾਹਰ। ਇਹ ਬਹੁਤ ਸਾਲਾਂ ਤੋਂ ਰਹੀ ਹੈਗੀ ਹੈ। ਹੁਣ ਘੱਟ ਤੋਂ ਘੱਟ ਕਿਉਂਕਿ ਕੋਆਪਰੇਟਿਵਸ ਦਾ ਜ਼ੋਰ ਸੀਗਾ, ਸਰਕਾਰ ਨੇ ਇਹ ਕੀਤਾ ਹੈ ਕਿ ਵੀ ਜਿਹੜਾ ਉਹਨਾਂ ਨੂੰ 30% ਟੈਕਸ ਦੇਣਾ ਪੈਂਦਾ ਸੀਗਾ ਉਹਨੂੰ ਘਟਾ ਕੇ ਹੁਣ ਕਾਰਪੋਰੇਟ ਦੇ ਪੈਟਰਨ ਤੇ 22% ਤੇ ਲੈ ਆਏ ਹੈਗੇ ਹੈ। ਇਹ ਅੱਛੀ ਸਟੈਪ ਹੈਗੀ ਕਿਉਂਕਿ ਆਫਟਰ ਆਲ ਕੋਆਪਰੇਟਿਵਸ ਵੀ ਕੰਪੀਟ ਕਰ ਰਹੀਆਂ ਨਾ ਉਸੇ ਸਿਨਾਰੀਓ ਵਿੱਚ। ਤੇ ਇਹ ਇੰਪੋਰਟੈਂਟ ਸਟੈਪਸ ਹੈਗੇ। ਕੁਝ ਤਾਂ ਦੇਖੋ ਇੰਪੋਰਟੈਂਟ ਸਟੈਪਸ ਤਾਂ ਹੁੰਦੇ ਹੀ ਆ ਬਜਟ ਵਿੱਚ, ਲੇਕਿਨ ਜੋ ਮੇਨ ਡਾਇਰੈਕਸ਼ਨ ਜਿਹੜੀ ਹੈਗੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਸਟੇਟ ਦੀ ਸਪੋਰਟ ਕਰਾਂਗੇ ਜਿਹੜੇ 3 ਮਾਡਲ ਐਕਟ ਜਿਹੜੀ ਸਰਕਾਰ ਲੈ ਕੇ ਆਈ ਹੈਗੀ ਹੈ 16-17 ਵਿੱਚ ਜਾਂ ਉਹ ਤੋਂ ਪਹਿਲੇ ਵੀ ਉਹਨੂੰ ਇੰਪਲੀਮੈਂਟ ਕਰਨਗੇ। ਉਹ ਸਾਰੇ ਕਾਰਪੋਰੇਟ ਐਗਰੀਕਲਚਰ ਤਰਫ ਜਾਂਦੇ ਹੈਗੇ। ਇਹ ਮਤਲਬ ਹੈ ਕਿ ਸਾਡੀ ਸਰਕਾਰ ਨੇ ਸੋਚ ਹੀ ਲਿਆ ਕਿ ਅਸੀਂ ਕਾਰਪੋਰੇਟ ਦੇ ਰਸਤੇ 'ਚ ਜਾਣਾ ਹੈਗਾ। ਪਰ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਬਈ ਕਿਉਂ ਨਹੀਂ ਇਹ ਚਰਚਾ ਹੋਈ ਹੈ ਸਟੇਕ ਹੋਲਡਰਸ ਨਾਲ ਕਿ ਬਈ ਜਦ ਦੁਨੀਆ ਵਿੱਚ ਕਾਰਪੋਰੇਟ ਐਗਰੀਕਲਚਰ ਨਹੀਂ ਸਕਸੀਡ ਕਰ ਰਿਹਾ ਹੈਗਾ ਤਾਂ ਤੁਸੀਂ ਉਸੇ ਚੀਜ਼ ਨੂੰ ਕਿਸ ਤਰ੍ਹਾਂ ਬਲਾਈਂਡਲੀ ਫੋਲੋ ਕਰ ਰਹੇ ਹੋ। ਵੈਰੀ ਸੈਂਸਿਟਿਵ ਕੁਐਸਚਨ। ਜਦੋਂ ਦੇਸ਼ ਦੇ ਵਿੱਚ ਪੋਲੀਟੀਕਲ ਹਾਲਾਤ ਇਹ ਨੇ ਕਿ ਦੇਸ਼ ਦੇ ਵਿੱਚ ਆਰਥਿਕਤਾ ਦੇ ਸਾਰੇ ਮੁੱਦੇ, ਜਿਸ ਫੋਰਨ ਇਨਵੈਸਟਮੈਂਟ ਆਣੀ ਹੈ ਜਾਂ ਨਹੀਂ, ਕਿਸੇ ਨੇ ਪੈਸਾ ਲਗਾਉਣਾ ਜਾਂ ਨਹੀਂ, ਉਹ ਸਿਰਫ ਇਹ ਅੰਕੜੇ ਦੇਖਦਾ ਕਿ ਉਹ ਦੇਸ਼ ਦੇ ਹਾਲਾਤ ਵੀ ਦੇਖਦਾ। ਜੋ ਸੜਕਾਂ ਤੇ ਹੋ ਰਿਹਾ ਦੇਸ਼ ਦੇ ਵਿੱਚ, ਜਿਸ ਕਿਸਮ ਦਾ ਇੱਕ ਹਿਟਫੁਲ ਜਿਹਾ ਐਨਵਾਇਰਨਮੈਂਟ ਹੈ ਜਿੱਥੇ ਮੰਤਰੀ ਕੀ ਮਿਨਿਸਟਰ ਆਫ ਸਟੇਟ ਫॉर ਫਾਈਨੈਂਸ ਹੈਗੇ ਨੇ, ਮਤਲਬ ਜੂਨੀਅਰ ਵਿੱਤ ਮੰਤਰੀ ਦਾ ਮੈਨੂੰ ਪਤਾ ਇੱਕ ਕੰਮ ਤਾਂ ਇਹ ਹੁੰਦਾ ਕਿ ਉਹ ਵਿੱਤ ਮੰਤਰੀ ਦੇ ਪਿੱਛੇ ਲੋਕ ਸਭਾ 'ਚ ਇੱਥੇ ਸਾਈਡ ਤੇ ਬੈਠੇ ਹੁੰਦੇ ਨੇ ਤੇ ਉਹ ਲਗਾਤਾਰ ਟੀਵੀ ਤੇ। ਇੱਕ ਕੰਮ ਇਹ ਹੈ। ਪਰ ਦੂਜਾ ਕੰਮ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਜਾ ਕੇ ਨਾਰੇ ਮਾਰੋ ਵੀ ਦੇਸ਼ ਕੇ ਗਦਾਰੋਂ ਕੋ ਕਿਆ ਕਰਨਾ ਚਾਹੀਏ ਤੇ ਫਿਰ ਕਰਾਊਡ ਵੀ ਦੱਸਦਾ ਵੀ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਤੇ ਲੋਕ ਲਿਆ ਕੇ ਤੇ ਉਹਨਾਂ ਦੀ ਕਹਿਣਾ ਮੰਨ ਕੇ ਤੇ ਮਾਰ ਰਹੇ ਨੇ। ਤੁਸੀਂ ਮੈਨੂੰ ਦੱਸੋ ਵੀ ਇਹਨਾਂ ਹਾਲਾਤਾਂ ਦੇ ਵਿੱਚ ਇਹਦੀ ਕਿਉਂ ਨਹੀਂ ਡਿਸਕਸ਼ਨ ਹੁੰਦੀ ਕਿ ਇਹ ਪੋਲੀਟੀਕਲ ਹਾਲਾਤ ਕੀ ਨੇ ਜਿਹਦੇ ਵਿੱਚ ਲਿਆ ਕੇ ਤੁਸੀਂ ਚਾਹ ਰਹੇ ਹੋ ਕਿ ਕੋਈ ਆ ਕੇ ਪੈਸਾ ਲਾ ਦੇਵੇ। ਕੀ ਇਹ ਨਿਵੇਸ਼ ਦੇ ਰਸਤੇ 'ਚ ਰੁਕਾਵਟ ਨਹੀਂ ਹੈ? ਬਹੁਤ ਇੰਪੋਰਟੈਂਟ ਗੱਲ ਕੀ ਤੁਹਾਨੂੰ ਯਾਦ ਹੋਗਾ ਵਰਲਡ ਇਕਨੋਮਿਕ ਫੋਰਮ ਵਿੱਚ ਦੁਨੀਆ ਦੇ ਜਿਹੜੇ ਬਹੁਤ ਮੰਨੇ ਹੋਏ ਬਿਜ਼ਨਸ ਟਾਈਕੂਨ ਹੈਗੇ ਆ ਜਾਰਜ ਸੋਰੋਸ ਉਹਨੇ ਬੜਾ ਸਾਫ਼ ਕਿਹਾ ਸੀਗਾ ਕਿ ਬਈ ਇਨਵੈਸਟਮੈਂਟ ਜਿਹੜੀ ਹੈਗੀ ਤਾਂ ਹੀ ਵਧੇਗੀ ਜਦ ਤੁਹਾਡਾ ਪੋਲੀਟੀਕਲ ਐਨਵਾਇਰਨਮੈਂਟ ਜਾਂ ਸੋਸ਼ਲ ਇਕਨੋਮਿਕ ਐਨਵਾਇਰਨਮੈਂਟ ਜਿਹੜਾ ਹੈਗਾ ਉਹ ਬੜਾ ਪੀਸਫੁਲ ਹੋਏਗਾ। ਅਨਫੋਰਚੂਨੇਟਲੀ ਇਹ ਅੰਕੜਿਆਂ ਵਿੱਚ ਨਹੀਂ ਹੁੰਦਾ ਵੀ ਦੇਸ਼ ਵਿੱਚ ਸ਼ਾਂਤੀ ਕਿੰਨੀ ਹੈ ਦਾ ਕੋਈ ਮੀਟਰ ਨਹੀਂ ਹੈਗਾ। ਪਰ ਆਮ ਆਦਮੀ ਨੂੰ ਵੀ ਜਿਹਨੂੰ ਬਜਟ ਦੀ ਕੋਈ ਸਮਝ ਨਾ ਹੋਵੇ ਉਹਨੂੰ ਇਹ ਸਮਝ ਆ ਜਾਂਦਾ ਵੀ ਇਹ ਦੇਸ਼ ਇੰਨਾ ਕੁ ਸ਼ਾਂਤ ਹੈਗਾ ਕਿ ਇਹਦੇ ਵਿੱਚ ਮਨੁੱਖ ਤਰੱਕੀ ਕਰਨ। ਮੈਨੂੰ ਲੱਗਦਾ ਬਜਟ ਤੇ ਤਾਂ ਇੰਨੀ ਹੀ ਗੱਲ ਕਾਫੀ ਹੈ ਕਿਉਂਕਿ ਸਮਾਂ ਇੰਨਾ ਕੁ ਹੀ ਹੈ। ਪਰ ਅੱਜ ਕਿਉਂਕਿ ਇਹੋ ਜਿਹੇ ਦਿਨ ਬੈਠੇ ਆ, ਇੱਕ ਦਿਨ ਨਹੀਂ ਹੋਇਆ ਵੈਸੇ ਸਾਡੇ ਕੋਲੋਂ, ਮੈਨੂੰ ਲੱਗਦਾ ਮੈਂ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੇ ਬਿਨਾਂ ਤੇ ਸ਼ਾਇਦ ਇਹ ਸਾਨੂੰ ਬਿਲਕੁਲ ਨਹੀਂ ਖਤਮ ਕਰਨਾ ਚਾਹੀਦਾ ਕਿ ਸੁਰਜੀਤ ਸਿੰਘ ਹਾਨ ਸਾਡੇ ਕੋਲੋਂ ਗਏ ਨੇ, ਸੁਰਜੀਤ ਸਿੰਘ SS ਹਾਂਸ ਗਏ ਨੇ, ਸੁਰਜੀਤ ਸਿੰਘ ਢਿੱਲੋਂ ਸਾਡੇ ਕੋਲੋਂ ਗਏ ਨੇ। ਸਾਇੰਸ ਨੂੰ ਪੋਪੂਲਰਾਈਜ਼ ਕਰਨ ਦੇ ਵਿੱਚ ਜੋ ਉਹਨਾਂ ਦਾ ਯੋਗਦਾਨ ਹੈ ਕਮਾਲ ਹੈ। ਇੰਦਰਜੀਤ ਸਿੰਘ ਖਾਮੋਸ਼ ਸਾਡੇ ਕੋਲੋਂ ਚਲੇ ਗਏ ਨੇ। ਸਭ ਇਹਨਾਂ ਦਿਨਾਂ ਦੇ ਵਿੱਚ ਹੀ, ਹਫ਼ਤੇ ਭਰ ਦੇ ਵਿੱਚ ਹੀ ਲੋਕ ਜਾ ਰਹੇ ਨੇ, ਮਹੀਨੇ ਭਰ ਦੇ ਵਿੱਚ ਲੋਕ ਜਾ ਰਹੇ ਨੇ। ਦਲੀਪ ਕੌਰ ਟਿਵਾਣਾ ਜੀ ਇੱਕ ਦਿਨ ਗਏ ਨੇ ਤੇ ਅਗਲੇ ਹੀ ਦਿਨ ਸੂਰਮਾ ਲੇਖਕ ਸਾਡਾ ਜਸਵੰਤ ਸਿੰਘ ਕੰਵਲ, 100 ਮੰਜ਼ਲਾ ਲੇਖਕ ਕਹਿੰਦੇ ਨੇ, 101 ਸਾਲਾਂ ਦੀ ਉਮਰ ਭੋਗ ਕੇ ਤੇ ਸਾਨੂੰ ਅਣਗਿਣਤ ਕਿਤਾਬਾਂ ਦੇ ਕੇ ਗਏ ਨੇ। ਪੂਰਨਮਾਸ਼ੀ ਦੇ ਚੰਨ ਵਰਗਾ। ਇਹ ਠੀਕ ਹੈ ਕਿ ਅਜੇ ਰਾਤ ਬਾਕੀ ਹੈ ਪਰ ਕਿਆ ਕਮਲ ਦੀ ਤੇ ਅਜੇ ਬਾਤ ਵੀ ਬਾਕੀ ਹੈ। ਇੰਨਿਆਂ 'ਚ ਉੱਠਿਆ ਸੀ ਇਹ ਸੂਰਮਾ ਤੇ ਇੰਨਾ ਕੁ ਪੰਜਾਬ ਨੂੰ ਕਰ ਗਿਆ ਕਿ ਇੱਥੇ ਲੋ ਭਾਵੇਂ ਲਹੂ ਦੀ ਵੀ ਕਦੀ ਜਗਾਣੀ ਪਵੇ, ਹਮੇਸ਼ਾ ਮਚਦੀ ਰਹੇਗੀ। ਇਹਨਾਂ ਸਾਰੇ ਏਡੇ ਵੱਡੇ ਦਿਓਕਦ ਹਸਤੀਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਨਮਨ ਸ਼ਰਧਾਂਜਲੀ ਹੈ ਤੇ ਵਿਸ਼ਵਾਸ ਕਰੋ ਵੀ ਇਹ ਕਿਧਰੇ ਨਹੀਂ ਗਏ, ਇਹ ਮਨੁੱਖ ਕਿਧਰੇ ਨਹੀਂ ਜਾਂਦੇ। ਇਹ ਵੀ ਇੱਥੇ ਨੇ, ਇਹਨਾਂ ਦੀਆਂ ਕਿਤਾਬਾਂ ਇੱਥੇ ਨੇ, ਇਹਨਾਂ ਦੀਆਂ ਗੱਲਾਂ ਇੱਥੇ ਨੇ, ਇਹਨਾਂ ਦੇ ਬੋਲ ਇੱਥੇ ਨੇ। ਅਸੀਂ ਹੀ ਇਹਨਾਂ ਬਾਰੇ ਗੱਲਾਂ ਕਰਦੇ ਹਾਂ ਤੇ ਇਹਨਾਂ ਨੇ ਸਾਡੇ ਵਿੱਚ ਹੀ ਜੀਵਨਾ ਤੇ ਸਾਡੇ ਨਾਲ ਹੀ ਰਹਿਣਾ ਹੈ ਤੇ ਸਾਡੇ ਨਾਲ ਹੀ ਜਾਵਣਾ ਹੈ। ਇਸ ਕਰਕੇ ਇਹਨਾਂ ਸਾਹਮਣੇ ਨਮਨ ਹੁੰਦਿਆਂ ਹੋਇਆਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰੱਖਾ।